ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਪ੍ਰਾਈਮ ਫੋਕਸ ਤੁਹਾਡੇ ਸਾਰਿਆਂ ਨਾਲ ਹਾਜ਼ਰ। ਹਰ ਰੋਜ਼ 24 ਘੰਟਿਆਂ ਬਾਅਦ ਇਹ ਗੱਲਬਾਤਾਂ ਕਰਨ ਲਈ ਫਿਰ ਇਕੱਠੇ ਹੋ ਜਾਈਦਾ ਤੇ 24 ਘੰਟਿਆਂ 'ਚ ਕਈ ਕੁਝ ਹੋ ਜਾਂਦਾ। ਭਾਈ ਸਾਹਿਬ ਕੀ ਕਰੀਏ, ਨਾ ਤਾਂ ਕੋਈ ਪੋਲੀਟੀਸ਼ੀਅਨ ਨੇ ਟਲਦਾ ਵੀ ਮੈਂ ਬਿਆਨ ਨਾ ਦੇਵਾਂ, ਨਾ ਜਿਹੜਾ ਦੂਸਰਾ ਬਿਮਾਰੀ ਵਾਲਾ ਜ਼ੋਰ ਚੱਲੀ ਜਾਂਦਾ ਉਧਰਲੇ ਪਾਸਿਓਂ ਕੋਈ ਚੰਗੀ ਖਬਰ ਆਉਂਦੀ ਹੈ, ਉਧਰ ਕਿਸਾਨ ਅੰਦੋਲਨ ਜਿਹੜਾ ਉਹ ਐਜ਼ ਇਟ ਇਜ਼ ਚੱਲੀ ਜਾਂਦਾ। ਇਸ ਤੋਂ ਇਲਾਵਾ ਵੀ ਹੋਰ ਨਿੱਕੀਆਂ ਨਿੱਕੀਆਂ ਕਈ ਗੱਲਾਂ ਨੇ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ। ਤੇ ਗੱਲਾਂ ਕਰਨ ਲਈ ਵੀਰ ਪਰਮਵੀਰ ਬਾਟ, ਕੀ ਹਾਲ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ ਹਮੇਸ਼ਾ ਦੀ ਤਰ੍ਹਾਂ। ਆਹ ਹੋਈ ਨਾ ਗੱਲ ਵਾਟ ਸਾਹਿਬ। ਇੱਕ ਗੱਲ ਆ ਕਿ ਦੋ ਕਰ ਲਈਏ, 2-2.5 ਕਰੋ ਮਹਾਰਾਜ। ਤੁਹਾਡਾ ਟਾਈਮ, ਤੁਹਾਡਾ ਹੀ ਦੇਸ਼, ਤੁਹਾਡਾ ਹੀ ਸਾਰਾ ਕੁਝ। ਹਾਏ ਹਾਏ, ਟਾਈਮ ਵੀ ਤੇਰਾ ਹੈ ਨਾ, ਜਗ੍ਹਾ ਵੀ ਤੇਰੀ। ਅੱਛਾ, ਨਹੀਂ ਗੱਲ ਇਹ ਆ ਵਾਟ ਸਾਹਿਬ ਕਿ ਮੈਂ ਅੱਜ ਨੋਟਿਸ ਕਰ ਰਿਹਾ ਸੀ ਕਿ ਜੇ ਤੁਸੀਂ 15-20 ਮਿੰਟ ਵੀ ਕਰੋਨੇ ਦੇ ਵੱਧਦੇ ਕੇਸ, ਕਰੋਨੇ ਤੋਂ ਹੋ ਰਹੀਆਂ ਮੌਤਾਂ, ਲੋਕਾਂ ਦੀ ਲਾਚਾਰੀ, ਸ਼ਮਸ਼ਾਨ ਘਾਟਾਂ 'ਚ ਲੱਗੀਆਂ ਲਾਈਨਾਂ, ਇਹ ਸਾਰੇ ਕੁਝ 15 ਮਿੰਟ ਦੇਖ ਲਓ ਨਾ, 16ਵੇਂ ਮਿੰਟ ਤੁਸੀਂ ਡਿਪਰੈਸ ਹੋ ਜਾਂਦੇ ਜੀ। ਇਹ ਜਿਹੜੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਬਹੁਤ ਸਾਰੇ ਲੋਕ ਹੋ ਸਕਦਾ ਕਿ ਜਿਹੜੇ ਐਕਸਪੋਜ਼ ਨਾ ਹੋਏ ਹੋਣ ਜਾਂ ਇਨ ਫਿਊਚਰ ਉਹਨਾਂ ਦੇ ਹੋਣ ਦੇ ਚਾਂਸ ਵੀ ਕੋਈ ਨਾ ਹੋਣ, ਜਿਨ੍ਹਾਂ ਨੇ ਘਰਾਂ 'ਚ ਰਹਿਣਾ, ਜਾਣਾ ਆਉਣਾ ਵੀ ਕਿਤੇ ਨਹੀਂ, ਪ੍ਰੀਕਾਸ਼ਨ ਵੀ ਪੂਰੀ ਹੈ, ਐਂਡ ਕਈਆਂ ਨੇ ਹੋ ਸਕਦਾ ਇੱਕ ਡੋਜ਼ ਵੀ ਲਵਾ ਲਈ ਇੰਜੈਕਸ਼ਨ ਦੀ, ਉਹ ਵੀ ਬੰਦਾ ਡਿਪਰੈਸ ਹੋ ਜਾਂਦਾ। ਯਾਰ ਇਹ ਹੋ ਕੀ ਰਿਹਾ? ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਸਮਾਂ ਆਉਂਦਾ ਵਿਚਾਰਨ ਦਾ, ਤੁਸੀਂ ਸਾਈਕਲ ਤੇ ਚਲਾਈ ਜਾਓ, ਤੁਹਾਨੂੰ ਲੱਗਦਾ ਹੁੰਦਾ ਕੁਝ ਨਹੀਂ ਹੋਣਾ, ਪਰ ਅਚਾਨਕ ਮੂਹਰੇ ਕੁਛ ਆ ਜਾਏ, ਤੁਸੀਂ ਡਿੱਗ ਪਾਓ ਜਾਂ ਡਿੱਗਦੇ ਬਚੋ, ਤੁਹਾਨੂੰ ਝਟਕਾ ਲੱਗਦਾ, 1 ਸਕਿੰਟ ਦੇ ਵਿੱਚ ਤੁਹਾਨੂੰ ਤਰੇਲੀ ਆ ਜਾਂਦੀ ਹੈ, ਭੰਬੂ ਤਾਰੇ ਨੱਚਣ ਲੱਗ ਪੈਂਦੇ ਮੂਹਰੇ। ਇਹ ਉਹੀ ਸਮਾਂ ਆ ਭੰਬੂ ਤਾਰਿਆਂ ਵਾਲਾ ਜਿਹੜਾ ਇਸ ਵੇਲੇ ਚੱਲ ਰਿਹਾ, ਜਿਹਦੇ ਵਿੱਚ 15 ਮਿੰਟਾਂ ਦੇ ਵਿੱਚ ਤੁਸੀਂ ਖਬਰਾਂ ਸੁਣ ਕੇ, ਸੋਸ਼ਲ ਮੀਡੀਆ ਤੇ ਕੁਝ ਦੇਖ ਕੇ ਤੁਹਾਨੂੰ ਐਂ ਲੱਗਦਾ ਦੁਨੀਆ ਗਰਕ ਗਈ, ਦੁਨੀਆ ਦੇ ਪੱਲੇ ਕੱਖ ਨਹੀਂ ਰਿਹਾ, ਢੇਰ ਲੱਗ ਗਿਆ ਆਲੇ ਦੁਆਲੇ ਸਾਰਿਆਂ ਦੇ। ਪਰ ਅਸਲ ਦੇ ਵਿੱਚ ਸਾਡੀ ਤਾਕਤ ਕੀ ਹੈ ਕਿ ਜਦੋਂ ਸਾਡਾ ਸਾਈਕਲ ਡਿੱਗਣ ਲੱਗਾ ਤੇ ਅਸੀਂ ਬਚ ਗਏ ਹਾਂ, ਸਾਨੂੰ ਲੱਗਾ ਕਿ ਜੇ ਡਿੱਗ ਪੈਂਦੇ ਬਹੁਤ ਨੁਕਸਾਨ ਹੋ ਜਾਣਾ ਸੀ, ਥੱਲੇ ਪੱਥਰ ਪਏ ਸੀ, ਸਿਰ ਪਾਟ ਜਾਣਾ ਸੀ, ਕੁਝ ਹੋ ਜਾਣਾ ਸੀ। ਜੇ ਤਾਂ ਅਸੀਂ ਉਸ ਵੇਲੇ 2-4 ਸਕਿੰਟ ਮਿੰਟ ਖੜ ਕੇ ਸੋਚ ਲਿਆ ਕਿ ਭਾਈ ਅੱਗੇ ਤੋਂ ਇਦਾਂ ਨਹੀਂ ਕਰਨਾ, ਫਿਰ ਸਾਰਾ ਕੁਝ ਠੀਕ ਹੈ। ਤੇ ਜੇ 2 ਮਿੰਟਾਂ ਦੇ ਬਾਅਦ ਪੈਡਲ ਦੇ ਉੱਤੇ ਲੱਤ ਫੇਰ ਦਿੱਤੀ, ਫੇਰ 100 ਤੇ ਖਿੱਚ ਦਿੱਤਾ, ਫਿਰ ਕੰਮ ਖਰਾਬ ਹੈ। ਹੁਣ ਆਹ ਜਿਹੜਾ ਸਮਾਂ ਨਾ, ਇਹਨੇ ਸਾਨੂੰ 2-3 ਸਬਕ ਤਾਂ ਦਿੱਤੇ ਆ। ਪਹਿਲੀ ਗੱਲ, ਅਸੀਂ ਸੋਸ਼ਲ ਮੀਡੀਆ ਦੇ ਬਹੁਤ ਆਦੀ ਹੋ ਗਏ ਸੀ। ਸੋਸ਼ਲ ਮੀਡੀਆ ਚੰਗਾ ਵੀ ਬਹੁਤ ਹੈ ਤੇ ਮਾੜਾ ਵੀ ਬਹੁਤ ਹੈ। ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕਿੰਨਾ ਕੁ ਯਕੀਨ ਕਰਨਾ, ਕਿੰਨਾ ਕੁ ਵਿਸ਼ਵਾਸ ਕਰਨਾ। ਦੂਸਰਾ, ਜਿਹੜੀ ਚੀਜ਼ ਸਾਨੂੰ ਦਿਖਾਈ ਜਾਂਦੀ ਹੈ ਬਾਰ-ਬਾਰ, ਕੀ ਉਹ ਧੱਕੇ ਨਾਲ ਸਾਡੇ ਗਲ ਪਾਈ ਜਾਂਦੀ ਹੈ ਜਾਂ ਸਾਡੇ ਲਈ ਉਹ ਦੇਖਣੀ ਜ਼ਰੂਰੀ ਹੈ? ਹੁਣ ਇਸ ਵੇਲੇ ਇਹ ਗੱਲ ਬਿਲਕੁਲ ਠੀਕ ਹੈ ਕਿ ਕੋਵਿਡ ਦੇ ਕਰਕੇ ਬਹੁਤ ਨੁਕਸਾਨ ਹੋਇਆ ਭਾਰਤ ਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪੰਜਾਬ ਦਾ ਵੀ। ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਹਰ 1 ਘੰਟੇ ਇੱਕ ਕੋਵਿਡ ਦੇ ਨਾਲ ਮੌਤ ਹੋਣ ਦੀਆਂ ਖਬਰਾਂ ਆਉਣ ਲੱਗ ਪਈਆਂ, ਉਹ ਵੀ ਇੱਕ ਹਸਪੀਟਲ ਦੇ ਵਿੱਚ। ਉਹ ਖਬਰਾਂ ਬਹੁਤ ਖਤਰਨਾਕ ਨੇ। ਪਰ ਇੱਕ ਗੱਲ ਅਸੀਂ ਚੇਤੇ ਰੱਖੀਏ ਕਿ ਜਿਹੜੇ ਹਸਪੀਟਲ ਦਾ ਇਸ ਵੇਲੇ ਚਰਚਾ ਚੱਲਦਾ, ਮੌਤਾਂ ਉੱਥੇ ਉੱਦਾਂ ਵੀ ਹੁੰਦੀਆਂ ਸੀ, ਹੁਣ ਗਿਣਤੀ ਬਹੁਤ ਵਧੀ ਹੈ। ਹੁਣ ਸਾਡਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਉਹਨਾਂ ਖਬਰਾਂ ਨੂੰ ਦੇਖ ਕੇ ਘਬਰਾਉਣਾ, ਉਹਨਾਂ ਖਬਰਾਂ ਨੂੰ ਦੇਖ ਕੇ ਡਿਪਰੈਸ਼ਨ ਦੇ ਸ਼ਿਕਾਰ ਹੋਣਾ, ਨਿਰਾਸ਼ ਹੋ ਜਾਣਾ, ਉੱਦਾਂ ਹੀ ਦਿਲ ਜਿਹਾ ਘਟਣ ਲੱਗ ਪੈਣਾ, ਜਾਂ ਫਿਰ ਅਸੀਂ ਉਹਦੇ ਤੋਂ ਤਾਕਤ ਲੈਣੀ ਹੈ ਕਿ ਭਾਈ ਇਸ ਚੀਜ਼ ਨੂੰ ਰੋਕਣ ਦੇ ਵਿੱਚ ਯੋਗਦਾਨ ਕਿੱਦਾਂ ਪਾਈਏ। ਹੁਣ ਤੁਸੀਂ ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੋ ਗਈ ਨਾ ਕਿ ਸੋਸ਼ਲ ਮੀਡੀਆ ਦੇ ਵਿੱਚ ਜੋ ਸਾਨੂੰ ਦਿਖਾਇਆ ਜਾਂਦਾ, ਪੰਜਾਬ ਦੇ ਵਿੱਚ 100, 125, 150 ਸ਼ਹਿਰ ਨੇ, ਉਹਨਾਂ ਸਾਰੇ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਸਾਰਾ ਕੁਝ ਫੁੱਲ ਨਹੀਂ ਹੈਗਾ। ਪੰਜਾਬ ਦੇ 13,000 ਪਿੰਡ ਨੇ ਤੇ ਬਹੁਤੇ ਪਿੰਡਾਂ ਦੇ ਵਿੱਚ 2-2 ਸ਼ਮਸ਼ਾਨ ਘਾਟ ਵੀ, ਐਵਰੇਜ ਆਪਾਂ 20,000 ਸ਼ਮਸ਼ਾਨ ਘਾਟ ਲਾਉਂਦੇ ਆ। ਉਹ ਬਹੁਤ ਸਾਰੇ, ਬਹੁਤ ਗਿਣਤੀ ਸ਼ਮਸ਼ਾਨ ਘਾਟ ਇਦਾਂ ਦੇ ਨੇ ਜਿੱਥੇ ਪਿਛਲੇ 15 ਦਿਨਾਂ ਦੇ ਵਿੱਚ ਇੱਕ ਵੀ ਸੇਵਾ ਨਹੀਂ ਮਿਲਿਆ। ਪਰ ਕਿਉਂਕਿ ਉਹਨਾਂ ਦੀ ਖਬਰ ਨਹੀਂ ਨਾ ਬਣਨੀ, ਜਿਹੜੇ ਹਸਪੀਟਲ ਦੇ ਵਿੱਚ ਕੰਮ ਠੀਕ ਠਾਕ ਚੱਲਦਾ ਹੈ, ਜਿੱਥੇ ਕਿਸੇ ਦੀ ਵੀ ਮੌਤ ਨਹੀਂ ਹੋਈ, ਜਿੱਥੇ ਆਕਸੀਜਨ ਦਾ ਵੀ ਪ੍ਰਬੰਧ ਹੈਗਾ, ਉਹਦੀ ਖਬਰ ਨਹੀਂ ਬਣਨੀ। ਤੇ ਖਬਰ ਬਣਨ ਤੋਂ ਬਾਅਦ ਵੀ ਆਪਣੇ ਭਾਈਚਾਰੇ ਨੇ ਆਹ ਦੇਖੋ ਇੱਕ ਹੋਰ ਹੋਈ ਮੌਤ, ਆ ਵੀ ਹੋਈ, ਜਾਣੀ ਕਿ ਖਬਰ ਨੂੰ ਤੁਸੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਜ਼ਰੀਆ ਬਣਾਉਣਾ ਕਿ ਲੋਕਾਂ ਨੂੰ ਡਰਾਉਣ ਦਾ ਜ਼ਰੀਆ ਬਣਾਉਣਾ, ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ। ਤੇ ਆਖਰੀ ਗੱਲ ਸੰਧਾਲੀਆ ਸਾਹਿਬ ਜਿਹੜੀ ਮੈਂ ਕਹਿਣੀ ਹੈ ਕਿ ਬਾਰ-ਬਾਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੀਏ ਕਿ ਮੌਤਾਂ ਕਰੋਨਾ ਦੇ ਕਰਕੇ ਨਹੀਂ ਹੋ ਰਹੀਆਂ। ਕਰੋਨਾ ਲੋਕਾਂ ਨੂੰ ਚੁੰਬੜ ਰਿਹਾ, ਪਰ ਚੁੰਬੜ ਕੇ ਛੱਡ ਵੀ ਰਿਹਾ। ਪਰ ਜਦੋਂ ਕਰੋਨਾ ਲੋਕਾਂ ਨੂੰ ਹੋ ਜਾਂਦਾ ਤੇ ਉਹਦੇ ਤੋਂ ਠੀਕ ਹੋਣ ਦੇ ਵਿਚਾਲੇ ਜਿਹੜੀ ਸਾਨੂੰ ਸਿਹਤ ਦੀ ਸਹੂਲਤ ਚਾਹੀਦੀ ਹੁੰਦੀ ਹੈ, ਜੇ ਸਾਨੂੰ ਆਕਸੀਜਨ ਚਾਹੀਦੀ ਹੈ, ਕੋਈ ਸਾਨੂੰ ਦਵਾਈ ਚਾਹੀਦੀ ਹੈ, ਕੋਈ ਉੱਥੇ ਹੋਰ ਟੈਸਟ ਚਾਹੀਦੇ ਹੈ, ਜੇ ਕਰੋਨਾ ਹੋਣ ਤੋਂ ਕਰੋਨਾ ਦੇ ਖਤਮ ਹੋਣ ਤੱਕ ਸਾਨੂੰ ਉਹ ਚੀਜ਼ ਨਹੀਂ ਮਿਲਦੀ, ਬਹੁਤ ਗਿਣਤੀ ਮੌਤਾਂ ਉਹਦੇ ਕਰਕੇ ਹੋ ਰਹੀਆਂ। ਕਰੋਨਾ ਤੋਂ ਡਰਨ ਦੀ ਨਹੀਂ, ਕਰੋਨਾ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਬਸ ਹੁਣ ਇੱਥੇ ਜਿਹੜੀ ਗੱਲ ਮੈਨੂੰ ਲੱਗਦਾ ਕਿ ਕਰਨ ਦੀ ਲੋੜ, ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਭਾਈਚਾਰੇ ਵਾਲੀ ਗੱਲ ਕਰੀਏ, ਮੀਡੀਆ ਵਾਲਾ ਭਾਈਚਾਰਾ। ਹੁਣ ਜਦੋਂ ਆਪਾਂ
ਖਬਰ ਵਾਲੇ ਪਾਸੇ ਨੂੰ ਤੁਰਦੇ ਆ, ਭਾਵੇਂ ਮੋਟਰਸਾਈਕਲ ਤੇ ਲੱਤ ਦਿੱਤੀ ਹੋਵੇ ਜਾਂ ਗੱਡੀ 'ਚ ਬੰਦਾ ਬਹਿ ਕੇ ਗਿਆ ਹੋਵੇ, ਤੇ ਉਹ ਪੁੱਛਦਾ ਕੀ ਆ, ਕਿੱਧਰ ਹੈ ਫਿਰ ਪਟਾਕਾ ਪਿਆ। ਅਗਲਾ ਬੰਦਾ ਉਹ ਇੱਥੇ ਭਾਜੀ ਹਸਪਤਾਲ ਦੇ ਬਾਹਰ ਲੈਣਾ ਲੱਗੀਆਂ, ਆ ਜਾਓ ਫਟਾਫਟ। ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਆਪਾਂ 10 ਕੁ ਦਿਨ ਇੱਕ ਡਿਫਰੈਂਟ ਤਰ੍ਹਾਂ ਦੀ ਸੋਚ ਦੇ ਨਾਲ ਖਬਰਾਂ ਵਾਲੇ ਪਾਸੇ ਤੁਰ ਪਈਏ ਵੀ ਹਸਪਤਾਲ ਅੱਗੇ ਲੈਣਾ ਲੱਗੀਆਂ, ਲੋਕਾਂ 'ਚ ਮਾਰੋ ਮਾਰਾ, ਬੁਰਾ ਹਾਲ ਆ, ਇਹ ਖਬਰਾਂ ਪਹਿਲਾਂ ਅਸਰ ਕਰਦੀਆਂ ਹੋਣਗੀਆਂ। ਜਦੋਂ ਜੇ ਮੰਨ ਲਓ ਵੀ ਲੋਕ ਪਰੇਸ਼ਾਨ ਆ, ਤੁਸੀਂ ਉਹਨੂੰ ਇੱਕ ਖਬਰ ਦੇ ਰੂਪ 'ਚ ਵਿਖਾਉਂਦੇ ਹੋ, ਪ੍ਰਸ਼ਾਸਨ ਉੱਧਰ ਧਿਆਨ ਦਿੰਦਾ, ਕਿਉਂਕਿ ਪ੍ਰਸ਼ਾਸਨ ਵਿਹਲਾ ਹੁੰਦਾ। ਹੁਣ ਜਿਹੋ ਜਿਹੇ ਹਾਲਾਤ ਆ, ਮੈਨੂੰ ਇਹ ਲੱਗਦਾ ਵੀ ਪ੍ਰਸ਼ਾਸਨ ਦੇ ਕੋਲ ਆਪਣੇ ਕੋਲ ਵੀ ਟਾਈਮ ਨਹੀਂ ਹੈਗਾ ਵੀ ਯਾਰ ਹੁਣ ਕਰੀਏ ਤੇ ਕਰੀਏ ਕੀ। ਮੇਰੇ ਖਿਆਲ ਨਾਲ ਜੇ ਉਦੋਂ ਇਸ ਮੌਕੇ ਦੇ ਉੱਪਰ ਉਹ ਵਾਲੀਆਂ ਖਬਰਾਂ ਵਿਖਾਤੀਆਂ ਜਾਣ, ਜਿੱਦਾਂ ਕੁਝ ਹੁਣ ਸਾਹਮਣੇ ਆਉਣ ਵੀ ਲੱਗ ਪਈਆਂ ਵੀ ਫਲਾਨੀ ਥਾਂ ਦੇ ਉੱਪਰ ਫਲਾਨੀ ਜਿਹੜੀ ਕੋਈ ਸੰਸਥਾ ਯਾਰ ਉਹ ਹੈਲਪ ਕਰਦੀ ਪਈ ਹੈ, ਫਲਾਨੀ ਥਾਂ ਦੇ ਉੱਪਰ ਫਲਾਨੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਉਹ ਚੇਅਰਾਂ 'ਤੇ ਬੈਠੇ ਨੇ ਲੋਕ ਮਰੀਜ਼, ਪਰ ਫਿਰ ਵੀ ਉਹਨਾਂ ਨੂੰ ਫ੍ਰੀ ਆਕਸੀਜਨ ਦਿੱਤੀ ਜਾ ਰਹੀ ਹੈ, ਫਲਾਨੇ ਥਾਂ ਦੇ ਉੱਪਰ ਫਲਾਨੀ ਜਗ੍ਹਾ ਦੇ ਉੱਪਰ ਆਹ ਵਾਲਾ ਜਿਹੜਾ ਏਰੀਆ ਉਹਦੇ ਵਿੱਚ ਇਸ ਤਰ੍ਹਾਂ ਦੇ ਮਰੀਜ਼ ਸੀਗੇ, ਪਰ ਉਹਨਾਂ ਨੇ ਆਹ ਤਰੀਕੇ ਅਪਣਾਏ ਤੇ ਉਹ ਬਚ ਗਏ। ਇਹ ਵੀ ਹੋ ਸਕਦਾ ਵੀ ਕੋਈ ਬੰਦਾ ਪਿਛਲੇ ਸਮੇਂ ਦੇ ਵਿੱਚ ਇਸ ਸਾਰੇ ਦੌਰ ਦੇ ਵਿੱਚੋਂ ਨਿਕਲਿਆ ਹੋਵੇ, ਘਰ 'ਚ ਬੜੀ ਪਰੇਸ਼ਾਨੀ ਹੋਵੇ, ਸਾਰੇ ਬੜੀ ਪਰੇਸ਼ਾਨੀ ਹੋਵੇ, ਪਰ ਉਹਨਾਂ ਨੇ ਉਸ ਲੜਾਈ ਦੇ ਉੱਪਰੋਂ ਆਪਣੇ ਆਪ ਨੂੰ ਜਿੱਤ ਲਿਆ। ਹੁਣ ਉਸ ਬੰਦੇ ਦੀਆਂ ਗੱਲਾਂ, ਉਸ ਬੰਦੇ ਨਾਲ ਬਾਤਾਂ, ਉਸ ਬੰਦੇ ਦਾ ਉਹ ਪਿਛਲਾ ਜਿੰਨੇ ਦਿਨ ਵੀ ਉਹ ਸਾਰੇ ਕੁਛ ਦੇ ਵਿੱਚੋਂ ਲੰਘਿਆ ਤੇ ਉਸ ਤੋਂ ਬਾਅਦ ਉਹ ਠੀਕ ਹੋਇਆ, ਉਹ ਗੱਲਾਂ ਜੇ ਵੱਧ ਹੋਣਗੀਆਂ ਤੇ ਬੰਦੇ ਨੂੰ ਇਹ ਸਗੋਂ ਜ਼ਿਆਦਾ ਪ੍ਰਭਾਵ ਨਹੀਂ। ਜੇ ਕੋਈ ਜਿੱਦਾਂ ਤੁਸੀਂ ਹੁਣੇ ਕਿਹਾ ਵੀ ਜੇ ਇੰਨੇ ਪਿੰਡਾਂ ਦੇ ਵਿੱਚ ਇੰਨੇ ਸ਼ਮਸ਼ਾਨ ਘਾਟ ਹੈ ਜਿੱਦਾਂ ਹਰੇਕ 'ਚ ਤਾਂ ਲੈਣਾ ਨਹੀਂ ਲੱਗੀਆਂ, ਤੇ ਜੇ ਆਪਾਂ ਉਹ ਪੋਜ਼ਿਟਿਵ ਪੱਖ ਵਿਖਾਉਣ ਲੱਗ ਪਈਏ ਤੇ ਸ਼ਾਇਦ ਜਿਹੜਾ ਬੰਦਾ, ਜਿੱਦਾਂ ਮੈਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਜਿਹਨੂੰ ਨਾ ਕੋਈ ਐਕਸਪੋਜ਼ਰ ਹੈ, ਨਾ ਕੋਈ ਖਤਰਾ, ਨਾ ਕੋਈ ਗੱਲ ਹੈ, ਸਿਰਫ ਉਹ ਖਬਰ ਵੇਖ ਕੇ ਡਿਪਰੈਸ਼ਨ ਜਾ ਰਿਹਾ, ਉਹ ਤਾਂ ਬਾਜੂ ਨੂੰ ਇਹ ਤਾਂ ਲੱਗੂ ਵੀ ਨਹੀਂ ਯਾਰ ਸਹਿਕਦੇ ਆਪਾਂ, ਠੀਕ ਆ, ਬਚ ਜਾਵਾਂਗੇ, ਕੋਈ ਗੱਲ ਨਹੀਂ। ਸੰਧਾਲੀਆ ਸਾਹਿਬ 3 ਕਰੋੜ ਤੋਂ ਉੱਪਰ ਦੀ ਪੰਜਾਬ ਦੀ ਆਬਾਦੀ ਆ, 3 ਕਰੋੜ ਤੇ ਪੰਜਾਬ ਦੇ ਵਿੱਚੋਂ ਕੇਸ ਕਿੰਨੇ ਆ ਰਹੇ ਨੇ? ਉਹ ਕੇਸ ਮੈਂ ਇਹ ਨਹੀਂ ਕਹਿਣਾ ਕਿ ਉਹ ਖਤਰਾ ਛੋਟਾ ਹੈ, ਪਰ ਕੇਸ ਬਹੁਤ ਥੋੜੇ ਨੇ, ਬਾਕੀ ਲੋਕ ਠੀਕ ਨੇ। ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ। ਅੱਜ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਤੁਸੀਂ ਸਿੱਕੇ ਦਾ ਦੂਸਰਾ ਪਾਸਾ ਦੇਖੋ। ਦੇਖਣਾ ਕਿੱਦਾਂ ਆ? ਜੇ ਇਹ ਖਬਰ ਆਉਂਦੀ ਆ ਨਾ ਕਿ ਕੋਈ ਬੰਦਾ ਆਕਸੀਜਨ ਦੀ ਘਾਟ ਦੀ ਕਰਕੇ ਮੌਤ ਦੇ ਮੂੰਹ ਚਲੇ ਗਿਆ, ਉਹ ਆਮ ਬੰਦੇ ਦੇ ਮੇਰੇ ਤੁਹਾਡੇ ਵੱਸ ਦੀ ਗੱਲ ਨਹੀਂ। ਪਰ ਜਦੋਂ ਅਸੀਂ ਇਹ ਖਬਰ ਦੇਖ ਕੇ ਪਰੇਸ਼ਾਨ ਹੋ ਜਾਂਦੇ ਆ ਕਿ ਜੌਨਪੁਰ ਦੇ ਵਿੱਚ ਇੱਕ ਬਜ਼ੁਰਗ ਆਪਣੀ ਧਰਮ ਪਤਨੀ ਨੂੰ, ਉਹ ਮਰ ਗਈ, ਉਹਨੂੰ ਸਾਈਕਲ ਤੇ ਪਾ ਕੇ ਲਿਜਾਂਦਾ ਸੀ ਤਾਂ ਪਿੰਡ ਵਾਲਿਆਂ ਨੇ ਨਦੀ ਦੇ ਕਿਨਾਰੇ ਵੀ ਸੰਸਕਾਰ ਨਹੀਂ ਕਰਨ ਦਿੱਤਾ, ਉਹ ਫਿਰ ਵਾਪਸ ਲਿਆਉਂਦਾ ਸੀ, ਉਹਦੀ ਹਿੰਮਤ ਹਾਰ ਗਈ, ਸਾਈਕਲ ਵੀ ਉੱਥੇ ਹੀ ਡਿੱਗ ਪਿਆ ਤੇ ਉਹਦੀ ਘਰਵਾਲੀ ਦੀ ਲਾਸ਼ ਵੀ। ਇਹ ਖਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ। ਪਰ ਤੁਸੀਂ ਇਹ ਗੱਲ ਦੇਖੋ ਕਿ ਘਰਵਾਲੀ ਦੀ ਮੌਤ ਹੋ ਚੁੱਕੀ ਹੈ, ਸਾਨੂੰ ਪਤਾ ਕਿ PPE ਕਿੱਟ ਪਾ ਕੇ ਜਾਂ ਸਾਵਧਾਨੀ ਦੇ ਨਾਲ ਅਸੀਂ ਉਹਦੀ ਲਾਸ਼ ਨੂੰ ਮੋਢਾ ਦੇ ਸਕਦੇ ਹਾਂ। ਹੁਣ ਇਹ ਗੱਲ ਪਿੰਡ ਦੇ ਵਿੱਚ ਹੱਲ ਹੋ ਸਕਦੀ ਹੈ। ਜੇ ਕੋਈ ਬੰਦਾ ਕਹਿੰਦਾ ਜੀ ਉਹਨੂੰ ਵੇਲੇ ਸਿਰ ਵਹੀਕਲ ਨਹੀਂ ਮਿਲਿਆ, ਉਹ ਮਰੀਜ਼ ਨੂੰ ਸਾਈਕਲ ਤੇ ਲੈ ਕੇ ਜਾਂਦਾ ਸੀ ਤੇ ਰਾਹ ਦੇ ਵਿੱਚ ਦਮ ਤੋੜ ਗਿਆ। ਜੇ ਸਾਡੇ ਘਰ 'ਚ ਕਾਰ ਖੜੀ ਹੈ, ਤੁਹਾਡੇ ਘਰ 'ਚ ਕਾਰ ਖੜੀ ਹੈ, ਸਰਪੰਚ ਦੇ ਘਰ 'ਚ ਕਾਰ ਖੜੀ ਹੈ, ਇਹਦਾ ਮਤਲਬ ਹੈ ਕਿ ਉਹ ਖਬਰ ਵੀ ਰੋਕੀ ਜਾ ਸਕਦੀ ਸੀ। ਜੌਨਪੁਰ ਵਾਲੀ ਖਬਰ ਵੀ ਰੁਕ ਸਕਦੀ ਸੀ, ਆਹ ਵੀ ਖਬਰ ਰੁਕ ਸਕਦੀ ਸੀ, ਬੰਦਾ ਵੇਲੇ ਸਿਰ ਹਸਪੀਟਲ ਪਹੁੰਚ ਸਕਦਾ ਸੀ। ਤੇ ਜੇ ਅੱਧਿਓਂ ਵੱਧ ਖਬਰਾਂ ਮੈਂ ਗਰੰਟੀ ਨਾਲ ਕਹਿਣਾ ਐਸੀਆਂ ਕਿ ਜਦੋਂ ਸਰਕਾਰਾਂ ਫੇਲ ਹੋਈ ਜਾਂਦੀਆਂ, ਜਦੋਂ ਪ੍ਰਸ਼ਾਸਨ ਫੇਲ ਹੋਈ ਜਾਂਦਾ, ਜਦੋਂ ਸਿਸਟਮ ਫੇਲ ਹੋਈ ਜਾਂਦਾ, ਲੋਕ ਥੋੜੇ ਜਿਹਾ ਅੱਗੇ ਆਉਣ ਤਾਂ ਬਹੁਤੀਆਂ ਖਬਰਾਂ ਜਿਹੜੀਆਂ ਵੈਸੇ ਹੀ ਬੰਦ ਹੋ ਸਕਦੀਆਂ। ਅੱਜ ਕਿੱਡੀ ਵੱਡੀ ਗੱਲ ਹੈ ਕਿ ਜੀ ਸ਼ਮਸ਼ਾਨ ਘਾਟ ਦੇ ਵਿੱਚ ਬਾਲਣ ਨਹੀਂ ਮਿਲਦਾ। ਪਹਿਲੀ ਗੱਲ ਹੈ ਕਿ ਸ਼ਮਸ਼ਾਨ ਘਾਟ ਤੱਕ ਬੰਦੇ ਨੂੰ ਜਾਣ ਦੀ ਲੋੜ ਨਾ ਪਵੇ, ਉਹ ਵੀ ਜਦੋਂ ਕਵੇਲਾ ਜਿਹਾ ਹੋਵੇ ਨਾ, ਜਦੋਂ ਜਾਣ ਦੀ ਰੁੱਤ ਨਾ ਹੋਵੇ, ਜਦੋਂ ਉਮਰ ਨਾ ਜਾਣਦੀ ਹੋਵੇ। ਪਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕੋਈ ਵੀ ਸੂਬਾ ਐਸਾ ਹੈਗਾ ਜਿੱਥੇ ਬਾਲਣ ਹੈ ਨਹੀਂ। ਇਹਦਾ ਮਤਲਬ ਹੈ ਕਿ ਕਿਤੇ ਬਾਲਣ ਪਿਆ, ਕਿਤੇ ਲੋੜ ਹੈ, ਉਹ ਬਸ ਵੇਲੇ ਸਿਰ ਉਹ ਚੀਜ਼ ਉੱਥੇ ਪਹੁੰਚ ਨਹੀਂ ਰਹੀ ਤੇ ਉਹ ਖਬਰ ਬਣ ਰਹੀ ਹੈ। ਤੇ ਜਦੋਂ ਖਬਰ ਬਣ ਰਹੀ ਹੈ ਤੇ ਲੋਕ ਫਿਰ ਇਕੱਲੇ ਹੁੰਦੇ ਆ, ਸਾਡੇ ਕਮਿਊਨੀਕੇਸ਼ਨ ਨਹੀਂ ਹੋ ਰਿਹਾ। ਭੂਆ ਫੋਨ ਕਰੂਗੀ ਭਤੀਜੀ ਨੂੰ, ਉਹਨੇ ਵੀ 2 ਖਬਰਾਂ ਆਪਣੇ ਪਿੰਡ ਦੀਆਂ ਉਦਾਂ ਦੀਆਂ ਸੁਣਾਉਣੀਆਂ, ਉਹਨੇ ਵੀ ਸੁਣਾਉਣੀਆਂ, ਵਾਪਰੀਆਂ ਤਾਂ ਸੁਣਾਉਣੀਆਂ। ਪਰ ਪਿੰਡ ਦੇ ਵਿੱਚ ਜੇ 800 ਦੀ ਆਬਾਦੀ ਆ ਤੇ ਖਬਰਾਂ 2 ਬੰਦਿਆਂ ਦੀਆਂ ਬਣਦੀਆਂ। 798 ਜਿਹੜਾ ਬੰਦਾ ਤੰਦਰੁਸਤ ਹੈ, ਉਹਦੀ ਖਬਰ ਨਾ ਤਾਂ ਬਣ ਰਹੀ ਹੈ, ਨਾ ਬਣਾਈ ਜਾ ਰਹੀ ਹੈ। ਸਾਨੂੰ ਡਰ ਦੇ ਵਿੱਚੋਂ ਨਿਕਲਣਾ ਚਾਹੀਦਾ ਤੇ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ, ਉਹਦੀਆਂ ਖਬਰਾਂ ਘਟ ਜਾਣਗੀਆਂ। ਦੂਜੀ ਗੱਲ ਜਿਹੜਾ ਕਿ ਆਪਣਾ ਅੱਜ ਕੱਲ ਮੋਬਾਈਲ ਵਾਲਾ ਮੀਡੀਆ ਹੈ, ਜਿਹਦੇ ਕੋਲ ਵੀ ਮੋਬਾਈਲ, ਉਹ ਬੰਦਾ ਵੀਡੀਓ ਭਾਲ, ਆਹ ਬਣਾ ਕੇ ਪਾ ਓਏ, ਇਹਦੇ ਨਾਲ ਬਣਨੀ ਹੈ ਗੱਲ। ਮੇਰੇ ਖਿਆਲ ਨਾਲ ਉਹ ਵੀ ਥੋੜਾ ਜਿਹਾ ਆਪਣਾ ਕੈਮਰਾ ਉਧਰੋਂ ਘੁਮਾ ਕੇ ਕਿਸੇ ਚੰਗੇ ਵਾਲੇ ਪਾਸੇ ਲਾ ਦਿੰਦੇ, ਸਗੋਂ ਉਹ ਵੀ ਇੱਕ ਤਰ੍ਹਾਂ ਦੀ ਚੀਜ਼ ਵਾਇਰਲ ਹੋ ਜਾਵੇ। ਕਿਉਂਕਿ ਇਹ ਰਿਵਾਜ ਹੀ ਹੈ ਨਾ ਆਪਣੇ ਬਣ ਗਿਆ ਵੀ ਜੇ ਮੰਨ ਲਓ ਕੋਈ ਸੜਕ ਤੇ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਤੜਫਦਾ ਪਿਆ, ਤੇ ਉਹਦੇ ਘੇਰੇ 100-50 ਬੰਦਾ ਜ਼ਰੂਰ ਖਲੋਤਾ ਹੁੰਦਾ, 10-15 ਜਣੇ ਫੋਟੋਆਂ ਖਿੱਚ ਕੇ ਵੀਡੀਓ ਵੀ ਬਣਾਉਂਦੇ ਹੁੰਦੇ ਆ, ਉਹ ਲੋਕ ਖੜ ਕੇ ਵੇਖ ਕੇ ਚਲੇ ਵੀ ਜਾਂਦੇ ਆ। ਪਰ ਆਪਾਂ ਕਈ ਵਾਰ ਇਹ ਜ਼ਿਕਰ ਕੀਤਾ ਵੀ ਜੇ ਉਹ ਅੱਧਾ ਘੰਟਾ ਫਿਲਮ, ਮੂਵੀਆਂ, ਫੋਟੋਆਂ ਨਾ ਬਣਾਈਆਂ ਜਾਣ ਤੇ ਸਗੋਂ ਉਹਨੂੰ ਚੱਕ ਕੇ ਕਿਸੇ ਨਾ ਕਿਤੇ ਪਹੁੰਚਾ ਦੇ ਜਾਵੇ ਤਾਂ ਸਗੋਂ ਜਾਨ ਬਚ ਸਕਦੀ। ਪਰ ਉਹ ਪਤਾ ਨਹੀਂ ਕਿਉਂ, ਜਾਂ ਤਾਂ ਸਾਡੀ ਗਰੂਮਿੰਗ ਹੀ ਇਦਾਂ ਹੋ ਗਈ ਆ ਵੀ ਅਸੀਂ ਇਹੋ ਕੋਸ਼ਿਸ਼ ਕਰਨਾ ਵੀ ਇੱਕ ਤਰ੍ਹਾਂ ਨਾਲ ਤੁਸੀਂ ਸੱਪ ਨੂੰ ਆਪਣੇ ਸਾਹਮਣੇ ਜਾਂਦਾ ਪਹਿਲਾਂ ਦੇਖ ਲਓ, ਫਿਰ ਤੁਸੀਂ ਡਾਂਗ ਫੜਨੀ ਹੈ ਤੇ ਫਿਰ ਲੀਕ ਕੁੱਟਣੀ ਹੈ। ਮੇਰੇ ਖਿਆਲ ਨਾਲ ਇਹ ਸੁਭਾਅ ਛੱਡਦੀ ਹੈ ਤੇ ਕੁਛ ਨਾ ਕੁਛ ਬਲ ਸਕਦਾ। ਛੱਡਣਾ ਚਾਹੀਦਾ। ਸੰਧਾਲੀਆ ਸਾਹਿਬ ਖਬਰ ਨੂੰ ਦੇਖਣ ਦੇ ਪੱਖ ਨੇ,
ਨਾਗਪੁਰ ਭਾਰਤ ਦਾ ਬੜਾ ਵੱਡਾ ਸ਼ਹਿਰ ਹੈ। ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਦੁਹਰਾ ਰਿਹਾ, ਕਿਉਂਕਿ ਉਹਦੇ ਨਾਲ ਸਿੱਕੇ ਦੇ ਦੋਨੇ ਪਾਸੇ ਨੇ। ਕੀ ਦੇਖਣਾ, ਉਹ ਸਾਡੀ ਮੈਂਟੈਲਿਟੀ ਤੇ ਮਾਨਸਿਕਤਾ ਤੇ ਨਿਰਭਰ ਕਰਦਾ। 80-85 ਸਾਲ ਦਾ ਬਜ਼ੁਰਗ ਹਸਪਤਾਲ ਦੇ ਵਿੱਚ ਦਾਖਲ ਹੈ। ਉਹ ਦਾਖਲ ਹੈ ਤੇ ਮਸਾਂ ਬੈੱਡ ਮਿਲਿਆ ਸੀ ਉਹਨੂੰ। ਆਪਾਂ ਸਾਰਿਆਂ ਨੂੰ ਪਤਾ ਕਿ ਬਿਸਤਰੇ ਨਹੀਂ ਮਿਲ ਰਹੇ, ਬੈੱਡ ਨਹੀਂ ਮਿਲ ਰਹੇ ਹਸਪਤਾਲਾਂ ਦੇ ਵਿੱਚ। ਕਰੋਨਾ ਉਹਨੂੰ ਹੋਇਆ, ਉਹ ਹੁਣ ਉੱਥੇ ਠੀਕ ਹੋ ਰਿਹਾ ਹੌਲੀ ਹੌਲੀ। ਅਚਾਨਕ ਉਹਨੂੰ ਬਾਹਰ ਰਿਸੈਪਸ਼ਨ ਤੋਂ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣਦੀ ਹੈ। ਰੋਣ ਦੀ ਆਵਾਜ਼ ਸੁਣਦੀ ਹੈ ਤਾਂ ਔਰਤ ਕਹਿੰਦੀ ਕਿ 40 ਸਾਲ ਦਾ ਮੇਰਾ ਘਰ ਵਾਲਾ, 3 ਸਾਡੇ ਨਿਆਣੇ, ਇਹਨੂੰ ਕਰੋਨਾ ਹੋ ਗਿਆ, ਇਹਨੂੰ ਆਕਸੀਜਨ ਦੀ ਲੋੜ ਹੈ, ਇਹਨੂੰ ਬੈੱਡ ਦੀ ਲੋੜ ਹੈ। ਤੇ ਉਹ ਰਿਸੈਪਸ਼ਨਿਸਟ ਕਹਿੰਦੀ ਹੈ ਜੀ ਸਾਡੇ ਬਿਸਤਰਾ ਕੋਈ ਹੈ ਹੀ ਨਹੀਂ, ਬੈੱਡ ਕੋਈ ਹੈ ਹੀ ਨਹੀਂ, ਜੇ ਹੁੰਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦਾਖਲ ਕਰਦੇ, ਸਾਡੇ ਕੋਲੇ ਨਹੀਂ ਹੈ, ਇਹਨੂੰ ਕਿਤੇ ਹੋਰ ਲੈ ਜਾਓ। ਹੁਣ ਬਜ਼ੁਰਗ ਨੇ ਇੱਕ ਵਾਰੀ ਸੁਣਿਆ, ਉਹਨੂੰ ਤਾਂ ਆਪ ਮਸੀਂ ਬਿਸਤਰਾ ਮਿਲਿਆ ਕਈ ਦਿਨ ਪਹਿਲਾਂ। ਉਹ ਉੱਠਿਆ, ਉੱਠ ਕੇ ਰਿਸੈਪਸ਼ਨਿਸਟ ਦੇ ਦੂਰੋਂ ਜਾ ਕੇ ਉਹਨੇ ਆਵਾਜ਼ ਮਾਰੀ ਤੇ ਉਹ ਕਹਿੰਦਾ ਜੀ ਦੇਖੋ ਗੱਲ ਇਹ ਹੈ, ਮੈਂ ਪਰਿਵਾਰ ਦਾ ਕਮਾਊ ਜੀ ਨਹੀਂ ਹੈਗਾ, ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਤੀਆਂ, ਨਿੱਕੇ ਨਿਆਣੇ ਵਿਆਹ ਤੇ, ਮੈਨੂੰ ਲੱਗਦਾ ਕਿ ਮੈਂ ਸਾਰਾ ਕੁਝ ਜੋ ਇੱਕ ਦੁਨੀਆ ਦੇ ਵਿੱਚ ਰਹਿ ਕੇ ਕਰਨਾ ਸੀ ਕਰ ਦਿੱਤਾ, ਤੁਸੀਂ ਮੇਰੇ ਵਾਲਾ ਬਿਸਤਰਾ ਇਹਨੂੰ ਦੇ ਦਿਓ। ਇਹ ਜੇ 40 ਸਾਲਾਂ ਦਾ ਨਿਆਣੇ, ਇਹਦੇ ਛੋਟੇ ਆ, ਘਰ ਦਾ ਕੱਲਾ ਕੱਲਾ ਕਮਾਊ ਜੀ ਹੈ, ਮੈਨੂੰ ਕੁਝ ਹੋ ਗਿਆ, ਪਰਿਵਾਰ ਨੂੰ ਘਾਟਾ ਤਾਂ ਬਹੁਤ ਪਊਗਾ ਪਰ ਕੋਈ ਭੁੱਖਾ ਨਹੀਂ ਮਰੂਗਾ, ਪਰ ਜੇ ਇਹਨੂੰ ਕੁਝ ਹੋ ਗਿਆ 3 ਨਿਆਣੇ ਭੁੱਖੇ ਮਰ ਜਾਣਗੇ, ਇਹਦੀ ਘਰ ਵਾਲੀ ਕਿੱਥੇ ਧੱਕੇ ਖਾਊਗੀ, ਇੱਕੋ ਇੱਕ ਕਮਾਊ ਜੀ ਹੈ। ਉਹ ਕਹਿੰਦੇ ਅਸੀਂ ਇਹਦਾ ਥੋੜੀ ਕਰ ਸਕਦੇ ਹਾਂ। ਉਹ ਕਹਿੰਦਾ ਮੈਂ ਲਿਖ ਕੇ ਦਿੰਨਾ। ਉਹਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਗਰੰਟੀ ਤੇ ਜਾ ਰਿਹਾ, ਮੇਰੇ ਤੇ ਕੋਈ ਦਬਾਅ ਨਹੀਂ ਹੈ, ਮੈਂ ਚਾਹੁੰਦਾ ਕਿ ਇਹ ਬੰਦਾ ਬਚੇ। ਬਜ਼ੁਰਗ ਘਰੇ, ਉਹ ਬੰਦਾ 40 ਸਾਲ ਦਾ ਜਿਹੜਾ ਉੱਥੇ ਉਹਨੂੰ ਆਕਸੀਜਨ ਲਾਈ, ਉਹ ਬੰਦਾ ਠੀਕ ਹੈ। ਬਜ਼ੁਰਗ ਤੀਸਰੇ ਦਿਨ ਚੜ੍ਹਾਈ ਕਰ ਗਿਆ। ਹੁਣ ਇਹਦੇ ਵਿੱਚ ਤਾਂ ਇੱਕ 80-85 ਸਾਲ ਦੇ ਬਜ਼ੁਰਗ ਦੀ ਕੁਰਬਾਨੀ ਹੈ ਕਿ ਭਾਈ ਉਹਨੇ ਦੇਖਿਆ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਆ, ਨਹੀਂ ਤਾਂ ਕੋਈ ਉਹਨੂੰ ਡਾਂਗ ਥੋੜੀ ਮਾਰ ਦੇਣ ਲੱਗਾ ਸੀ। ਉਹਨੇ ਕਿਸੇ ਦੇ ਬਾਰੇ ਸੋਚਿਆ ਕਿ ਭਾਈ ਉਸ ਬੰਦੇ ਦਾ ਸਮਾਜ ਦੇ ਵਿੱਚ ਇਸ ਵੇਲੇ ਯੋਗਦਾਨ ਕੀ ਹੈ। ਤੇ ਦੂਸਰੀ ਗੱਲ, ਅਸੀਂ ਇਹਨੂੰ ਇੱਕ ਪੋਜ਼ਿਟਿਵ ਢੰਗ ਦੇ ਨਾਲ ਦੇਖੀਏ ਕਿ ਆਪੋ ਆਪਣੀ ਡਿਊਟੀ ਨਿਭਾਈਏ ਜਿੱਥੇ ਕਿਤੇ ਨਿਭਾ ਸਕਦੇ ਆ। ਤੇ ਦੂਸਰੀ ਗੱਲ, ਇਹ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਜਾ ਕਿੱਧਰ ਨੂੰ ਰਹੀਆਂ। ਮਹਾਰਾਸ਼ਟਰ ਦੇਖੋ ਕਿੱਡਾ ਵੱਡਾ ਸੂਬਾ, ਸਾਰਾ ਫਿਲਮ ਸਟਾਰਾਂ ਦਾ ਜਿਹੜਾ ਜਮਾਵੜਾ ਉੱਥੇ ਲੱਗਾ ਰਹਿੰਦਾ, ਗਰੁੱਪ ਦਾ ਗਰੁੱਪ, ਕੁਨਬੇ ਦਾ ਕੁਨਬਾ ਉੱਥੇ ਬੈਠਾ। ਐਡੇ ਐਡੇ ਵੱਡੇ ਉੱਥੋਂ ਦੇ ਲੀਡਰ ਨੇ, ਕਦੇ ਸ਼ਰਦ ਪਵਾਰ ਆ ਗਿਆ, ਕਦੇ ਉਧਵ ਠਾਕਰੇ ਆ ਗਏ, ਕਦੇ ਮੇਰੇ ਖਿਆਲ ਫਡਨਵੀਸ ਸਾਹਿਬ ਵੀ ਤਾਂ ਉੱਥੇ ਦੇ ਨੇ। ਉਹ ਸਾਰੇ ਬੰਦੇ ਸਾਰੀਆਂ ਪਾਰਟੀਆਂ ਦੇ, ਕਾਂਗਰਸ ਦੇ ਬੜੇ ਬੰਦੇ ਨੇ। ਉਹਨਾਂ ਨੂੰ ਇਸ ਗੱਲ ਤੋਂ ਵੇਲ ਨਹੀਂ ਮਿਲਦੀ ਕਿ ਕਿਹਨਾਂ ਦੇ ਬੰਦੇ ਤੋੜ ਕੇ ਅਸੀਂ ਰਾਤੋਂ ਰਾਤ ਤੜਕੇ ਸਹੁੰ ਚੁਕਾ ਕੇ ਸਰਕਾਰ ਬਣਾ ਦਈਏ। ਜੇ ਸਰਕਾਰਾਂ ਨੇ ਚੱਜ ਦੇ ਕੰਮ ਉੱਥੇ ਕੀਤੇ ਹੁੰਦੇ ਤਾਂ ਅੱਜ ਬਜ਼ੁਰਗ ਦਾ ਮੰਜਾ ਵੀ ਉਸ 40 ਸਾਲ ਦੇ ਬੰਦੇ ਦੇ ਨਾਲ ਡਿੱਠਿਆ ਹੁੰਦਾ। ਉਸ ਬੰਦੇ ਨੇ ਆਪਣੀ ਡਿਊਟੀ ਪੂਰੀ ਕੀਤੀ ਹੈ, ਸਾਡੇ ਲੀਡਰਾਂ ਨੇ ਡਿਊਟੀ ਪੂਰੀ ਨਹੀਂ ਕੀਤੀ। ਪੋਜ਼ਿਟਿਵ ਨੈਗੇਟਿਵ ਦੋਨੇ ਹੀ ਪੱਖ ਨੇ, ਲੈਣਾ ਕੀ ਹੈ ਉਹ ਸਾਡੇ ਤੇ ਨਿਰਭਰ ਕਰਦਾ। ਮੁਸ਼ਕਿਲ ਇਹ ਨਾ WhatsApp ਜਿਹੜੀ ਤੁਸੀਂ ਸਟੋਰੀ ਹੁਣੇ ਸੁਣਾਈ ਆ, ਉਹਦੇ ਜਿਹੜਾ ਆਮ ਬੰਦਾ ਉਹ 40 ਸਾਲ ਦੇ ਮਰੀਜ਼ ਵਾਲੀ ਸਿਚੁਏਸ਼ਨ 'ਚ ਹੈ ਜਾਂ ਉਹ 80 ਸਾਲ ਦੇ ਬਜ਼ੁਰਗ ਵਾਲੀ ਸਿਚੁਏਸ਼ਨ 'ਚ ਹੈ, ਜਿਹਨੂੰ ਪਤਾ ਹੈ ਕਿ ਵੀ ਮੰਜਾ ਨਹੀਂ ਮਿਲਣਾ। ਇਸ ਕਰਕੇ ਉਹ ਜ਼ਿੰਦਗੀ ਮੌਤ ਦੀ ਲੜਾਈ ਦੇ ਹਿਸਾਬ ਨਾਲ ਸੋਚੂਗਾ। ਰਹੀ ਗੱਲ ਲੀਡਰਾਂ ਦੀ, ਉਹਨਾਂ ਨੂੰ ਪਤਾ ਹੈ ਵੀ ਯਾਰ ਸਾਡਾ ਫਿਕਰ ਕਰਨ ਵਾਲੇ ਬੰਦੇ ਬੈਠੇ ਆ, ਮਾੜੀ ਜੀ ਛਿੱਕ ਵੀ ਆ ਗਈ, ਥੋੜਾ ਜਿਹਾ 2 ਤੁਪਕੇ ਮਤਲਬ ਪਾਣੀ ਵੀ ਵਗ ਗਿਆ ਨੱਕ ਚੋਂ, ਤੇ ਨਾਲ ਹੀ ਅਗਲੇ ਨੇ ਐਂਬੂਲੈਂਸ ਚੱਕ ਕੇ ਤੇ 5 ਸਟਾਰ ਟ੍ਰੀਟਮੈਂਟ ਦੇ ਹਿਸਾਬ ਨਾਲ ਕੈਂਪ ਕਰਕੇ ਤੇ ਭੇਜ ਦੇਣਾ ਕਰੇ। ਇਸ ਕਰਕੇ ਜਦੋਂ ਉਹਨੂੰ ਪਤਾ, ਜਦੋਂ ਉਹਨੂੰ ਫਿਕਰ ਹੀ ਨਹੀਂ ਹੈਗਾ ਵੀ ਯਾਰ ਕੋਈ ਟੈਨਸ਼ਨ ਨਹੀਂ, ਤੇ ਫਿਰ ਵਿਹਲੇ ਦਿਮਾਗ 'ਚ ਅਗਲੇ ਰਾਜਨੀਤੀ ਨਾਲ ਘੋਟਣ ਤੇ ਹੋਰ ਕੀ ਕਰ। ਨਹੀਂ, ਗੱਲ ਤਾਂ ਤੁਹਾਡੀ ਸੰਧਾਲੀਆ ਸਭ ਠੀਕ ਹੈ। ਇੱਕ ਪਾਸੇ ਤੁਸੀਂ ਕਹਿੰਦੇ ਨਾ ਵੀ ਤੁਸੀਂ ਲੀਡਰ, ਹੁਣ ਫਿਰ ਮੈਨੂੰ ਲੀਡਰਾਂ ਵਾਲਾ ਪੱਖ ਵੀ ਰੱਖਣਾ ਪੈਂਦਾ, ਯਾਰ ਮੈਂ ਕੀ ਕਰਾਂ। ਨਹੀਂ, ਜੇ ਨਾ ਰੱਖਾਂਗੇ ਸਮਝ ਨਹੀਂ ਆਉਣੀ। ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਦੋਨੋਂ ਪੱਖ ਰੱਖੇ ਜਾਂਦੇ ਆ। ਹੁਣ ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਸਾਡੇ ਲੀਡਰ ਕਈ ਵਾਰੀ ਆਪਣੇ ਹਲਕੇ ਦੇ ਵਿੱਚ ਕੋਈ ਵੱਡੀ ਘਟਨਾ ਘਟੀ ਹੋਵੇ ਤਾਂ ਤੀਜੇ ਦਿਨ ਪਹੁੰਚਦੇ ਨੇ, ਸਿਹਤ ਨਹੀਂ ਸੀ ਠੀਕ, ਬਹੁਤ ਔਖੇ ਸੀ। ਹੁਣ ਗਾਜ਼ੀਆਬਾਦ ਦੇ ਵਿੱਚ ਇੱਕ ਬੰਦਾ ਦਾਖਲ ਹੈ, ਦੇਖੋ ਪੋਜ਼ਿਟਿਵ ਕਹਾਣੀਆਂ ਕਿੰਨੀਆਂ ਨੇ। ਉਹਦਾ ਜਿਹੜਾ ਦੋਸਤ ਹੈ ਬੋਕਾਰੋ ਦੇ ਵਿੱਚ, ਉਹ ਦੇਖੋ ਕਿੱਥੇ ਬਿਹਾਰ ਵਾਲੇ ਪਾਸੇ ਜਾ ਕੇ, ਝਾਰਖੰਡ ਵਾਲੇ ਪਾਸੇ ਜਾ ਕੇ, ਬੋਕਾਰੋ ਦੇ ਵਿੱਚ ਉਹਦੇ ਦੋਸਤ ਨੂੰ ਫੋਨ ਜਾਂਦਾ ਕਿ ਭਾਈ ਇਹ ਤੇਰੇ ਨਾਲ ਪੜਿਆ, ਆਕਸੀਜਨ ਨਹੀਂ ਮਿਲਦੀ, ਔਖਾ ਹੋ ਜਾਊਗਾ ਕੰਮ। ਉੱਥੋਂ ਰਾਂਚੀ ਗਿਆ, ਜਾ ਕੇ ਕਿਸੇ ਦਾ ਮਿੰਤ ਤਰਲਾ ਕੀਤਾ, ਆਕਸੀਜਨ ਦਾ ਸਿਲੰਡਰ ਲੱਭਿਆ। 1300 ਕਿਲੋਮੀਟਰ ਇੱਕ ਆਕਸੀਜਨ ਦਾ ਸਿਲੰਡਰ ਲੈ ਕੇ ਗੱਡੀ 'ਚ ਸਫ਼ਰ ਕੀਤਾ ਤੇ ਜਾ ਕੇ ਗਾਜ਼ੀਆਬਾਦ ਪਹੁੰਚਾ ਤੇ ਅੱਜ ਉਹਦਾ ਮਿੱਤਰ ਬਚ ਗਿਆ। ਤੇ ਜੇ ਉੱਥੇ ਬੈਠਾ ਰਹਿੰਦਾ, ਕੀ ਕਰੀਏ ਜੀ, ਦੂਰ ਬੈਠੇ ਆ, ਕੁਛ ਨਹੀਂ ਕਰ ਸਕਦੇ, ਇੱਥੋਂ ਨਹੀਂ ਸਕਦਾ। ਹਿੰਮਤ ਤਾਂ ਕਰਨੀ ਪਊ। ਜੇ ਇਹੀ ਬੈਠ ਕੇ ਘਰੇ, ਇਹੀ ਸੋਚ ਕੇ ਘਰੇ ਬੈਠਾ ਰਹਿੰਦਾ ਕਿ ਨਾ ਬਾਹਰ ਜਾਊਂਗਾ, ਕਿਸੇ ਦੇ ਕੰਟੈਕਟ ਦੇ ਵਿੱਚ ਆਊਂਗਾ, ਕੋਈ ਗੱਲ ਹੋ ਜੂ, ਠੀਕ ਹੈ ਯਾਰ, ਤੁਸੀਂ ਆਪਣੇ ਇਤਿਹਾਤ ਰੱਖੋ, ਸੈਨੀਟਾਈਜ਼ਰ ਜੇਬ 'ਚ ਰੱਖੋ, ਮਾਸਕ ਤੁਸੀਂ ਮੂੰਹ ਤੇ ਲਾ ਕੇ ਰੱਖੋ। ਪਰ ਸਵਾਲ ਇੱਥੇ ਹੈ ਕਿ ਅੱਜ ਬੰਦਾ ਉਦਮ ਕਰ ਰਿਹਾ, ਅੱਜ ਗੁਰੂ ਘਰ ਵਾਲੇ ਉਦਮ ਕਰ ਰਹੇ ਨੇ ਕਿ ਭਾਈ ਆਪਾਂ ਆਕਸੀਜਨ ਦੇ ਸਿਲੰਡਰ ਦੇਣੇ ਆ। ਮੋਹਾਲੀ ਵਾਲਾ ਬੰਦਾ ਉਦਮ ਕਰ ਰਿਹਾ, ਇਹਦੇ ਤੋਂ ਪਹਿਲਾਂ ਕੱਲ ਆਪਾਂ ਯੂਪੀ ਦੀ ਗੱਲ ਕੀਤੀ ਸੀ, ਉਹ ਉਦਮ ਕਰ ਰਹੇ ਆ। ਪਰ ਜਿਨ੍ਹਾਂ ਦੇ ਕੋਲੇ ਨਾ ਸਾਡੇ ਲੀਡਰਾਂ ਨੇ ਆਕਸੀਜਨ ਬਣਾਉਣੀ ਹੈ, ਨਾ ਉਹਨਾਂ ਨੇ ਹੱਥ ਨਾਲ ਸਿਲੰਡਰ ਚੱਕ ਕੇ ਕਿਸੇ ਨੂੰ ਦੇਣਾ ਹੈ, ਨਾ ਉਹਨਾਂ ਨੇ ਰਸੀਦ ਕੱਟਣੀ ਹੈ, ਹੁਕਮ ਦੇਣਾ, ਜੇ ਹੁਕਮ ਵੀ ਚੱਜ ਨਾਲ ਨਹੀਂ ਦੇ ਰਹੇ, ਇਹਦਾ ਮਤਲਬ ਹੈ ਕਿ ਸਾਡੇ ਲੀਡਰਾਂ ਤੋਂ ਭਾਰਤ ਦੇ ਆਮ ਬੰਦੇ ਚੰਗੇ, ਜਿਨ੍ਹਾਂ ਦੇ ਵਿੱਚ ਜਿਉਣ ਦੀ ਤੇ ਦੂਸਰੇ ਨੂੰ ਜਿਉਂਦੇ ਰੱਖਣ ਦੀ ਚਾਹਤ ਵੀ ਹੈਗੀ ਹੈ। ਦੇਖੋ ਨਾ, ਲੀਡਰਾਂ ਦੀ ਮੁਸ਼ਕਲ ਮੈਨੂੰ ਲੱਗਦਾ WhatsApp, ਇੱਕ ਤਾਂ ਆਪਾਂ ਅਕਸਰ ਗੱਲ ਕਰਦੇ ਨਾ ਕਿੱਲੇ ਦੀ, ਕਿੱਲਾ ਜੇ ਤੇ ਡੰਗਰ ਵੱਛਾ ਬੰਨਣ ਦੇ ਕੰਮ ਆ ਜੇ ਤੇ ਫਿਰ ਤੇ ਫਾਇਦਾ,
ਕਿਉਂਕਿ ਆਮ ਕਈ ਘਰਾਂ ਦੇ ਵਿੱਚ ਨਾ ਖੁਸ਼ਹਾਲੀ ਦਾ ਕਾਰਨ ਵੀ ਹੁੰਦਾ ਵੀ ਅਗਲੇ ਬੰਦੇ ਜੇ ਭਾਵੇਂ ਵਿਹੜੇ 'ਚ ਕਿੱਲੇ ਹੋਣ ਨਾ ਤੇ ਉਹਨਾਂ ਤੋਂ ਹੀ ਅੰਦਾਜ਼ਾ ਲਾ ਲੈਂਦੇ ਵੀ ਯਾਰ ਜੇ ਇੰਨੇ ਕਿੱਲੇ ਗੱਡੇ ਦਾ ਮਤਲਬ ਵੀ ਘਰ 'ਚ ਡੰਗਰ ਵੱਛਾ ਹੈਗਾ, ਦੁੱਧ ਪੁੱਤ ਹੈਗਾ। ਪਰ ਉਹ ਕਿੱਲਾ ਉਹ ਵਿਹੜੇ 'ਚ ਖੁਰਲੀ ਦੀ ਬਜਾਏ ਕਿਤੇ ਧੌਣ 'ਚ ਹੋਵੇ ਨਾ ਤੇ ਫਿਰ ਤੰਗ ਕਰਦਾ। ਹੁਣ ਇਹ ਧੌਣ 'ਚ ਕਿੱਲੇ ਵਾਲੀ ਗੱਲ ਹੁਣ ਪਤਾ ਨਹੀਂ ਸੱਚੀ ਝੂਠੀ ਤਾਂ ਸਰਕਾਰਾਂ ਜਵਾਬ ਦੇਣ, ਪਰ ਜੇ ਹੁਣ UN ਵਰਗੀ ਸੰਸਥਾ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਪਿਛਲੇ ਸਾਲ ਦੇ ਆਖੀ ਜਾਂਦੇ ਵੀ ਸਾਡੇ ਕੋਲੇ ਸਾਰਾ ਪ੍ਰਬੰਧ ਹੈਗਾ, ਸਾਡੀ ਮਦਦ ਲੈ ਲਓ, ਇਹ ਕਹਿੰਦੇ ਨਾ ਨਾ ਕੀ ਲੋੜ ਆ, ਸਾਡੇ ਕੋਲੇ ਸਾਰਾ ਕੁਝ ਹੈਗਾ, ਅਸੀਂ ਵੱਟ ਕੱਢ ਦਿਆਂਗੇ। ਉਹ ਕਹਿੰਦੇ ਵੀ ਹੁਣ ਵੱਟ ਕੱਢ ਦਿਆਂਗੇ ਵਾਲੀਆਂ ਗੱਲਾਂ ਕਰਦੇ ਕਰਦੇ ਹੁਣ ਵੱਟ ਨਿਕਲੇ ਪਏ ਤੇ ਅਜੇ ਵੀ ਅਸੀਂ ਕਹਿੰਦੇ ਵੀ ਸਾਡੇ ਕੋਲੋਂ ਮਦਦ ਲੈ ਲਓ ਤੇ ਕੋਈ ਆਵਾਜ਼ ਨਹੀਂ ਦਿੰਦਾ। ਇਹ ਫਿਰ ਇਹਦਾ ਮਤਲਬ ਕਿੱਲੇ ਵਾਲਾ ਜਗ੍ਹਾ ਹੀ ਥੋੜ੍ਹੀ ਗਲਤ ਹੈ। ਸੰਧਾਲੀਆ ਸਾਹਿਬ ਜ਼ਿਆਦਾ ਗਲਤ ਹੈ, ਥੋੜ੍ਹੀ ਗਲਤ ਕਿ ਤੁਸੀਂ ਪਹਿਲਾਂ ਤਾਂ ਚਲੋ ਉਦਾਹਰਨ ਨਹੀਂ ਦਿੱਤੀ ਕਿਉਂਕਿ ਲੀਡਰ ਬੰਦਾ ਲੀਡਰਾਂ ਤੋਂ ਬਚ ਕੇ ਚੱਲਦਾ ਹੁੰਦਾ, ਕਿੱਲਾ ਸਾਰਾ ਹੈ ਹੀ ਦੌੜ 'ਚ ਆਇਆ। ਤੁਸੀਂ ਇਹ ਦੇਖੋ ਕਿ UN ਵਾਲੇ ਕਹਿੰਦੇ ਕਿ ਸਾਡੀ ਪੂਰੀ ਇੱਕ ਪਾਈਪਲਾਈਨ ਆ, ਦੁਨੀਆ ਦੇ ਵਿੱਚ ਜਿੱਥੇ ਵੀ ਲੋੜ ਆ ਅਸੀਂ ਉਹਨੂੰ ਦਿੰਨੇ ਆ। ਭਾਰਤ UN ਦਾ ਮੈਂਬਰ ਆ। ਜਦੋਂ ਤੁਹਾਡੇ ਘਰ ਦੇ ਵਿੱਚ ਭੰਗ ਭੁੱਜਦੀ ਹੋਵੇ, ਘਰ ਸ਼ੇਰ ਆ ਜਾਵੇ ਤਾਂ ਉਹਨੂੰ ਆਪੇ ਹੀ ਮਾਰਨ ਦਾ ਯਤਨ ਨਾ ਕਰੋ, ਗੁਆਂਢੀਆਂ ਦੀ ਮਦਦ ਲੈ ਲਓ ਭਾਈ, ਕੰਧ ਟੱਪ ਲਓ ਉਹਨਾਂ ਦੀ। ਹੁਣ UN ਵਾਲੇ ਜਨਰਲ ਸੈਕਟਰੀ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕਿਹਾ ਤੇ ਪ੍ਰੈਜ਼ੀਡੈਂਟ ਸਾਹਿਬ ਨੇ ਕਿ ਅਸੀਂ ਭਾਰਤ ਵਾਲੇ ਬੰਦਿਆਂ ਨੂੰ ਜ਼ੋਰ ਲਾਇਆ ਕਿ ਅਸੀਂ ਸਾਰੇ ਦੇਸ਼ਾਂ ਨੂੰ ਸਹਾਇਤਾ ਦਿੰਨੇ ਆ, ਤੁਸੀਂ ਵੀ ਲਓ, ਤੁਹਾਡਾ ਵੀ ਯੋਗਦਾਨ ਹੈ। ਗੱਲ ਕਿਹੜੀ ਹੈ? ਟੀਮਾਂ ਉਹਨਾਂ ਦੀਆਂ ਬੈਠੀਆਂ ਭਾਰਤ ਦੇ ਵਿੱਚ, ਅਸੀਂ ਬਾਕੀ ਬਹੁਤ ਸਾਰੇ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਲੈਂਦੇ ਆ, ਪਰ ਨਾ ਸਾਡੇ ਮੋਢੇ ਦੇ ਉੱਤੇ ਤਾਂ ਫੀਤੀ ਲੱਗਣੀ ਸੀ ਅਸੀਂ ਜੇ ਇੰਨੇ ਦੇਸ਼ਾਂ ਨੂੰ ਦਵਾਈ ਭੇਜੀ। ਸਾਡੇ ਲੀਡਰ ਕਹਿੰਦੇ ਸੀ ਨਾ ਸਟੇਜਾਂ ਤੇ ਜਾ ਕੇ ਕਿ ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਦੀ ਵੀ ਤੇ ਦੂਰ ਦੂਰ ਦੇ ਦੇਸ਼ਾਂ ਦੀ ਮਦਦ ਕਰਕੇ ਭਾਰਤ ਸਰਮੌਰ ਬਣ ਗਿਆ। ਠੀਕ ਹੈ, ਥੋੜਾ ਦੂਰ ਹੋਰ ਵਧਾਓ, ਹੋਰ ਵਧਾਓ ਇੱਕ ਥੋੜਾ ਜਿਹਾ ਠੀਕ ਦੁਬਾਰਾ ਆਉਂਦੇ ਇੱਥੇ ਤੱਕ ਆ ਜਾਣਾ ਨਾ। ਨਹੀਂ ਥੋੜਾ ਜਿਹਾ ਹੋਰ ਇੱਕ ਨਾ ਫਿਰ ਦੂਰ ਨਹੀਂ, ਮੈਂ ਕਹਾਂ ਲਗੇ ਦੂਰ ਤੱਕ ਦੇ ਦੇਸ਼ਾਂ ਲਈ ਅਜੇ ਵੀ ਪੂਰਾ ਨਹੀਂ ਪਹੁੰਚਿਆ। ਉੱਥੋਂ ਤੱਕ ਉਹਨਾਂ ਨੇ ਮਾਰ ਕੀਤੀ ਹੈ, ਉੱਥੋਂ ਤੱਕ ਤੁਸੀਂ ਇਦਾਂ ਵੀ ਨਹੀਂ ਪਹੁੰਚ ਸਕੇ। ਬਾਠ ਸਾਹਿਬ ਦੇਖੋ ਕਿਤੋਂ ਤੁਸੀਂ ਕਿੱਥੇ ਰੀਸਾਂ ਕਰੋਗੇ, ਨਹੀਂ ਰੀਸਾਂ ਕਰਨੀਆਂ। ਹੁਣ ਸੰਧਾਲੀਆ ਸਾਹਿਬ ਦੇਖੋ, ਮੈਨੂੰ ਨਹੀਂ ਪਤਾ ਕਿ ਸਾਡੇ ਲੀਡਰ ਅਸੀਂ ਕਹਿੰਦੇ ਆ ਕਿ ਭਾਰਤ ਦੇ ਤਿਰੰਗੇ ਝੰਡੇ ਦਾ ਮਾਣ ਸਦਾ ਵਧੇ, ਓਲੰਪਿਕ ਦੇ ਵਿੱਚ ਖੇਡਾਂ ਹੁਣ ਉੱਥੇ ਵਧੇ, ਜਦੋਂ ਕਿਤੇ ਅਸੀਂ ਸਾਇੰਟਿਸਟ ਸਾਡੇ ਜਿਹੜੇ ਵਧੀਆ ਖੋਜ ਕਰਨ ਉੱਥੇ ਵਧੇ, ਸਾਡੀਆਂ ਯੂਨੀਵਰਸਿਟੀਆਂ ਦੁਨੀਆ ਦੀਆਂ ਪਹਿਲੀਆਂ 10 ਯੂਨੀਵਰਸਿਟੀਆਂ ਦੇ ਵਿੱਚ ਸ਼ੁਮਾਰ ਹੋਣ, ਸਾਡਾ ਮਾਣ ਉੱਥੇ ਵਧੇ, ਸਾਡੇ ਡਾਕਟਰ ਜਿਹੜੇ ਆ ਭਾਰਤ ਦੇ ਵਿੱਚ ਕੰਮ ਕਰਨ ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਣ, ਜਦੋਂ ਹੰਗਰ ਇੰਡੈਕਸ ਆਉਂਦਾ, ਭੁੱਖਮਰੀ ਦਾ ਸੂਚਕਾਂਕ ਆਉਂਦਾ, ਉਹਦੇ ਵਿੱਚ ਅਸੀਂ ਬਹੁਤ ਥੱਲੇ ਹੋਵੇ, ਸਾਡਾ ਮਾਣ ਉਦੋਂ ਵਧੇ, ਲੋਕ ਕਹਿਣ ਕਿ ਭਾਈ ਦੇਖੋ ਕਿੰਨੀ ਗਰੀਬੀ ਸੀ, ਇਹਨਾਂ ਨੇ ਗਰੀਬੀ ਦੂਰ ਕੀਤੀ ਆ। ਪਰ ਨਹੀਂ, ਹੁਣ ਸਾਡੇ ਲੀਡਰਾਂ ਨੇ ਉਦੋਂ ਕੀ ਸੋਚਿਆ ਹੋਊਗਾ? ਸਾਡੇ ਕੋਲੇ ਭੁੱਖਮਰੀ ਦੇ ਹਾਲਾਤ ਨੇ, ਸਾਡੇ ਹਰ ਇੱਕ ਸੂਬੇ ਦੇ ਵਿੱਚ ਡਾਕਟਰਾਂ ਦੀ ਗਿਣਤੀ ਘੱਟ ਹੈ, ਸਾਡੇ ਹਰ ਇੱਕ ਸੂਬੇ ਦੇ ਵਿੱਚ ਜਿੰਨੇ ਜਨਸੰਖਿਆ ਦੇ ਮਗਰ ਹਸਪੀਟਲਸ ਦੇ ਵਿੱਚ ਬੈੱਡ ਚਾਹੀਦੇ ਆ, ਵੈਂਟੀਲੇਟਰ ਚਾਹੀਦੇ ਆ, ICU ਚਾਹੀਦੇ ਆ, ਸਾਡੇ ਕੋਲੇ ਥੋੜੇ ਨੇ। ਸਿਰਫ ਇਸ ਗੱਲ ਦੇ ਲਈ ਅਸੀਂ ਆਪਣੇ ਦੇਸ਼ ਦੇ ਲੋਕ ਮਰਾ ਲੈਣੇ ਆ ਕਿ ਜੇ ਅਸੀਂ UN ਤੋਂ ਸਹਾਇਤਾ ਲਵਾਂਗੇ ਤਾਂ ਭਲਕ ਨੂੰ ਦੁਨੀਆ ਕੀ ਆਖੂਗੀ ਕਿ ਭਾਈ ਇਹਨਾਂ ਦੇ ਕਾਰਜਕਾਲ ਦੇ ਵਿੱਚ, ਇਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਭਾਰਤ ਆਪਣਾ ਸਿਹਤ ਪੱਖੋਂ ਜਿਹੜਾ ਕੰਮ ਠੀਕ ਨਹੀਂ ਕਰ ਸਕਿਆ। ਹੁਣ ਵੀ ਤਾਂ ਆਕਸੀਜਨ ਮੰਗਾਉਣੇ ਹੀ ਆ, ਹੁਣ ਵੀ ਤਾਂ ਦੂਸਰੇ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਭਾਵੇਂ ਉਹ ਰੈੱਡ ਕਰਾਸ ਦੇ ਰਾਹੀਂ ਪੈਸੇ ਆਉਣ ਤਾਂ ਆਉਣਾ ਹੀ ਆ, ਜੇ ਵੇਲੇ ਸਿਰ ਹੀ ਕੰਮ ਕਰਨੇ ਤੇ ਕਵੇਲੇ ਦੀਆਂ ਟੱਕਰਾਂ ਨਾ ਮਾਰਨੀਆਂ ਪੈਂਦੀਆਂ। ਬਸ ਰੌਲਾ ਆਹੀ ਹੈ ਨਾ WhatsApp ਥੋੜਾ। ਚਲੋ ਹੁਣ ਅਸੀਂ ਆਸ ਕਰਦੇ ਵੀ ਕਿੱਲੇ ਨੂੰ ਕਿੱਲੇ ਵਾਲੀ ਥਾਂ ਤੇ, ਧੌਣ ਨੂੰ ਧੌਣ ਵਾਲੀ ਥਾਂ ਤੇ ਜੇ ਕਰ ਲਿਆ ਜਾਵੇ ਤੇ ਦੋਵੇਂ ਚੀਜ਼ਾਂ ਦਾ ਫਾਇਦਾ ਹੋ ਜੇ। ਇੱਕ ਗੱਲ ਚੇਤੇ ਆਈ, ਦੋ ਕਰੋ ਤੁਸੀਂ ਕਿਹਾ ਨਾ ਕਿ ਕਿੱਲਿਆਂ ਤੋਂ ਪਤਾ ਲੱਗ ਜਾਂਦਾ। ਇੱਕ ਵਾਰੀ ਤੁਹਾਡੇ ਵਰਗਾ ਲੀਡਰ ਬੰਦਾ, ਉਹਨੂੰ ਪਤਾ ਸੀ ਕਿ ਭਾਈ ਲੋਕਾਂ ਨੂੰ ਵੱਸ 'ਚ ਕਿੱਦਾਂ ਕਰੀਦਾ। ਹੁਣ ਉਹਨੇ ਕੀ ਕੀਤਾ ਕਿ ਬੰਦੇ ਗਏ ਵੋਟਰ ਘਰੇ 5-7 ਵੀ ਕੀ ਕਰਨਾ, ਜਦੋਂ ਜਾਂਦਿਆਂ ਨੇ ਖੱਬੇ ਪਾਸੇ ਨਿਗਾਹ ਮਾਰੇ 18-19 ਕਿੱਲੇ ਇੱਧਰਲੇ ਪਾਸੇ 7-8 ਇੱਧਰ, ਕਹਿਣ ਕਿਆ ਬਾਤਾਂ ਵੀ 26-27 ਪਸ਼ੂ ਘਰ ਦੇ ਵਿੱਚ ਹੈਗੇ ਆ। ਗੱਲਬਾਤ ਸਾਰੀ ਹੋਈ, ਲੀਡਰ ਸਾਹਿਬ ਨੂੰ ਪੁੱਛਿਆ ਜੀ ਕਿੱਦਾਂ ਫਿਰ ਹੁਣ ਕੋਈ ਨਵਾਂ ਕੀ ਕਰਨ ਲੱਗੇ ਹੋ? ਉਹ ਕਹਿੰਦੇ ਡੈਰੀ ਪਾਉਣੀ ਆ। ਅੱਛਾ ਫਿਰ ਪਸ਼ੂ ਲੈਂਦੇ? ਨਹੀਂ, ਕਹਿੰਦੇ ਅਜੇ ਕਿੱਲੇ ਗੱਡੇ ਇਕੱਲੇ। ਇਹ WhatsApp ਤੁਸੀਂ ਕਰਦੇ ਹੋ ਟੀਚਰਾਂ ਕਰ ਲਓ, ਤੁਹਾਡੇ ਦੇਣੇ ਆ। ਪਰ ਇੱਕ ਗੱਲ ਹੈ WhatsApp ਆ, ਇਹ ਦੇਖੋ ਜਿਹੜੇ ਦੇਸ਼ 'ਚ ਵੀ ਜਾਂਦਾ ਸੀ ਨਾ ਉਹਦਾ ਵੇਰੀਐਂਟ ਬਣ ਜਾਂਦਾ ਸੀ। ਹੁਣ ਦੇਖੋ ਭਾਰਤ ਵੇਰੀਐਂਟ ਜਾਂ ਭਾਰਤ ਸਟ੍ਰੇਨ ਇੱਕ ਕਰੋਨੇ ਦੀ ਨਵੀਂ ਕਿਸਮ ਆ, ਕਹਿੰਦੇ ਜਿਹੜੀ ਕਿਸਮ ਦਾ ਕਰਕੇ ਸਾਰਾ ਇਸ ਵਕਤ ਖਲਾਰਾ ਪਿਆ। ਐਂਡ ਉਹ WHO ਕਹਿੰਦਾ, ਆਪਾਂ ਨਹੀਂ ਕਹਿੰਦੇ, WHO ਕਹਿੰਦਾ ਵੀ 17 ਦੇਸ਼ਾਂ ਦੇ ਵਿੱਚ ਤਾਂ ਉਹ ਕਿਸਮ ਪਹੁੰਚ ਵੀ ਗਈ ਹੈ। ਹੁਣ ਜੇ 17 ਦੇਸ਼ਾਂ 'ਚ ਭਾਰਤ ਵਾਲੀ ਕਿਸਮ ਪਹੁੰਚ ਗਈ ਤੇ ਪਹਿਲੀ ਗੱਲ ਤੇ ਉਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਵੀ ਜਿਨ੍ਹਾਂ ਮੁਲਕਾਂ ਤੱਕ ਗਿਆ ਹੋਊਗਾ ਉਹਨਾਂ ਮੁਲਕਾਂ ਦੇ ਮੁਖੀ ਤੇ ਸੋਚਦੇ ਹੋਣਗੇ ਨਾ ਵੀ ਉਹ ਬੰਦੇ ਕੀ ਕਰਦੇ ਸੀ ਜਿਹੜੇ ਕਹਿੰਦੇ ਨਾ ਸਾਨੂੰ ਲੋੜ ਨਹੀਂ, ਅਜੇ ਸਾਡੇ ਕੋਲ ਹੈਗਾ ਪ੍ਰਬੰਧ ਸਾਰਾ। ਦੂਜੀ ਚੀਜ਼ ਜਿਹੜੀ ਵੈਕਸੀਨ ਦੀ ਗੱਲ ਹੁਣ ਅਮਰੀਕਾ ਵਾਲੇ ਡਾਕਟਰ ਸਾਹਿਬ ਕਰੀ ਜਾਂਦੇ, ਪਤਾ ਨਹੀਂ ਸਹੀ ਹੈ ਗੱਲ ਤਾਂ, ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਹੈ, ਜਿਹੜੀ ਭਾਰਤ ਬਾਇਓਟੈਕ ਵਾਲਿਆਂ ਬਣਾਈ, ਉਹ ਕਹਿੰਦੇ ਵੀ ਜਿਹੜੇ ਇਹ ਵਾਲੀ ਸਟ੍ਰੇਨ ਹੈ ਉਹਦਾ ਨਾਂ B1617, ਮਤਲਬ ਮੈਨੂੰ ਤਾਂ B1617 ਹੀ ਜ਼ਿਆਦਾ ਸੌਖਾ ਲੱਗਦਾ। ਹੁਣ B1617 ਨੂੰ ਮਾਰਨ ਲਈ ਵੀ ਉਹ ਠੀਕ ਹੈ। ਹੁਣ ਇੱਕ ਪਾਸੇ ਤਾਰੀਫ ਵੀ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਵੀ ਇਹਨਾਂ ਦਾ ਪਿਆ ਖਲਾਰਾ ਜਿਹੜਾ ਇੱਥੋਂ ਤੱਕ ਅੱਪੜ ਗਿਆ ਤੇ ਹੁਣ ਗਾਂਹ ਪਤਾ ਨਹੀਂ ਕਿਹੜੀ ਮਾਨੂੰ ਮਾਸੀ ਕਹਿਣਾ। ਉਹ ਸਾਰੇ ਕੁਝ ਦੇ ਵਿੱਚ ਕੋਈ ਤੁਸੀਂ ਬਿਆਨ, ਕੋਈ ਖਬਰ, ਕੋਈ ਇੱਧਰੋਂ ਕੋਈ ਸੁਣੀ ਹੋਵੇ ਜਿਨ੍ਹਾਂ ਨੇ ਇੰਨੀ ਖੋਜ ਕਰਕੇ ਦੱਸਿਆ ਹੋਵੇ ਵੀ ਨਹੀਂ ਯਾਰ ਅਸੀਂ ਇੱਥੇ ਜਿਹਾ ਕੁਝ ਕਰ ਲਿਆ। ਹਾਂ, ਇਹ ਖਬਰ ਜ਼ਰੂਰ ਆਈ ਹੈ ਵੀ ਜਦੋਂ ਉੱਧਰੋਂ ਬਿਆਨ ਆਇਆ ਸੀ ਵੀ 18 ਸਾਲ ਤੋਂ ਬਾਅਦ ਵਾਲੇ ਟੀਕੇ ਲਵਾ ਲਓ ਤੇ 2 ਮਿੰਟਾਂ ਬਾਅਦ ਹੀ ਉਹ ਸਾਰਾ ਕੁਝ ਖਤਮ ਹੋ ਗਿਆ ਸੀ।
ਦੇਖੋ ਸੰਧਾਲੀਆ ਸਾਹਿਬ, ਗੱਲ ਤਾਂ ਫਿਰ ਉੱਥੇ ਹੈ ਨਾ ਕਿ ਕਿਸੇ ਦਾ ਯੋਗਦਾਨ ਹੈ ਤੇ ਲਾਹਾ ਕੋਈ ਲਈ ਜਾਂਦਾ। ਹੁਣ ਜੰਗ ਫੌਜਾਂ ਲੜਦੀਆਂ ਮਹਾਨ ਰਾਜੇ ਬਣ ਜਾਂਦੇ ਆ ਜਿਹੜੀ ਅਜੇ ਤਾਂ ਬਣ ਨੂੰ ਫਿਰਦੇ ਨੇ ਉਹ, ਇਹ ਤਾਂ ਬਣਨਗੇ। ਹੁਣ ਤੁਸੀਂ ਦੇਖੋ ਕਿ ਜਦੋਂ ਦਵਾਈ ਦੀ ਖੋਜ ਚੱਲਦੀ ਸੀ ਉਦੋਂ ਤਾਂ ਸਾਡੇ ਵਿਗਿਆਨੀ ਲੱਗੇ ਹੋ ਸੀ, ਉਦੋਂ ਤਾਂ ਮੈਡੀਕਲ ਦੇ ਮਾਹਿਰ ਲੱਗੇ ਹੋ ਸੀ। ਤੁਸੀਂ ਦੇਖਿਆ ਕਿ ਭਾਰਤ ਦੇ ਲੀਡਰ ਜਿਹੜੇ ਨੇ ਉਹਨਾਂ ਨੇ ਰੌਲਾ ਪਾਇਆ, ਸੱਤਾਧਾਰੀਆਂ ਨੇ ਵੀ ਵਿਰੋਧੀਆਂ ਨੇ, ਦੇਖਿਆ ਜੀ ਦਵਾਈ ਤਿਆਰ ਹੋ ਗਈ ਹੈ, ਅਸੀਂ ਉਹਨੂੰ ਹੁਣ ਅਪਰੂਵਲ ਦੇਤੀ ਹੈ, ਅਸੀਂ ਹੁਣ ਫਲਾਣੇ ਦੇਸ਼ ਦੀ ਵੀ ਸਹਾਇਤਾ ਕਰਨ ਲੱਗੇ, ਉਹਨਾਂ ਨੂੰ ਬਹੁਤ ਲੋੜ ਹੈ। ਭਾਰਤ ਦੇ ਵਿਗਿਆਨਕਾਂ ਨੇ ਨਾਂ ਉੱਚਾ ਕੀਤਾ। ਤੁਸੀਂ ਕਿੰਨੇ ਕੁ ਜਿਹੜੇ ਉਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਮਾਹਿਰ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਪਿਛਲੇ 12-13 ਮਹੀਨਿਆਂ ਦੇ ਵਿੱਚ ਕਿ ਦਵਾਈ ਦੀ ਖੋਜ ਹੋ ਜਾਵੇ, ਕਦੇ ਕਲੀਨਿਕਲ ਟਰਾਇਲ, ਕਦੇ ਹਿਊਮਨ ਟਰਾਇਲ ਕਰਦੇ ਸੀ। ਤੁਹਾਨੂੰ ਕਿੰਨੇ ਕੁ ਡਾਕਟਰਾਂ ਦੇ ਨਾਂ ਚੇਤੇ ਆ ਜਿਨ੍ਹਾਂ ਨੂੰ ਸਾਡੇ ਲੀਡਰਾਂ ਨੇ ਸਨਮਾਨਿਤ ਕੀਤਾ ਹੋਵੇ, ਜਿਨ੍ਹਾਂ ਨੇ ਲੀਡਰਾਂ ਨੇ ਕਿਹਾ ਹੋਵੇ ਕਿ ਨਹੀਂ ਭਾਈ ਆਹ ਜਿਹੜਾ ਹੁਣ ਨਾ ਝੋਲਾ ਜਿਹਾ ਤੁਹਾਨੂੰ ਅਨਾਜ ਦਾ ਦੇਣਾ ਹੈ 80 ਕਰੋੜ ਲੋਕਾਂ ਨੂੰ, ਇਹਦੇ ਤੇ ਕਿਸੇ ਹੋਰ ਲੀਡਰ ਦੀ ਫੋਟੋ ਨਹੀਂ ਲੱਗੂਗੀ, ਆਹ ਦਵਾਈ ਦੀ ਖੋਜ ਕਰਨ ਵਾਲੇ ਦੀ ਫੋਟੋ ਲੱਗੂਗੀ, ਜਾਂ ਜਿਹੜਾ ਆਹ ਸਰਟੀਫਿਕੇਟ ਦੇਣਾ ਹੈ ਤੁਹਾਨੂੰ ਵੈਕਸੀਨ ਲਾ ਕੇ ਅਸੀਂ ਉਹਦੇ ਤੋਂ ਬਾਅਦ ਜਿਹੜਾ ਸਰਟੀਫਿਕੇਟ ਦੇਣਾ ਉੱਤੇ ਕਿਸੇ ਲੀਡਰ ਦੀ ਫੋਟੋ ਨਹੀਂ ਹੋਏਗੀ, ਉਹਦੇ ਤੇ ਉਹਨਾਂ ਡਾਕਟਰਾਂ ਦੀ, ਉਹਨਾਂ ਐਕਸਪਰਟਾਂ ਦੀ, ਉਹਨਾਂ ਖੋਜ ਕਰਨ ਵਾਲਿਆਂ ਦੀ ਫੋਟੋ ਹੋਊਗੀ ਜਿਨ੍ਹਾਂ ਨੇ ਆਹ ਦਵਾਈ ਦੀ ਕਾਢ ਸਾਨੂੰ ਕੱਢ ਕੇ ਦਿੱਤੀ ਹੈ। ਭੋਲੀ ਗੱਲ ਕਰ ਦਿੰਦੇ ਆ ਨਾ, ਭੋਲੀ ਗੱਲ ਹੈ। ਭੋਲੀ ਗੱਲ ਇਹ ਹੋ ਰਹੀ ਕੀ ਹੈ ਵੀਰ ਜੀ, ਦੱਸੋ ਦਵਾਈ ਦੀ ਕਾਢ ਕੱਢਣ ਵਾਲੇ ਤੁਸੀਂ ਫੋਟੋ ਲਵਾਈ ਜਾਂਦੇ। ਜਿਹੜਾ ਬੰਦਾ ਕਾਢ ਕੱਢੀ ਦਵਾਈ ਨੂੰ ਡੋਲੇ ਤੇ ਲਵਾਉਂਦਾ ਅਗਲੇ ਉਹਦੀ ਫੋਟੋ ਲਵਾਉਂਦੇ ਨੇ, ਲੈ ਵੀ ਫਲਾਣੇ ਨੇ ਲਵਾ ਲਈ ਆ, ਉਹ ਵੀ ਮਾਸਕ ਥੱਲੇ ਕਰਕੇ। ਹਾਂ, ਕਿਉਂਕਿ ਉਹਨਾਂ ਨੂੰ ਪਤਾ ਵੀ ਵੀਰ ਜੀ ਇਸੇ ਫੋਟੋ ਦਾ ਕਰਕੇ ਕੱਲ ਨੂੰ ਵੋਟਾਂ ਪੈਣੀਆਂ ਨੇ। ਇਸ ਕਰਕੇ ਦੇਖੋ ਇਹ ਆਪਾਂ ਨੂੰ ਦੇਖੋ ਜੀ, ਸਾਨੂੰ ਇੱਥੇ ਬਹਿ ਕੇ ਕ੍ਰਿਟਿਸਾਈਜ਼ ਕਰਕੇ ਕੋਈ ਬਹੁਤ ਨਜ਼ਾਰਾ ਨਹੀਂ ਆਉਂਦਾ। ਅਸੀਂ ਸਿਰਫ ਇਸ ਕਰਕੇ ਹਰ ਰੋਜ਼ ਆਪ ਜੀ ਦੇ ਸਨਮੁਖ ਇਹ ਗੱਲਾਂ ਰੱਖਦੇ ਹਾਂ ਵੀ ਉਹਨਾਂ ਲੋਕਾਂ ਨੂੰ ਪੁੱਛਣ ਦੀ ਆਦਤ ਪਾ ਲਈਏ, ਉਹਨਾਂ ਨੂੰ ਕਹਿਣ ਦੀ ਆਦਤ ਪਾ ਲਈਏ, ਫਿਰ ਜਾ ਕੇ ਗੱਲਾਂ ਬਣਨੇ ਨੇ। ਇਸ ਵਕਤ ਜਿਹੜੀਆਂ ਆਪਾਂ ਇਹ ਸਾਰੇ ਕੁਝ ਦੇ ਵਿੱਚ ਪਿੱਟ ਸਿਆਪੇ ਪਏ ਵੇਖਦੇ ਨੇ ਨਾ, ਪਿੱਟ ਸਿਆਪਿਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਮੀਟਿੰਗਾਂ ਬਾੜ ਸਾਹਿਬ ਜਦੋਂ ਕਰਨ ਦੀ ਲੋੜ ਹੁੰਦੀ ਆ ਉਦੋਂ ਅਗਲਿਆਂ ਨੂੰ ਸਿਆਸਤ ਦਾ ਬੁਖਾਰ ਚੜਿਆ ਹੁੰਦਾ, ਤੇ ਜਦੋਂ ਸਾਰਾ ਕੁਝ ਖਿਲਰ ਜਾਂਦਾ ਫਿਰ ਭਜੂ ਕਰਕੇ ਕਹਿੰਦੇ ਚਲ ਆਹ ਕਰਕੇ ਦੇਖ ਲਓ, ਦੇਖੋ ਇਦਾਂ ਗੱਲ ਬਣਦੀ ਆ, ਨਹੀਂ ਬਣਦੀ ਫਿਰ ਇਦਾਂ ਕਰ ਲਓ ਯਾਰ, ਕੁਛ ਤਾਂ ਕਰੋ ਹੁਣ। ਜੇ ਇਦਾਂ ਹੀ ਦੇਸ਼ ਚਲਾਉਣਾ ਤੇ ਇਹ ਤਾਂ ਫਿਰ ਉਹ ਸ਼ਰਾਬੀ ਹੱਥ ਮੇਰੇ ਖਿਆਲ ਨਾਲ ਗੱਡੀ ਆਉਣ ਵਾਲੀ ਗੱਲ ਹੈ। ਕੋਈ ਪਤਾ ਨਹੀਂ ਅੱਜ ਇੱਧਰ ਨਹੀਂ ਤੇ ਇੱਧਰ ਨਹੀਂ ਤੇ ਉੱਧਰ ਨਹੀਂ, ਜਦੋਂ ਫਿਰ ਸਪੈਦੇ 'ਚ ਵੱਜ ਜਾਂਦੇ ਉਹ ਕਹਿੰਦੇ ਭਾਜੀ ਨੂੰ ਪਤਾ ਨਹੀਂ ਹੁਣੇ ਲੰਘੇ ਸੀ ਇੱਥੋਂ, ਮੁੜ ਕੇ ਨਹੀਂ ਪਤਾ ਲੱਗਿਆ। ਚੰਗਾ ਭਲਾ ਬੰਦਾ ਸੀ, ਜਦੋਂ ਜਾਂਦਾ ਸੀ ਬੁਲਾ ਕੇ ਜਾਂਦਾ ਸੀ, ਹਨਾ, ਬਹੁਤ ਮਿੱਠ ਬੋਲੜਾ, ਚੰਗੀ ਰੂਹ ਸੀ, ਚੰਗੀ ਰੂਹ ਸੀ। ਉਹੀ ਕਹਾਣੀਆਂ ਘੜੀ ਜਾਣੀਆਂ ਬੈਠਿਆਂ ਨੇ। ਹੁਣ ਸੰਧਾਲੀਆ ਸਾਹਿਬ ਦੇਖੋ, ਅਸੀਂ ਕੋਲੋਂ ਨਹੀਂ ਕਹਿੰਦੇ, ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਗਿਆ। ਵੈਸੇ ਦਿੱਲੀ ਹਾਈ ਕੋਰਟ ਨੇ ਤਾਂ ਕਈ ਕੁਛ ਕਿਹਾ ਸੀ, ਇੱਕ ਵਾਰੀ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਵੀ ਬਥੇਰੇ ਡੰਡੇ ਡੁੰਡੇ ਉਹਨਾਂ ਨੇ ਮਾਰੇ ਸ਼ਬਦੀ, ਕੇਂਦਰ ਸਰਕਾਰ ਵੀ ਅੜਕੇ ਦੇ ਵਿੱਚ ਲਈ, ਕਾਫੀ ਕੁਛ ਹੋਇਆ। ਹੁਣ ਮਾਨਯੋਗ ਦਿੱਲੀ ਹਾਈ ਕੋਰਟ ਨੇ ਹੋਰ ਕਿਹਾ, ਇੱਕ ਵਕੀਲ ਸਾਹਿਬ ਨੇ ਪਟੀਸ਼ਨ ਪਾਤੀ ਤੇ ਵਕੀਲ ਸਾਹਿਬ ਨੇ ਪਟੀਸ਼ਨ ਪਾਈ ਕਿ ਮੇਰਾ ਰਿਸ਼ਤੇਦਾਰ ਹੈ, ਮਾਨਯੋਗ ਜੱਜ ਸਾਹਿਬ ਮੈਂ ਬੇਨਤੀ ਕਰਦਾ ICU ਦੇ ਵਿੱਚ ਉਹਦੀ ਭਰਤੀ ਚਾਹੀਦੀ ਹੈ, ਨਹੀਂ ਤਾਂ ਉਹਨੇ ਬਚਣਾ ਨਹੀਂ। ਉਹ ਕਹਿੰਦੇ ਜੀ ਤੇਰੇ ਨਾਲ ਹਮਦਰਦੀ ਆ ਪਰ ਵਿਹਲਾ ਹੀ ਨਹੀਂ ਕੋਈ ICU। ਜਾਨੀ ਜੱਜ ਸਾਹਿਬ ਦੀ ਸਟੇਟਮੈਂਟ ਆ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬ ਦੀ ਕਿ ਹਮਦਰਦੀ ਹੈ ਤੁਹਾਡੇ ਨਾਲ ਕਿ ਤੁਹਾਡਾ ਰਿਸ਼ਤੇਦਾਰ ਜਿਹੜਾ ਉਹ ਅੰਤਮ ਸਾਹਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਤੁਰੰਤ ICU ਚਾਹੀਦਾ, ਪਰ ICU ਵਿਹਲਾ ਹੀ ਨਹੀਂ। ਕਹਿੰਦੇ ਦੇ ਕਿੱਥੋਂ ਦੇਣ ਇਹ? ਨਾਲ ਹੀ ਗੱਲ ਰੈਮਡੇਸਿਵੀਰ ਜੋ ਅੱਛਾ ਦੇਖਿਆ ਅੰਗਰੇਜ਼ੀ ਦੀ ਗੱਲ, ਉਹ ਕੰਪਨੀ ਹੈ ਗਾਂ ਉਹਦੀ ਵਾਇਰਲ ਦੀ ਦਵਾਈ ਜਿਹੜੀ 70,000 ਨੂੰ ਵਿਕੀ ਸੀ, ਉਹਦਾ ਮਸਲਾ ਖੜਾ ਹੋ ਗਿਆ। ਉਸੇ ਹੀ ਕੇਸ ਦੇ ਵਿੱਚ ਸੁਣਵਾਈ ਕਰਦੇ ਆ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਖਿੱਚ ਲਿਆ। ਉਹ ਕਹਿੰਦੇ ਜਦੋਂ ਪਾਲਿਸੀ ਬਣਾਈ ਸੀ, ਜਦੋਂ ਪ੍ਰੋਟੋਕਾਲ ਤਿਆਰ ਕੀਤਾ ਸੀ ਰੈਮਡੇਸਿਵੀਰ ਦਾ, ਉਹ ਕੀ ਉਹਦੇ ਵਿੱਚ ਦਿਮਾਗ ਨਹੀਂ ਵਰਤਿਆ? ਕਿਉਂਕਿ ਜਦੋਂ ਇਹ ਦਵਾਈ ਦੇ ਪ੍ਰੋਟੋਕਾਲ ਬਣਾਇਆ ਕਿ ਭਾਈ ਤੁਸੀਂ ਇਹਨੂੰ ਦੇਣੀ ਹੈ, ਕਿਹਨੂੰ ਦੇਣੀ ਹੈ? ਜਿਹੜਾ ਬੰਦਾ ਆਕਸੀਜਨ ਦੇ ਉੱਤੇ ਨਿਰਭਰ ਕਰਦਾ, ਜਿਹਨੂੰ ਹਸਪੀਟਲ ਦੇ ਵਿੱਚ ਆਕਸੀਜਨ ਲੱਗੀ ਆ। ਕਹਿੰਦੇ ਠੀਕ ਹੈ, ਤੁਹਾਡੇ ਕੋਲੇ ਦਵਾਈ ਪੂਰੀ ਹੈ ਨਹੀਂ ਸੀ, ਤੁਸੀਂ ਪ੍ਰੋਟੋਕਾਲ ਬਣਾਤਾ, ਦਿੱਲੀ ਹਾਈ ਕੋਰਟ ਨੇ ਕਿਹਾ, ਤਾਂ ਜੋ ਦਵਾਈ ਦੀ ਵਰਤੋਂ ਹੀ ਘੱਟ ਹੋਵੇ ਤਾਂ ਤੁਹਾਨੂੰ ਕੋਈ ਕਹਿ ਨਾ ਸਕੇ ਕਿ ਦਵਾਈ ਘੱਟ ਆ। ਜਦ ਕਿ ਉਹ ਕਹਿੰਦੇ ਕਿ ਇਸ ਵੇਲੇ ਭਾਰਤ ਦੀ ਸੱਚਾਈ ਹੈ, ਕੇਂਦਰ ਸਰਕਾਰ ਨੂੰ ਝਟਕਾ ਮਾਰੀਆਂ ਕਿ ਬਹੁਤ ਸਾਰੇ ਲੋਕਾਂ ਨੂੰ ਆਕਸੀਜਨ ਦੀ ਲੋੜ ਹੈ ਤੇ ਆਕਸੀਜਨ ਮਿਲ ਹੀ ਨਹੀਂ ਰਹੀ, ਉਹਨਾਂ ਨੂੰ ਹਸਪੀਟਲ ਦੇ ਵਿੱਚ ਬੈੱਡ ਮਿਲ ਹੀ ਨਹੀਂ ਰਿਹਾ, ਤੇ ਤੁਸੀਂ ਕਹਿੰਦੇ ਹੋ ਕਿ ਦਵਾਈ ਉਹਨੂੰ ਦਿੱਤੀ ਜਾ ਸਕਦੀ ਹੈ ਜਿਹਨੂੰ ਹਸਪਤਾਲ ਦੇ ਵਿੱਚ ਆਕਸੀਜਨ ਲੱਗੀ ਹੈ। ਉਸ ਦਵਾਈ ਦੀ ਉਸ ਬੰਦੇ ਨੂੰ ਵੀ ਲੋੜ ਹੋ ਸਕਦੀ ਹੈ ਜਿਹਨੂੰ ਬੈੱਡ ਹੀ ਨਹੀਂ ਮਿਲ ਰਿਹਾ, ਜਿਹਨੂੰ ਆਕਸੀਜਨ ਨਹੀਂ ਮਿਲ ਰਹੀ, ਜਿਹੜਾ ਬੰਦਾ ਅਫੋਰਡ ਨਹੀਂ ਕਰਦਾ 600 ਦਾ ਆਕਸੀਜਨ ਦਾ ਸਿਲੰਡਰ 16,000 ਦਾ। ਇਹਦਾ ਮਤਲਬ ਹੈ ਕਿ ਤੁਸੀਂ ਹੁਣ ਉਹਨੂੰ ਦਵਾਈ ਵੀ ਨਹੀਂ ਦਿਓਗੇ, ਤੁਸੀਂ ਉਧਰਲੇ ਪਾਸੇ ਵੀ ਨਹੀਂ ਤੋਰੋਗੇ। ਸਿੱਧੇ ਤੌਰ ਤੇ ਦਿੱਲੀ ਹਾਈ ਕੋਰਟ ਦੀ ਸਟੇਟਮੈਂਟ ਸੀ ਕਿ ਸਾਨੂੰ ਲੱਗਦਾ ਕਿ ਸਰਕਾਰ ਭਾਰਤ ਦੇ ਲੋਕਾਂ ਨੂੰ ਮਰਦੇ ਵੇਖਣਾ ਚਾਹੁੰਦੀ ਹੈ। ਇਹ ਤਾਂ ਹੈ, ਇਹ ਗੱਲਾਂ ਜਿੱਧਰ ਨੂੰ ਤੁਰ ਪਈਆਂ ਨਾ WhatsApp ਇਹ ਔਖੀਆਂ ਨੇ, ਪਰ ਚਲੋ ਮੈਨੂੰ ਲੱਗਦਾ ਹੁੰਦਾ ਵੀ ਉਹ ਦੋ ਪਈਆਂ ਤੇ ਵਿਸਰ ਗਈਆਂ ਵਾਲਾ ਕੰਮ ਹੈ ਆਪਣੇ ਲੀਡਰਾਂ ਦਾ ਵੀ। ਠੀਕ ਆ, ਸੁਪਰੀਮ ਕੋਰਟ ਦਾ ਇੱਕ ਦਿਨ ਝਾੜ ਪੈ ਜਾਂਦੀ ਹੈ, ਇੱਧਰੋਂ ਘਸੋਨਾ ਹਾਈ ਕੋਰਟ ਮਾਰ ਦਿੰਦੀ ਹੈ, ਫਿਰ ਉਧਰੋਂ ਕੋਈ ਬਾਕੀ ਸਟੇਟਾਂ ਦੀਆਂ ਹਾਈ ਕੋਰਟਾਂ ਮਾਰ ਦਿੰਦੀਆਂ ਨੇ। ਉਹ ਲੀਡਰ ਤੱਕ ਥੋੜਾ ਪਹੁੰਚਦਾ, ਉਧਰੋਂ ਬਿਆਨ ਮਗਰੋਂ ਆਉਂਦਾ ਜਾਂ ਸਟੇਟਮੈਂਟ ਬਾਅਦ ਚ ਆਉਂਦੀ ਹੈ, ਤੇ ਇਧਰੋਂ ਕਿਸੇ ਨਾ ਕਿਸੇ ਆਪਣੇ ਮਤਲਬ ਸਲਾਹਕਾਰ OSD ਦੂਜੇ ਤੀਜੇ ਪ੍ਰਸ਼ਾਸਨਿਕ ਅਧਿਕਾਰੀ ਕੋਈ DC ਥੱਲੇ ਵਾਲੇ ਵਿਚਾਰੇ SDM ਉਹਨਾਂ ਨੂੰ ਗਾਲਾਂ ਗੋਲਾਂ ਕੱਢ ਕੇ
ਤੋਰ ਕੇ ਮੁੜ ਕੇ ਆਵੇ ਵਿਹਲੇ। ਇਹੋ ਕੁਝ ਜੇ ਨਾ ਹੁੰਦਾ ਹੋਵੇ ਨਾ ਤੇ ਫਿਰ ਜਿਹੜੀਆਂ ਗੱਲਾਂ ਆਪਾਂ ਇੱਥੇ ਬਹਿ ਕੇ ਕਰਨ ਦੇ ਆਪਾਂ ਨੂੰ ਕਰਨ ਦੀ ਲੋੜ ਨਾ ਪਵੇ। ਪਰ ਇੱਕ ਚੀਜ਼ ਤਾਂ ਹੈਗੀ, ਦੇਖੋ ਦਿੱਲੀ 'ਚ ਇੱਕ ਕਾਮਯਾਬੀ ਉਹਨਾਂ ਨੇ ਕੱਲ੍ਹ ਦੀ ਕੀਤੀ, ਉਹਦਾ ਤੁਸੀਂ ਨਾਂ ਨਹੀਂ ਲੈਣ। ਆ ਜਾਓ। ਅਨਿਲ ਬੈਜਲ ਸਾਹਿਬ ਉਹਨਾਂ ਦਾ ਨਾਂ ਹੈ ਜੀ। ਲੈਫਟੀਨੈਂਟ ਗਵਰਨਰ ਸਾਹਿਬ, ਉਪ ਰਾਜਪਾਲ ਸਾਹਿਬ, ਉਪ ਰਾਜਪਾਲ ਸਾਹਿਬ ਦੇ ਕੋਲ ਕਹਿੰਦੇ ਕੱਲ੍ਹ ਦੀਆਂ ਸ਼ਕਤੀਆਂ ਆ ਗਈਆਂ ਨੇ। ਕਹਿੰਦੇ ਹੁਣ ਉਂਗਲ ਘੁਕੇਗੀ ਉਹਨਾਂ ਦੀ ਉਂਗਲ, ਜਿੱਧਰ ਨੂੰ ਵੀ ਉਹਨਾਂ ਨੇ ਉਂਗਲ ਘਕਾਤੀ, ਖੱਬੇ ਵਾਲੇ ਸੱਜੇ, ਸੱਜੇ ਵਾਲੇ ਖੱਬੇ, ਯਾਨੀ ਤੁਹਾਡੀਆਂ ਲੀਡਰਾਂ ਵਾਲੀਆਂ ਤਾਕਤਾਂ ਉਹਨਾਂ ਕੋਲ। ਮਤਲਬ ਕੇਜਰੀਵਾਲ ਹੋਰਾਂ ਨੇ ਠੀਕ ਹੈ ਉਹ ਸੀਟਾਂ 62-63 ਜਿੱਤੀਆਂ, ਪਹਿਲਾਂ ਉਹ ਕਹਿੰਦੇ 67 ਵੀ ਜਿੱਤੀਆਂ ਸੀ, ਹੋਣਗੀਆਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਲੋਕਾਂ ਕਹਿੰਦੇ ਵੋਟਾਂ ਪਾਈਆਂ, ਕਹਿੰਦੇ ਕੇਜਰੀਵਾਲ ਦੀ ਸਰਕਾਰ ਜਿੱਤੋਂ ਹੋਏਗੀ, ਕੋਈ ਕੇਜਰੀਵਾਲ ਦੀ ਸਰਕਾਰ ਇਹ ਵੀ ਸੀ। ਪਿਛਲੀ ਜਿਹੜੀ ਉਹ ਸੈਸ਼ਨ ਲੰਘ ਕੇ ਗਿਆ ਉਹਦੇ 'ਚ ਉਹਨਾਂ ਨੇ GNCT, ਮੈਂ ਬੜਾ ਔਖਾ ਨਾਂ ਯਾਦ ਕੀਤਾ, GNCT। ਫਿਰ ਮੈਂ ਕਿਹਾ GNCT ਹੈ ਕਿ ਉਹ ਕਹਿੰਦੇ ਵੀ ਗਵਰਨਮੈਂਟ ਆਫ ਕੈਪੀਟਲ ਰੀਜਨ, ਨਹੀਂ ਗਵਰਨਮੈਂਟ ਆਫ ਕੈਪੀਟਲ ਟੈਰੀਟਰੀ। ਯਾਰ ਫਿਰ ਮੈਂ ਫਸ ਗਿਆ ਨਾ। ਚਲੋ ਕੋਈ ਗੱਲ ਨਹੀਂ, ਇਸੇ ਕਰਕੇ 6ਵੀਂ 'ਚੋਂ ਮੈਂ ਨਹੀਂ ਦੱਸਣਾ 3 ਸਾਲ ਲੱਗੇ ਸੀ ਯਾਰ, ਮੈਂ ਪੰਜਾਬੀ 'ਚ ਆਇਆ। ਉਹ ਕਹਿੰਦੇ ਵੀ ਕੈਪੀਟਲ ਰੀਜਨ ਦੇ ਜਿਹੜਾ ਸ਼ਾਸਨ ਹੈ ਜੀ, ਉਹਨੂੰ ਚਲਾਉਣ ਲਈ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਅਮੈਂਡ ਕੀਤਾ ਗਿਆ, ਸੋਧ ਬਿੱਲ 2021 ਦੇ ਜੀ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਆਹ ਜਿਹੜੀ ਤਰੀਕ 27 ਤਰੀਕ ਲੰਘੀ ਨੂੰ ਇਹ ਸਾਰਾ ਕੁਝ ਕਰ ਦਿੱਤਾ ਗਿਆ, ਹੁਣ ਉਹਨਾਂ ਦੀਆਂ ਸ਼ਕਤੀਆਂ ਘੁਕਦੀਆਂ ਹੋਣਗੀਆਂ। ਜਿੱਦਾਂ ਪਹਿਲਾਂ ਖੇਤੀ ਵਾਲੇ ਜਿਹੜੇ ਅੰਦੋਲਨ ਕਰ ਰਹੇ ਲੋਕ ਨੇ, ਉਹਨਾਂ ਨੂੰ ਜਿਹੜਾ ਆਰਡੀਨੈਂਸ ਲਿਆਂਦਾ ਗਿਆ ਸੀ ਜਦੋਂ ਲੋੜ ਸੀ ਕਰੋਨੇ ਵਾਲੀ, ਉਦੋਂ ਕਿਹੜੀ ਵੇਲਣੇ 'ਚ ਬਾਂਹ ਆਈ ਸੀ। ਤੇ ਜੇ ਉਹ ਬਾਂਹ ਜੇ ਵੇਲਣੇ 'ਚੋਂ ਨਹੀਂ ਨਿਕਲੀ ਤੇ ਦਿੱਲੀ ਦੇ ਹਾਲਾਤ ਇਹੋ ਜਿਹੇ ਨੇ ਵੀ ਸੁਪਰੀਮ ਕੋਰਟ, ਹਾਈ ਕੋਰਟ ਰੋਜ਼ ਇਹੋ ਕੁਛ ਆਖੇ, ਤੇ ਉਦੋਂ ਆਪਾਂ ਦੂਜਾ ਇਧਰਲੇ ਪਾਸੇ ਫਸਾ ਦਈਏ ਵੀ ਦੂਜੀ ਜਿਹੜੀ ਬਾਂਹ ਉਹ ਵੀ ਵੇਲਣੇ 'ਚ ਦੇ ਦਈਏ। ਇਹ ਥੋੜ੍ਹਾ ਜਿਹਾ ਕੁਝ ਸਮਝਾਓਗੇ ਮੈਨੂੰ? ਦੇਖੋ ਸੰਧਾਲੀਆ ਸਾਹਿਬ, ਇਹ ਜਿਹੜਾ ਕਾਨੂੰਨ ਬਣਿਆ ਨਾ, ਇਹਦੇ ਨਾਲ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀਆਂ ਸ਼ਕਤੀਆਂ ਘਟੀਆਂ, ਉਪ ਰਾਜਪਾਲ ਸਾਹਿਬ ਦੀਆਂ ਵਧੀਆਂ, ਤੇ ਹੁਣ ਅਰਵਿੰਦ ਕੇਜਰੀਵਾਲ ਦੀ ਸਥਿਤੀ ਆਪਣੇ ਹੀ ਦਿੱਲੀ ਸੂਬੇ 'ਚ, ਜਿੱਥੇ ਲੋਕਾਂ ਨੇ ਵੋਟਾਂ ਪਾ ਕੇ ਲਗਾਤਾਰ ਤੀਸਰੀ ਵਾਰੀ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ, ਪਤਾ ਕਿੱਦਾਂ ਦੀ ਹੈ? ਉਹ ਇਦਾਂ ਦੀ ਹੈ, ਵੈਸੇ ਤਾਂ ਸਾਰੇ ਪਰਿਵਾਰ ਸੁਖੀ ਵਸਦੇ, ਨੌ ਸੱਸ ਦਾ ਰਿਸ਼ਤਾ ਬਹੁਤੇ ਪਰਿਵਾਰਾਂ ਦੇ ਵਿੱਚ ਬਹੁਤ ਵਧੀਆ, ਪਰ ਕਈ ਵਾਰੀ ਕੀ ਹੁੰਦਾ ਕਿ ਪ੍ਰਾਹੁਣੇ ਜਾਂਦੇ ਆ, ਉਹ ਜਾ ਕੇ ਬੈਠੇ ਹੁੰਦੇ ਆ ਤੇ ਉੱਥੇ ਸੱਸ ਕਹਿੰਦੀ ਹੁੰਦੀ ਆ, ਦੇਖੋ ਜੀ ਮੈਂ ਤਾਂ ਜੋ ਇਹ ਆਈ ਆ ਵਿਆਹ ਹੋ ਕੇ, ਜੋ ਚੌਂਕੇ ਚੜਾਈ ਆ, ਜੋ ਇਹਨੇ ਆਪ ਆਟੇ ਪਾਣੀ ਪਾਇਆ, ਉਹਦੇ ਤੋਂ ਬਾਅਦ ਮੈਂ ਛੱਡਤਾ ਹੀ ਸਾਰਾ ਕੁਝ, ਹੁਣ ਤਾਂ ਕੁੰਜੀਆਂ ਇਹਨੂੰ ਦੇਤੀਆਂ ਰਸੋਈ ਦੀਆਂ ਕਿ ਤੂੰ ਹੀ ਸਾਡੀ ਧੀ ਆ, ਤੂੰ ਹੀ ਸਾਡੀ ਨਹੁੰ ਆ, ਤੂੰ ਹੀ ਸਾਰਾ ਕੁਝ ਕਰਨਾ। ਪਰ ਨਹੁੰ ਨੂੰ ਵੀ ਪਤਾ ਹੁੰਦਾ ਕਿ ਬੇਬੇ ਕਹੀ ਤਾਂ ਜਾਂਦੀ ਆ ਕਿ ਸਾਰਾ ਕੁਝ ਮੇਰੇ ਕੋਲ ਹੀ ਆ, ਪਰ ਮੈਂ ਜੇ ਦਾਲ ਬਣਾਉਣੀ ਆ ਤਾਂ ਬੇਬੇ ਨੂੰ ਪੁੱਛ ਕੇ ਬਣਾਉਣੀ ਪੈਂਦੀ ਆ ਕਿ ਬੇਬੇ ਦਾਲ ਕਿਹੜੀ ਧਰਾਂ। ਜੇ ਮੈਂ ਮੋਠਾਂ ਦੀ ਧਰ ਲਈ ਤਾਂ ਬੇਬੇ ਨੇ ਕਹਿਣਾ ਨਾ ਨਾ ਅੱਜ ਤਾਂ ਰਾਜਮਾਂਹ ਬਣਾਉਣੇ ਸੀ, ਤਾਂ ਜੇ ਮੈਂ ਉੱਥੇ ਥਾਲ ਦੇ ਵਿੱਚ ਦਾਲ ਚੁਗਣ ਨੂੰ ਪਾ ਕੇ ਹੋਰ ਲਏ, ਬੇਬੇ ਨੇ ਕਹਿਣਾ ਨਾ ਉਧਰਲੇ ਪਾਸੇ ਕੱਦੂ ਪੱਕੀ ਜਾਂਦੇ ਆ, ਤੈਨੂੰ ਨਜ਼ਰ ਨਹੀਂ ਆਉਂਦੇ, ਪਹਿਲਾਂ ਕੱਦੂ ਲਾ ਕੇ ਲਿਆ, ਦਾਲ ਕਾਲੂ ਬਣਾਈ, ਚੱਲ ਇੱਥੇ ਰੱਖ ਦਿਓ, ਕੱਦੂ ਬਣਾਉਣੇ ਆ। ਜਾਣੀ ਕਿ ਚਾਬੀਆਂ ਨਹੁੰ ਦੇ ਕੋਲ ਆ, ਜਾਣੀ ਕਿ ਦਿੱਲੀ ਦੀਆਂ ਚਾਬੀਆਂ ਅਰਵਿੰਦ ਕੇਜਰੀਵਾਲ ਦੇ ਕੋਲ ਹੈ, ਪਰ ਜੇ ਉਹ ਨਹੁੰ ਨੇ ਕੱਦੂ ਬਣਾਉਣਾ ਹੈ, ਦਾਲ ਬਣਾਉਣੀ ਹੈ, ਚਾਹ ਦੇ ਵਿੱਚ ਦੁੱਧ ਕਿੰਨਾ ਕੁ ਪਾਉਣਾ ਹੈ, ਸਾਰਾ ਕੁਝ ਬੇਬੇ ਨੂੰ ਪੁੱਛ ਕੇ ਪਾਉਣਾ ਪੈਣਾ। ਆਪਣੇ ਤੌਰ ਦੇ ਉੱਤੇ ਹਰਾ ਪੈਨ ਉਹਨਾਂ ਦੇ ਕੋਲੇ ਹੈਗਾ, ਪਰ ਸਿੱਕਾ ਵਿੱਚ ਉਪ ਰਾਜਪਾਲ ਸਾਹਿਬ ਨੇ ਕੱਢ ਲਈ। ਅੱਧੀ ਗੱਲ ਕੀਤੀ ਹੈ ਤੁਸੀਂ। ਜੇ ਹੁਣ ਤੁਸੀਂ ਨੌ ਸੱਸ ਦੀ ਗੱਲ ਛੇੜੀ ਤੇ ਇਹਨੂੰ ਥੋੜਾ ਜਿਹਾ ਹੋਰ ਆਪਾਂ ਕਲੀਅਰ ਕਰੀਏ। GNCT ਇੰਨਾ ਕੁ ਯਾਦ ਆ ਯਾਰ, ਅੰਗਰੇਜ਼ੀ ਤੁਸੀਂ ਆਪ ਕਰ ਲਿਓ। ਅੱਛਾ ਮੇਰੀ ਗੱਲ ਸੁਣੋ, ਉਹਦੇ 'ਚ ਇਹ ਹੈ ਵੀ ਜੇ ਮੰਨ ਲਓ ਨੌ ਨੇ ਰਾਜਮਾ ਬੇਬੇ ਦੇ ਕਹਿਣ ਤੇ ਬਣਾ ਤੇ, ਹੁਣ ਉਹਦੇ ਕੋਲੋਂ ਕਿਤੇ ਲੂਣ ਵੱਧ ਪੈ ਗਿਆ, ਨਾ ਵੀ ਪਿਆ ਉਹਨੇ ਵੱਧ ਕਹਿਣਾ ਹੀ ਨਹੀਂ, ਮਤਲਬ ਪੈ ਗਿਆ, ਉਹ ਆਪ ਕੁਛ ਕਵੇ ਨਾ ਕਵੇ, ਮੰਨ ਲਓ ਘਰਦਿਆਂ ਚੋਂ ਖਾਧੇ ਤੇ ਕਿਸੇ ਨੇ ਆਖਿਆ ਵੀ ਆ ਲੂਣ ਜਿਹਾ ਕਿਦਾਂ, ਇਹਨੂੰ ਕਿੱਥੇ ਬਣਾਉਣੀ ਆਉਂਦੀ ਹੈ? ਜੇ ਮਰਜ਼ੀਆਂ ਕਰਨੀਆਂ ਤਾਂ ਆਹ ਕੁਛ ਨਹੀਂ ਹੋਣਾ। ਅਸੀਂ ਤੇ ਮੈਂ ਸਾਰੀ ਉਮਰ ਵੇਖ ਲਾ, ਤੂੰ ਆਪਣੇ ਪਿਓ ਨੂੰ ਪੁੱਛ ਕੇ ਵੇਖ ਲਾ, ਹੈ ਕਦੀ ਕੋਈ ਗੱਲ ਹੋਈ? ਪਿਓ ਵਿਚਾਰਾ ਗੁੱਗਲ ਜਿਹਾ ਆਂਦਾ ਵੀ ਮੈਂ ਤੇ ਵਿਚਾਰਾ ਕਹਿਣ ਜੋਗੇ ਨੇ, ਹੁਣ ਗਾਂ ਠੀਕ ਹੈ ਜਿੱਦਾਂ ਚੱਲੀ ਜਾਂਦਾ। ਸਾਰੇ ਪਿੰਡ ਜਿੱਦਾਂ ਮਰਜ਼ੀ ਬੋਲੇ ਤੁਹਾਡੇ ਵਾਂਗੂ, ਪਰ ਘਰੇ ਥੋੜੀ ਬੋਲ ਸਕਦਾ। ਮੈਂ ਗੱਲ ਹੀ ਕੀਤੀ ਆ, ਕਰੋ ਵੇਚਤੀਆਂ ਕਹਿਣ ਤੋਂ ਭਾਵੇਂ ਕਿ ਵੀ ਇਹ ਸਮਝ ਨਹੀਂ ਆਈ ਵੀ ਇੱਕ ਪਾਸੇ ਜਿਹੜੀ ਚੀਜ਼ ਜਿੱਦਾਂ ਕਰਨ ਦੀ ਲੋੜ ਹੈ, ਉਸ ਮੌਕੇ ਦੇ ਉੱਪਰ ਆਪਾਂ ਇਹੋ ਜਿਹੀਆਂ ਅਮੈਂਡਮੈਂਟ, ਆਪਾਂ ਨੂੰ ਕੋਈ ਕੇਜਰੀਵਾਲ ਨਾਲ ਹਮਦਰਦੀ ਨਹੀਂ, ਆਪਾਂ ਨੂੰ ਕੋਈ ਅਨਿਲ ਬੈਜਲ ਸਾਹਿਬ ਨਾਲ ਹਮਦਰਦੀ ਨਹੀਂ, ਠੀਕ ਹੈ। ਅਗਲੇ ਉਪ ਰਾਜਪਾਲ ਨੇ, ਅਗਲੇ ਮੁੱਖ ਮੰਤਰੀ ਨੇ, ਉਹਨਾਂ ਨੇ ਸਰਕਾਰ ਚਲਾਉਣੀ, ਉਹ ਕਹਿੰਦੇ ਅਸੀਂ ਆਪਣੀ ਚਲਾਉਣੀ ਜੀ। ਪਰ ਯਾਰ ਲੋਕਾਂ ਨੂੰ ਜੀ ਲੈਣ ਦਿਓ, 2-3 ਮਹੀਨੇ ਬਾਅਦ ਇਹ ਲੱਤ ਫਸਾ ਲਿਓ। ਹੁਣ ਜਿਹੜੀ ਇਹ ਲੱਤ ਫਸ ਗਈ, ਤੁਹਾਨੂੰ ਨਹੀਂ ਲੱਗਦਾ ਵੀ ਜੇ ਇਸ ਵਕਤ ਪ੍ਰਬੰਧ ਕੀਤੇ ਜਾ ਰਹੇ, ਕੋਈ ਬੰਦਾ ਥੱਲੇ ਆਰਡਰ ਜਾਊਗਾ ਜੀ ਆਹ ਫਲਾਨਾ ਆਰਡਰ ਦਿੱਲੀ ਸਰਕਾਰ ਨੇ ਦਿੱਤਾ, ਜਿਹੜਾ ਥੱਲੇ ਵਾਲਾ ਬੰਦਾ ਕੋਈ ਯਾਰ ਇਹ ਮੁੱਖ ਮੰਤਰੀ ਨੇ ਦਿੱਤਾ ਕਿ ਉਪ ਰਾਜਪਾਲ ਨੇ ਦਿੱਤਾ, ਉਹ ਕਹਿੰਦਾ ਕੋਈ ਨਹੀਂ ਦਫਾ ਕਰ, ਤੂੰ ਰਹਿਣ ਦੇ ਪਿਆ ਪਾਸੇ। ਜੇ ਕੋਈ ਪੁੱਛੂਗਾ ਉਹ ਕਹੇ ਸਰ ਤੁਸੀਂ ਭੇਜਿਆ ਸੀ, ਸਾਨੂੰ ਤਾਂ ਇਹ ਹੁਕਮ ਆਇਆ ਸੀ, ਉਪ ਰਾਜਪਾਲ ਸਾਹਿਬ ਨੇ ਤਾਂ ਇਦਾਂ ਕਹਿਣਾ ਸੀ, ਜਾਂ ਉਹਨਾਂ ਨੇ ਤਾਂ ਇਦਾਂ ਕਿਹਾ ਸੀ, ਤੁਸੀਂ ਦੱਸੋ ਕੀ ਕਰੀਏ? ਹੁਣ ਇਹ ਸਾਰੇ ਰੌਲੇ 'ਚ ਮਰਨਗੇ ਤਾਂ ਲੋਕ ਹੀ ਨਾ। ਸੰਧਾਲੀਆ ਸਾਹਿਬ 100% ਲੋਕਾਂ ਦਾ ਨੁਕਸਾਨ ਹੋਣਾ। ਇੱਕ ਗੱਲ ਤਾਂ ਪੱਕੀ ਹੈ ਕਿ ਪਹਿਲਾਂ ਕਈ ਮੁੱਦੇ ਇਦਾਂ ਦੇ ਸੀ ਜਿੱਥੇ ਕੇਜਰੀਵਾਲ ਸਾਹਿਬ ਪਹਿਲਾਂ ਪੁੱਛਦੇ ਸੀ ਫਿਰ ਕੰਮ ਕਰਦੇ ਸੀ, ਕਈ ਮੁੱਦੇ ਇਦਾਂ ਦੇ ਸੀ ਕੰਮ ਕਰਕੇ ਸਿਰਫ ਦੱਸਦੇ ਸੀ, ਪਰ ਹੁਣ 100% ਕੰਮ ਪਹਿਲਾਂ ਪੁੱਛਣੇ ਪੈਣਗੇ। ਮੈਂ ਇੱਕ ਉਦਾਹਰਣ ਦਿੰਦਾ, ਫਿਰ ਆਪਾਂ ਅਗਲੀਆਂ ਖਬਰਾਂ ਵੱਲ ਜਾਣਾ। ਕਿ ਜਦੋਂ ਕੇਜਰੀਵਾਲ ਸਰਕਾਰ ਨੂੰ ਕਿਹਾ ਗਿਆ ਸੀ ਨਾ ਕਿ ਅਸਥਾਈ ਜੇਲ੍ਹਾਂ ਬਣਾ ਦਿਓ ਸਟੇਡੀਅਮ ਨੂੰ, ਉਹ ਅਰਵਿੰਦ ਕੇਜਰੀਵਾਲ ਦੇ ਕੋਲ ਅਧਿਕਾਰ ਸੀ ਉਦੋਂ ਕਿ ਕਿਸਾਨ ਆ ਰਹੇ ਨੇ, ਉਹ ਕਹਿੰਦਾ ਨਹੀਂ ਬਣਾਉਣੀਆਂ, ਤੇ ਹੁਣ ਕਹੂਗਾ
ਹੁਣ ਪਹਿਲਾਂ ਪੁੱਛੂਗਾ, ਹੁਣ ਫਾਈਲ ਉੱਪਰਲੇ ਪਾਸੇ ਜਾਊਗੀ, ਫਰਕ ਇੰਨਾ ਕੁ ਪਿਆ। ਮੈਂ ਕਿਹਾ ਛੇਤੀ ਸਮਝ ਆ ਜਾਊ। ਹਾਂ ਨਹੀਂ ਪੁੱਛੂਗਾ ਵੀ ਕਿਉਂ, ਹੁਣ ਤਾਂ ਸਿਰਫ ਉਹਨਾਂ ਨੂੰ ਦੱਸਿਆ ਜਾਵੇਗਾ ਤੇ ਉਹ ਕਹਿਣਗੇ ਵੀ ਕੀ ਗੱਲ ਹੋ ਗਈ ਉਧਰ ਪੁਲਿਸ ਗਈ, ਉਹ ਕਹਿੰਦੇ ਉਪ ਰਾਜਪਾਲ ਸਾਹਿਬ ਨੇ ਕਿਹਾ ਵੀ ਉੱਥੇ ਜੇਲਾਂ ਬਣਾ, ਇੱਦਾਂ ਹੀ ਹੋਣਾ। ਅੱਛਾ ਆਪਾਂ ਹੁਣ ਪੰਜਾਬ ਵਾਲੇ ਪਾਸੇ ਆਈਏ ਬਾਦ ਸਾਹਿਬ। ਪੰਜਾਬ ਵਾਲੇ ਪਾਸੇ ਜਿਹੜੀ ਚੀਜ਼ ਪਿਛਲੇ 2-3 ਦਿਨਾਂ ਤੋਂ ਸਰਕਾਰ ਦੇ ਵਿੱਚ ਸੁਲਗਦੀ ਪਈ ਸੀ ਤੇ ਫਿਰ ਪਹਿਲੀ ਕੈਬਨਿਟ ਮੀਟਿੰਗ ਤੋਂ ਬਾਅਦ ਵਾਹਵਾ ਰੌਲਾ ਪੈ ਗਿਆ ਜਦੋਂ ਕਹਿੰਦੇ ਕਿ ਇੱਕ ਕੈਬਨਿਟ ਮੰਤਰੀ ਸਾਹਿਬ ਨੇ ਤੇ ਉਧਰੋਂ ਕਾਂਗਰਸ ਪ੍ਰਧਾਨ ਸਾਹਿਬ ਨੇ ਅਸਤੀਫੇ ਦੀ ਆਫਰ ਕਰਤੀ। ਫਿਰ ਉੱਤੇ ਵੀ ਸਿਆਸਤ ਹੋਈ ਵੀ ਐਵੇਂ ਡਰਾਮੇ ਕਰਦੇ ਆ, ਅਸਤੀਫੇ ਦੇਣੇ ਤੇ ਇਦਾਂ ਥੋੜਾ ਦਿੱਤੇ ਜਾਂਦੇ ਹੈ ਨਾ। ਪਰ ਉਹਦੇ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਹੁਣ ਵਿਧਾਇਕਾਂ ਦੇ ਨਾਲ ਮੇਲ ਜੋਲ ਕਰਕੇ ਸ਼ੁਰੂ ਕੀਤਾ ਕੰਮ, ਐਂ ਜਾਪਦਾ ਸੀ ਵੀ ਜਿਵੇਂ ਪਹਿਲਾਂ ਲੰਚ ਡਿਪਲੋਮੇਸੀ, ਡਿਨਰ ਡਿਪਲੋਮੇਸੀ ਹੁੰਦੀ ਆ ਵੀ ਜੇ ਕਿਤੇ ਮਾੜੀ ਜਿਹੀ ਅੱਗ ਧੁਖਦੀ ਆ ਥੋੜ੍ਹੇ ਜਿਹੇ 4 ਛੱਟੇ ਮਾਰੇ ਪਾਣੀ ਦੇ ਕੰਮ ਠੰਡਾ। ਪਰ ਹੁਣ ਕਹਿੰਦੇ ਮੀਟਿੰਗਾਂ ਵੀ ਵਾਹਵਾ ਗਰਮ ਹੋਈਆਂ ਤੇ ਖਾਸ ਕਰਕੇ ਜਿਹੜੀਆਂ ਇਹਨਾਂ ਮੀਟਿੰਗਾਂ ਦੇ ਵਿੱਚ MLA ਸਾਹਿਬਾਨ ਜਿਹੜੇ ਗਏ ਥੱਲਿਓਂ, ਉਹਨਾਂ ਨੇ ਜਾ ਕੇ ਕਿਹਾ ਵੀ ਸਾਹਿਬ ਬਹਾਦਰ ਦੇਖੋ ਅਸੀਂ ਨਹੀਂ ਕਹਿੰਦੇ, ਲੋਕ ਕਹਿੰਦੇ ਆ ਵੀ ਰਲ ਗਏ ਜੇ, ਅਸੀਂ ਨਹੀਂ ਕਹਿੰਦੇ, ਲੋਕ ਕਹਿੰਦੇ ਆ ਵੀ ਅੰਦਰ ਖਾਤੇ ਕੁਛ ਨਾ ਕੁਛ ਹੈਗਾ। ਹੁਣ ਇਹ ਦੱਸੋ ਵੀ ਇਹਦਾ ਜਵਾਬ ਕੀ ਦਈਏ? ਤੁਸੀਂ ਤਾਂ ਕਹਿੰਦੇ ਲੋਕਾਂ 'ਚ ਜਾਓ ਆਪਣੀ ਗੱਲ ਦੱਸੋ, ਅਸੀਂ ਆਪਣੀ ਗੱਲ ਦੱਸਦੇ ਹੋ, ਕਹਿੰਦੇ ਨਹੀਂ ਤੁਹਾਡੀ ਬਾਤ ਸੁਣਦੇ ਆ, ਪਹਿਲਾਂ ਸਾਡੀ ਦੱਸੋ ਵੀ ਉਹਦਾ ਕੀ ਜਵਾਬ, ਅਸੀਂ ਕੀ ਕਹੀਏ। ਮਾਲਵਾ ਜੇ ਰਹਿੰਦਾ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਦੇ ਨਾਲ ਗੱਲ ਹੋ ਗਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਪਹਿਲਾ ਪੂਰ ਦੁਆਬੇ ਵਾਲਿਆਂ ਦਾ ਸੀ, ਦੂਸਰਾ ਮਾਝੇ ਵਾਲਿਆਂ ਦਾ ਕਾਂਗਰਸੀ ਵਿਧਾਇਕਾਂ ਨਾਲ। ਉਹਦੇ ਵਿੱਚ ਵੀ ਹੁਣ ਤੁਸੀਂ ਦੇਖੋ ਕਿ ਪਹਿਲਾ ਜਿਹੜਾ ਦੁਆਬੇ ਵਾਲੇ ਵਿਧਾਇਕ ਗਿਆ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਦਬਕਾ ਮਾਰਿਆ ਸੀ ਨਵਜੋਤ ਸਿੰਘ ਸਿੱਧੂ ਦਾ ਨਾਂ ਲੈ ਕੇ ਕਿ ਭਾਈ ਜੇ ਜਾਣਾ ਜਾਵੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ, ਇਦਾਂ ਦੀ ਕੋਈ ਗੱਲ ਹੀ ਨਹੀਂ ਹੈ, ਜੇ ਲੜਨੀ ਇਲੈਕਸ਼ਨ ਲੜ ਲਵੇ। ਉਹਦੇ ਨਾਲ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਭਾਈ ਜੇ ਜਾਖੜ ਸਾਹਿਬ, ਰੰਧਾਵਾ ਸਾਹਿਬ ਅਸਤੀਫਾ ਦਿੰਦੇ ਆ, ਪਿੱਛੇ ਕਿਤੇ ਕਤਾਰ ਨਾ ਲੱਗ ਜਾਵੇ, ਮੈਂ ਉਨਾ ਹੀ ਸਖਤ ਹਾਂ ਅਜੇ। ਉਹ ਮੈਨੂੰ ਐ ਲੱਗਦਾ ਕਿ ਸਿੱਧੂ ਸਾਹਿਬ ਨੂੰ ਦਬਕਾ ਮਾਰ ਕੇ ਉਹਨਾਂ ਨੇ ਬਾਕੀਆਂ ਦੇ ਦਰਵਾਜ਼ੇ ਬੰਦ ਕੀਤੇ ਸੀ ਕਿ ਭਾਈ ਜਿੱਥੇ ਜਿੱਥੇ ਬੈਠੇ ਆ ਚੁੱਪ ਕਰਕੇ ਦੰਦਾਂ ਥੱਲੇ ਜੀਭ ਲੈ ਕੇ ਬੈਠੋ। ਹੁਣ ਵਿਧਾਇਕ ਮੂਹਰੇ ਬੈਠੇ ਉਹ ਕੀ ਕਹਿੰਦੇ ਸੀ? ਕਹਿੰਦੇ ਜੀ ਲੋਕ ਇਦਾਂ ਕਹਿੰਦੇ ਆ, ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਕੈਪਟਨ ਸਾਹਿਬ ਤੁਹਾਡੇ ਨਾਲ ਹੀ ਆ, ਸਾਨੂੰ ਤਾਂ ਪਤਾ ਤੁਸੀਂ ਵਧੀਆ ਕੰਮ ਕਰਦੇ ਹੋ, ਪਰ ਲੋਕ ਕਹਿੰਦੇ ਆ ਕਿ ਆਪਾਂ ਰਲ ਗਏ ਆ, ਸਾਨੂੰ ਵੋਟਾਂ ਲੈਣ ਜਾਣ ਦੇ ਲਈ ਭਲਕ ਨੂੰ ਲੋਕਾਂ ਦੇ ਦਰ ਖੜਕਾਉਣੇ ਬਹੁਤ ਔਖੇ ਹੋ ਜਾਣੇ ਆ। ਤੇ ਮੂਹਰੇ ਕੈਪਟਨ ਸਾਹਿਬ ਕਾਨੂੰਨੀ ਦੱਸਦੇ ਸੀ, ਆਪਾਂ ਸੁਪਰੀਮ ਕੋਰਟ ਜਾਵਾਂਗੇ, ਆਪਾਂ ਨਵੀਂ SIT ਬਣਾਵਾਂਗੇ। ਪਤਾ ਲੱਗਾ ਕਿ ਰਾਣਾ ਗੁਰਜੀਤ ਸਿੰਘ ਹੋਰੀ ਵੈਸੇ ਕੈਪਟਨ ਸਾਹਿਬ ਦੇ ਬਹੁਤ ਖਾਸ ਨੇ, ਉਹਨਾਂ ਨੇ ਵੀ ਕਿਹਾ ਕਿ ਭਾਈ ਔਖਾ ਹੋ ਜਾਊਗਾ ਲੋਕਾਂ ਦੇ ਵਿੱਚ ਜਾਣਾ, ਲੋਕ ਕਹਿੰਦੇ ਆ। ਉਹਦੇ ਤੋਂ ਬਾਅਦ ਪ੍ਰਗਟ ਸਿੰਘ ਹੋਰਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਮੈਂ ਨਹੀਂ ਕਹਿੰਦਾ, ਪਰ ਪੰਜਾਬ ਦੇ ਲੋਕ ਬੜੇ ਆਰਾਮ ਦੇ ਨਾਲ ਕਹਿੰਦੇ ਆ ਕਿ ਕਾਂਗਰਸ ਤੇ ਅਕਾਲੀ ਰਲ ਗਿਆ, ਕੈਪਟਨ ਸਾਹਿਬ ਤੇ ਉਹ ਪਰਿਵਾਰ ਕਹਿੰਦੇ ਲੋਕ ਕਹਿੰਦੇ ਆ ਤੇ ਲੋਕਾਂ ਨੇ ਸਾਨੂੰ ਵੋਟਾਂ ਪਾਉਣੀਆਂ। ਇਹ ਤਾਂ ਦੁਆਬੇ ਵਾਲਿਆਂ ਦੀ ਗੱਲ ਸੀ, ਪਰ ਜਦੋਂ ਮਾਝੇ ਦੇ ਵਿਧਾਇਕਾਂ ਨੂੰ ਸੱਦਿਆ ਤਾਂ ਫਿਰ ਉੱਥੇ ਪਤਾ ਲੱਗਾ ਕਿ ਭਾਈ ਉਹਨਾਂ ਨੇ ਤਾਂ ਸਾਫ਼ ਕਿਹਾ, ਕਿਉਂਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਸੰਬੰਧਿਤ ਹੈ ਕੋਟਕਪੁਰਾ ਕਾਂਡ, ਉਹਦਾ ਸਭ ਤੋਂ ਵੱਧ ਰੌਲਾ ਹੀ ਮਾਝੇ ਦੇ ਵਿੱਚ ਪਿਆ ਸੀ। ਇੱਕ ਪਾਸੇ ਉਹ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹਰਮਿੰਦਰ ਸਿੰਘ ਗਿੱਲ ਵਰਗੇ ਕਾਂਗਰਸੀ ਵਿਧਾਇਕ ਹੁੰਦੇ ਸੀ, ਤੇ ਦੂਸਰੇ ਪਾਸੇ ਅਕਾਲੀ ਦਲ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਉਹਨਾਂ ਦੇ ਸਾਥੀ ਹੁੰਦੇ ਸੀ। ਠੋਕ ਵਜਾ ਕੇ ਕਹਿੰਦੇ ਸੀ ਨਾ, ਇੱਕ ਦੂਜੇ ਨੂੰ ਕਹਿੰਦੇ ਸੀ, ਉਹ ਉਹਨਾਂ ਤੇ ਇਲਜ਼ਾਮ ਲਾਉਂਦੇ ਪੁੱਠਾ ਟੰਗ ਦਿਆਂਗੇ, ਉਹ ਕਹਿੰਦੇ ਲੰਮੇ ਪਾ ਲਿਆਂਗੇ। ਸਭ ਤੋਂ ਵੱਧ ਮੁੱਦਾ ਜੇ ਭਖਣਾ ਕਿਉਂਕਿ ਕਾਂਗਰਸੀ ਵਿਧਾਇਕਾਂ ਦਾ ਖੁਦ ਇਹ ਕਹਿਣਾ, ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਕਿ ਰਲਿਓ ਆ, ਸਾਨੂੰ ਨਹੀਂ ਪਤਾ ਰਲਿਓ ਕਿ ਨਹੀਂ ਰਲੇ, ਪਰ ਹੁਣ ਕਿਉਂਕਿ ਸਿੱਧੇ ਤੌਰ ਦੇ ਉੱਤੇ ਇਹ ਗੱਲ ਜਿਹੜੀ ਉਦੋਂ ਚੱਲ ਪਈ ਸੀ, ਹੁਣ ਕਾਂਗਰਸੀ ਵਿਧਾਇਕਾਂ ਨੂੰ ਪਤਾ ਕਿ ਕਿਸੇ ਨੂੰ ਰੁਜ਼ਗਾਰ ਮਿਲੇ ਨਾ ਮਿਲੇ, ਪੈਨਸ਼ਨ ਮਿਲੇ ਨਾ ਮਿਲੇ, ਬੇਰੁਜ਼ਗਾਰੀ ਭੱਤਾ ਵਧੇ ਨਾ ਵਧੇ, ਕੋਈ ਸ਼ਗਨ ਸਕੀਮ 51,000 21,000 1 ਲੱਖ 1,000 ਹੋਵੇ ਨਾ ਹੋਵੇ, ਐਤਕੀ ਇਸੇ ਮੁੱਦੇ ਨੂੰ ਆਧਾਰ ਬਣਾ ਕੇ ਮਾਝੇ ਦੀਆਂ ਜਿਹੜੀਆਂ 25 ਸੀਟਾਂ ਨਾ, ਉਹਨਾਂ ਦੇ ਵਿੱਚੋਂ ਬਹੁਤੀਆਂ ਸੀਟਾਂ ਦੇ ਉੱਤੇ ਘੋਲ ਹੋਣਾ। ਤੇ ਜਦੋਂ ਬਾਰ-ਬਾਰ ਉਹ ਕਹਿੰਦੇ ਆ ਤੇ ਪਤਾ ਤੇ ਇਹ ਵੀ ਲੱਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੀਟਿੰਗ ਦੇ ਵਿੱਚੋਂ ਵੀ ਗੈਰ ਹਾਜ਼ਰ ਰਹੇ ਆ, ਇਹਦਾ ਮਤਲਬ ਕਿ ਅਗਲਾ ਬੰਦਾ ਆਪਣਾ ਵਿਰੋਧ ਪ੍ਰਗਟ ਕਰਦਾ। ਹੁਣ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ, ਨਾਲ ਹੀ ਉਹਨਾਂ ਦੇ ਸੁਖਜਿੰਦਰ ਸਿੰਘ ਰੰਧਾਵਾ, ਥੋੜਾ ਜਿਹਾ ਪਰੇ ਨੂੰ ਅੰਮ੍ਰਿਤਸਰ ਵੱਲ ਨੂੰ ਚਲੇ ਜਾਈਏ ਤਾਂ ਫਿਰ ਆਪਾਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਨੇ, ਤੇ ਬੰਦੇ ਕਈ ਅੰਦਰ ਖਾਤੇ ਟੈਲੀਫੋਨ ਵੀ ਕਰਦੇ ਨੇ, ਸਿੱਧੂ ਸਾਹਿਬ ਕੀ ਕਰੀਏ, ਗੱਲਾਂ ਕਰਨ ਨੂੰ ਤਾਂ ਜੀ ਕਰਦਾ ਹੀ ਆ, ਪਰ ਅਜੇ ਸਾਹਮਣੇ ਨਹੀਂ ਆ ਸਕਦੇ। ਨਹੀਂ ਕੱਲਾ ਟੈਲੀਫੋਨ ਕਿਉਂ, ਜੇ ਕਿਸੇ ਨੂੰ ਅਜੇ ਵਹਿਮ ਹੈ ਤੇ ਆਪਾਂ ਚੇਤਾ ਕਰਾ ਦਿੰਦੇ ਹਾਂ, ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਸਮਾਗਮ ਵੀ ਵੱਡਾ ਸੀ ਜੀ, ਸਿੱਧੂ ਸਾਹਿਬ ਵੀ ਉੱਥੇ ਗਏ ਸੀ। ਹੁਣ ਸਿੱਧੂ ਸਾਹਿਬ ਦੀ ਗੱਡੀ ਤੰਬੂ ਦੇ ਕਿਹੜੇ ਪਾਸੇ ਲੱਗੀ ਸੀ ਤੇ ਉਸ ਤੰਬੂ ਦੇ ਕਿਹੜੇ ਪਾਸੇ ਦੀ ਜਾ ਕੇ ਕਿਹੜੇ ਬੰਦੇ ਨੇ ਜੱਫੀਆਂ ਪਾਈਆਂ ਸੀ, ਉਸ ਸੀਨ ਨੂੰ ਮੇਰੇ ਖਿਆਲ ਨਾਲ ਯਾਦ ਕਰ ਲੈਣਾ ਚਾਹੀਦਾ, ਆਪਣੇ ਵੀ ਪਾ ਲਾ ਜਾਣੀ ਕਹਾਣੀ। ਕੈਪਟਨ ਸਾਹਿਬ ਕਹਿੰਦੇ ਇੱਕ ਪਾਸੇ ਬੈਠੇ ਸੀ ਤੇ ਇਧਰਲੇ ਪਾਸੇ ਸਿੱਧੂ ਸਾਹਿਬ ਬੈਠੇ। ਜਦੋਂ ਕੈਪਟਨ ਸਾਹਿਬ ਦਾ ਧਿਆਨ ਦੂਜੇ ਪਾਸੇ ਹੁੰਦਾ, ਕੋਈ ਨਾ ਕੋਈ ਕਾਂਗਰਸੀ MLA ਜਾ ਕੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਨੇ, ਉੱਧਰ ਬੈਠਾ ਕੋਈ ਨਹੀਂ, ਹੁਣ ਥੋੜਾ ਜਿਹਾ ਬੈਠਾ, ਆਹੋ ਤੁਹਾਨੂੰ ਪਤਾ ਹੀ ਹੈ। ਨਹੀਂ ਪਰ ਇੱਕ ਗੱਲ ਹੈ, ਦੇਖੋ ਇੱਕ ਚੀਜ਼ ਤਾਂ ਇਹਦੇ 'ਚ ਕਲੀਅਰ ਹੋ ਗਈ ਵੀ ਹੁਣ ਹੌਲੀ ਕੁਛ ਬੰਦੇ ਚੁੱਪ ਕਰਨ ਲੱਗ ਪਏ। ਜਦੋਂ ਤੁਸੀਂ ਰੰਧਾਵਾ ਸਾਹਿਬ ਦਾ ਜ਼ਿਕਰ ਕੀਤਾ, ਇਹਦਾ ਮਤਲਬ ਜੇ ਰੰਧਾਵਾ ਸਾਹਿਬ ਚੁੱਪ ਨੇ ਤਾਂ ਜਿਹੜੀ ਉਹ ਬਾਹਰ ਚਰਚਾ ਹੈ ਕਿ ਵੀ ਅਸਤੀਫਾ ਐਵੇਂ ਬਹਾਨਾ ਹੀ ਆ, ਅਸਤੀਫਾ ਐਵੇਂ ਇੱਦਾਂ ਹੀ ਆ, ਅਸਤੀਫਾ ਦਾ ਪਾੜਤਾ ਸੀ। ਅਸਤੀਫਾ ਭਾਵੇਂ ਪਾੜ ਦਿੱਤਾ ਹੋਵੇ ਕੈਪਟਨ ਸਾਹਿਬ ਨੇ, ਪਰ ਉਹ ਅਸਤੀਫੇ ਦੇ ਪਿੱਛੇ ਜਿਹੜੀ ਉਹਨਾਂ ਦੀ ਮਨਸ਼ਾ ਜਾਂ ਨਾਰਾਜ਼ਗੀ ਸੀ ਉਹ ਐਜ਼ ਇਟ ਇਜ਼ ਹੈ। ਪਰ ਉੱਧਰੋਂ ਹੁਣ ਜਦੋਂ ਕੈਪਟਨ ਸਾਹਿਬ ਨੇ ਉਹ ਫੈਰ ਖੋਲ੍ਹਤਾ ਵੀ ਆ ਜੇ ਫਿਰ ਐਡੀ ਕਿਹੜੀ ਗੱਲ ਆ, ਜਨਰਲ JJ ਸਿੰਘ ਵੀ ਆਇਆ ਸੀ,
ਹੋਰ ਕਿਸੇ ਨੂੰ ਦਰਦ ਹੋਇਆ ਜਾਂ ਨਹੀਂ ਹੋਇਆ, ਪਰ ਜਨਰਲ ਜੇ ਸਿੰਘ ਹੁਰੀ ਤਾਂ ਯਾਰ ਬੋਲੇ ਨੇ। ਉਹ ਕਹਿੰਦੇ ਕਿੱਦਾਂ ਕੈਪਟਨ ਸਾਹਿਬ, ਤੁਹਾਨੂੰ ਅਜੇ ਤੱਕ ਮੈਂ ਯਾਦ ਆ, ਪਰ ਇਹ ਪੰਜਾਬੀਆਂ ਨੂੰ ਯਾਦ ਹੈ ਭਈ ਮੈਂ ਨਹੀਂ ਹਾਰਿਆ ਸੀ, ਤੁਸੀਂ ਦੋਵਾਂ ਨੇ ਰਲ ਕੇ ਮੈਨੂੰ ਹਰਾਇਆ ਸੀ, ਕਾਂਗਰਸੀਆਂ ਨਾਲ, ਅਕਾਲੀਆਂ ਨੇ। ਹਾਂ, ਅਕਾਲੀ ਤੇ ਕਾਂਗਰਸੀ ਰਲੇ ਸੀ। ਇਹ ਅੱਜ ਦੇ ਨਹੀਂ, ਇਹ ਤਾਂ 2017 ਦੇ ਰਲੇ ਆ। ਉਹ ਕਹਿੰਦੇ ਮੈਂ ਤਾਂ ਉਦੋਂ ਦਾ ਕਹਿੰਦਾ ਸੀ ਇਹ ਰਲਿਆ, ਇਹਨਾਂ ਨੂੰ ਅੱਜ ਸਮਝ ਲੱਗੀ ਆ। ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਲੰਬੀ ਦਾ ਤਾਂ ਜਲਾਲਾਬਾਦ ਦਾ ਨਾਂ ਵੀ ਲੈਤਾ ਹੈ। ਉਹ ਫਿਰ ਲੈਣਗੇ ਵੀਰ ਜੀ, ਹੁਣ ਐਕਸਪਲੇਨ ਤਾਂ ਕਰਨਾ ਹੀ ਦੇਖੋ ਕਿੱਥੇ ਜਨਰਲ ਜੇ ਸਿੰਘ ਕਿੱਡਾ ਵੱਡਾ ਨਾਮ, ਤੇ ਜਦੋਂ ਪਟਿਆਲੇ ਦੇ ਸਾਹਮਣੇ ਜਦੋਂ ਇਲੈਕਸ਼ਨ ਕੰਪੇਨ ਚੱਲਦੀ ਸੀ ਪਹਿਲਾਂ ਥੋੜੇ ਦਿਨ ਵਾਹ ਹਵਾਜੀ ਸੀਗੀ ਯਾਰ ਜਨਰਲ ਜੇ ਸਿੰਘ ਹੋਰਾਂ ਨੇ ਕਿੱਥੇ ਆ ਕੇ ਪੰਗਾ ਲੈ ਲਿਆ, ਪਰ ਜਿੱਦਣ ਮੁੜ ਕੇ ਕਹਿੰਦੇ ਫਿਰ ਡੱਬਾ ਫੋਲਣ ਲੱਗੇ ਆ। ਦੇਖੋ ਪਤਾ ਕੀ ਹੁੰਦਾ, ਜਦੋਂ ਗੁਬਾਰੇ ਦੇ ਵਿੱਚੋਂ ਗੈਸ ਭਰੀ ਹੋਵੇ ਬਹੁਤ ਹੌਲੀ ਹੌਲੀ ਤਾਂ ਨੂੰ ਜਾਂਦਾ ਹੈ, ਪਰ ਜਦੋਂ ਸ਼ੂ ਕਰਕੇ ਆਉਂਦਾ ਪਤਾ ਨਹੀਂ ਹੁਣ ਕਿਹਨੇ ਹਵਾ ਕੱਢੀ ਹੈ। ਵੈਸੇ ਹੀ ਗੱਲ ਹੀ ਕੀਤੀ ਹੈ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਮੇਰੇ ਆਪ ਦੇ ਬੰਦੇ ਵੀ ਅੰਦਰ ਖਾਤੇ ਖੁਸ਼ ਨਹੀਂ ਹੈ, ਉਹਨਾਂ ਦੀਆਂ ਵੀ ਕੁਝ ਸਮੱਸਿਆਵਾਂ ਨੇ, ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲਦਾ ਨਹੀਂ ਮਿਲਦਾ ਉਹ ਵੱਖਰੀ ਗੱਲ ਹੈ। ਹੁਣ ਮੁੱਦਾ ਤਾਂ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਦੋਂ ਮਿਲਣਾ। ਅਕਾਲੀ ਦਲ ਇਨਸਾਫ ਦੇ ਮੁੱਦੇ ਤੇ ਤਾਂ ਗੱਲ ਘੱਟ ਕਰ ਰਿਹਾ, ਇਹ ਗੱਲ ਵੱਧ ਕਰ ਰਿਹਾ ਕਿ ਭਾਈ ਸਾਨੂੰ ਬਦਨਾਮ ਕੀਤਾ ਜਾ ਰਿਹਾ ਸੀ, ਇਨਸਾਫ ਦੀ ਗੱਲ ਤਾਂ ਨਹੀਂ ਕਰਦਾ। ਇਦਾਂ ਹੀ ਤੁਸੀਂ ਦੇਖੋ ਕਿ 4.25 ਸਾਲ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਬਣਿਆ, ਉਹਨਾਂ ਦੀ ਆਪਦੀ SIT ਦੀ ਰਿਪੋਰਟ ਜਿਹੜੀ ਹੈ ਹਾਈ ਕੋਰਟ ਨੇ ਰੱਦ ਕਰਤੀ, ਤਾਂ ਕੈਪਟਨ ਸਾਹਿਬ ਨੇ ਜਦੋਂ ਦੇਖਿਆ ਕਿ ਭਾਈ ਆਪਦੇ ਬੰਦਿਆਂ 'ਚ ਵੀ ਗੁੱਸਾ ਹੈਗਾ, ਇੱਕ ਇੰਟਰਵਿਊ ਦੇ ਵਿੱਚ ਪਤਾ ਕੀ ਕਹਿੰਦੇ ਹੈਗੇ ਆ ਸਬੂਤ ਤਾਂ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਹੈਗੇ ਆ। ਮੈਂ ਤੁਹਾਨੂੰ ਕਹਿੰਦੇ ਅੱਜ ਕਹਿੰਦਾ ਨਵੀਂ SIT ਬਣੂਗੀ, ਸਬੂਤ ਵੀ ਉਹਨਾਂ ਦੇ ਕੋਲੇ ਹੈਗੇ ਆ, ਪ੍ਰਕਾਸ਼ ਸਿੰਘ ਬਾਦਲ ਹੋਰੀ ਜੇਲ੍ਹ ਵੀ ਜਾਣਗੇ, ਉਹਨਾਂ ਦਾ ਨਾਂ ਵੀ ਲਿਖਾਂਗੇ, ਐਸੀ ਗੱਲ ਹੀ ਕੋਈ ਨਹੀਂ, ਇਨਸਾਫ ਪੰਜਾਬ ਦੇ ਲੋਕਾਂ ਨੂੰ ਮੈਂ ਦਵਾਉਂ। ਕਮਾਲ ਹੋ ਗਈ ਹੈ। ਤੁਸੀਂ ਦੇਖੋ 4.25 ਸਾਲ ਹੋ ਗਿਆ ਸਰਕਾਰ ਨੂੰ, ਇੱਕ ਕਮਿਸ਼ਨ ਵੀ ਬਣਾਇਆ, ਉਹਦੀ ਰਿਪੋਰਟ ਵੀ ਆ ਗਈ, ਵਿਧਾਨ ਸਭਾ 'ਚ ਵੀ ਰੌਲਾ ਰੱਪਾ ਪਿਆ, SIT ਬਣਾਤੀ, ਉਹਦੀ ਰਿਪੋਰਟ ਵੀ ਆ ਗਈ। ਹੋਰ ਦੇਖੋ ਕਹਿੰਦੇ ਸਿਆਸੀ ਫੈਸਲਾ ਕੀਤਾ ਮਾਨਯੋਗ ਜੱਜ ਸਾਹਿਬ ਨੇ, ਯਾਨੀ ਆਪਾਂ ਕਹਿੰਦੇ ਆ ਕਿ ਅਦਾਲਤਾਂ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਪਰ ਜਦੋਂ ਕੈਪਟਨ ਸਾਹਿਬ ਨੇ ਦੇਖਿਆ ਕਿ ਭਾਈ ਕੰਮ ਤਾਂ ਹੱਥੋਂ ਨਿਕਲਦਾ ਜਾਂਦਾ, ਇੰਟਰਵਿਊ ਦੇ ਵਿੱਚ ਕਹਿ ਗਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦਾ ਫੈਸਲਾ ਸਿਆਸੀ ਹੈ, ਤੇ ਮੈਨੂੰ ਕਹਿੰਦੇ ਜੇ ਅਦਾਲਤ ਵੀ ਸੱਦ ਲੈਣਗੇ ਨਾ, ਮੈਂ ਉੱਥੇ ਵੀ ਕਹੂੰਗਾ ਕਿ ਭਾਈ ਫੈਸਲਾ ਤਾਂ ਤੁਸੀਂ ਕੋਈ ਹੋਰ ਕਰਨਾ ਸੀ, ਕਰ ਕੋਈ ਹੋਰ ਦਿੱਤਾ, ਤੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ। ਨਹੀਂ ਗੱਲਾਂ ਠੀਕ ਆ। ਉਹ ਵੈਸੇ ਮੈਨੂੰ ਕਹਾਣੀ ਯਾਦ ਆ ਗਈ, ਪਿੰਡ 'ਚ ਕੋਈ ਡਾਕਟਰ ਮਰੀਜ਼ ਲੈ ਗਏ ਉਹਦੀ ਕੁੜੀ, ਉਹ ਕਹਿੰਦੇ ਵੀ ਇਹ ਬੋਲਦਾ ਬਾਲਦਾ ਨਹੀਂ, ਕੋਈ ਲਾਓ ਡਾਕਟਰ ਸਾਹਿਬ ਠੀਕ ਆ, ਉਹਨਾਂ ਨੇ ਡ੍ਰਿਪ ਲਾ ਲਿਆ, ਤੁਪਕਾ ਪ੍ਰਣਾਲੀ। ਹਾਂ, ਤੁਪਕਾ ਪ੍ਰਣਾਲੀ ਨਾਲ ਨਾ, ਉਹ ਪਹਿਲਾਂ ਵਾਹਵਾ ਸੀਗੇ, ਫਿਰ ਹੌਲੀ ਹੌਲੀ ਇੱਕ ਮੁੰਡਾ ਜਾ, ਫਿਰ ਦੂਜਾ ਜਾ, ਫਿਰ ਉਹ ਮਾਤਾ ਨੂੰ ਕਹਿੰਦੇ ਤੂੰ ਬਹਿ ਇੱਥੇ, ਜਦੋਂ ਡ੍ਰਿਪ ਮੁੱਕ ਗਿਆ ਫਿਰ ਅਸੀਂ ਲੈ ਜਾਵਾਂਗੇ। ਉੱਦਾਂ ਕਿੱਦਾਂ ਹੁਣ ਕਹਿੰਦੇ ਵੇਖੋ ਲਿਆਓ, ਲਿਆ ਤਾਂ ਨਹੀਂ, ਪਰ ਡਾਕਟਰ ਨੂੰ ਬਿਲਕੁਲ ਠੀਕ ਆ, ਬਸ ਤੁਸੀਂ ਬੋਤਲ ਚੜ੍ਹ ਲੈਣ ਦੇ ਨਾਲ ਹੀ ਇਹਨੇ ਕਾਇਮ ਹੋ ਜਾਣਾ। ਬੋਤਲ ਚੜ੍ਹ ਗਈ, ਬੰਦੇ ਫੇਰ ਆਏ, ਬਾਹਰ ਬੂਹਾ ਬਾਹਰ ਖੜਕਾਇਆ, ਡਾਕਟਰ ਕਿੱਦਾਂ ਯਾਰ ਸਾਡਾ, ਤੂੰ ਕਹਿੰਦੇ ਬਾਪੂ ਠੀਕ ਹੋ ਜਾਣਾ। ਇੱਕ ਮਿੰਟ ਯਾਰ ਕੀ ਕਰਦੇ ਆ, ਇੱਕ ਬੋਤਲ ਨਾਲ ਗੱਲ ਨਹੀਂ ਬਣਨੀ, ਮੈਂ ਦੂਜੀ ਆ ਵੇਖੋ ਹੁਣੇ ਖੋਲਣ ਲੱਗਾ, ਹੁਣੇ ਮੈਂ ਲਾ ਦੇਣੀ ਆ, ਇਹ 'ਚ 2 ਟੀਕੇ ਭਰਨੇ ਆ, 2 ਟੀਕੇ ਮੈਂ ਭਰਨੇ, ਜਦੋਂ ਇਹਦੇ ਅੰਦਰ ਚਲ ਗਏ ਨੇ ਕਾਇਮ ਹੋ ਜਾਣਾ। ਹੁਣ ਸਿਚੁਏਸ਼ਨ ਇੱਥੇ ਕਿ ਜੇ ਆ ਕੇ ਉਸ ਕਹਾਣੀ ਦੀ ਖੜੀ ਆ, ਇਹਦਾ ਇਸ ਕਥਾ ਦਾ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਨਾਲ ਕੋਈ ਲਿੰਕ ਨਹੀਂ, ਮੈਂ ਦੱਸ ਡਿਸਕਲੇਮਰ ਦੇ ਦਿਆਂ। ਤੇ ਜਦੋਂ ਤੀਜੀ ਵਾਰੀ ਆਣ ਕੇ ਕੁੰਡਾ ਖੜਕਾਉਣਾ ਨਾ, ਮੈਂ ਤਾਂ ਕੋਸ਼ਿਸ਼ ਬਹੁਤ ਕੀਤੀ ਇਹਨੂੰ ਜਲੰਧਰ ਲੈ ਜਾਓ। ਨਹੀਂ, ਉਹ ਘਰ ਵਾਲਿਆਂ ਨੇ ਖੁਦ ਹੀ ਡਿਸਾਈਡ ਕਰ ਲੈਣਾ ਉਦੋਂ ਬਾਅਦ, ਕਿਉਂਕਿ ਪਤਾ ਉਹਨੂੰ ਵੀ ਆ ਵੀ ਇਹ ਖੁਦ ਹੀ ਚੁੱਕ ਕੇ ਲੈ ਜਾਣੇ ਇੱਥੋਂ ਤੇ ਜ਼ਿਆਦਾ ਵਧੀਆ, ਜਿੰਨਾ ਚਿਰ ਮੇਰੇ ਕੋਲ ਹੈ ਮੇਰਾ ਬੂਹਾ ਭੰਨਣਾ ਉਹਨਾਂ ਚਿਰ ਚੰਗਾ ਵੀ ਮੈਂ ਇੱਕ ਡ੍ਰਿਪ ਹੋਰ ਲਾ ਦੇਣਾ। ਸੋ ਕੁੱਲ ਮਿਲਾ ਕੇ ਕਹਾਣੀ ਇੱਥੇ ਰੁਕ ਗਈ ਆ। ਪਰ ਇੱਕ ਚੀਜ਼ ਹੈ WhatsApp ਵੀ ਸਾਰੇ ਕੁਝ 'ਚ, ਜੇ ਇਸੇ ਤਰ੍ਹਾਂ ਹੀ ਚੱਲਣਾ ਪੰਜਾਬ, ਜੇ ਮੁੱਦੇ ਆਉਣੇ ਆ ਅਖੀਰ ਲੋਕਾਂ ਨੇ ਮੰਨ ਲੈਣਾ ਵੀ ਹਾਂ ਇਹ ਇੱਦਾਂ ਹੀ ਹੋਣਾ ਸੀ, ਮੰਨ ਲਓ ਮੈਂ ਇੱਕ ਪਰਸੈਪਸ਼ਨ ਬਣਾ ਲਈ ਵੀ ਯਾਰ ਇਹ ਇੱਥੇ ਇੱਦਾਂ ਹੀ ਚੱਲਦਾ, ਜਿਸ ਪਰਸੈਪਸ਼ਨ ਦਾ ਕਰਕੇ ਮੈਂ ਇੱਕ ਸ਼ਰਤ ਤੁਹਾਡੇ ਨਾਲ ਲਾਈ ਹੈ ਉਹ ਆਪਣੀ ਐਜ਼ ਇਟ ਇਜ਼ ਚੱਲਦੀ, ਉਹ ਹੁਣ ਜਦੋਂ ਪਰਸੈਪਸ਼ਨ ਜਿਹੜੀ ਆ ਉਹ ਟੁੱਟ ਨਹੀਂ ਰਹੀ, ਉਹਦੇ 'ਚ ਕੋਈ ਚੇਂਜ ਨਹੀਂ ਆ ਰਹੀ, ਤੇ ਮੈਂ ਵੀ ਆਪਣੀ ਥਾਂ ਤੋਂ ਹਿੱਲਣ ਨੂੰ ਤਾਂ ਰਾਜ਼ੀ ਨਹੀਂ, ਭਾਵੇਂ ਉਹ ਲੋਕਾਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਲਈਏ, ਭਾਵੇਂ ਆਪਾਂ ਲੀਡਰਾਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਲਈਏ, ਤੇ ਫਿਰ ਚੇਂਜ ਜਿਹੜੀ ਆਪਾਂ ਕਹਿੰਦੇ ਵੀ ਚੇਂਜ ਬਦਲਾਅ ਆਉਣਾ ਚਾਹੀਦਾ, ਉਹ ਕਿੱਦਾਂ ਆਊਗਾ? ਮੈਂ ਇਹ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਹੁਣ ਮੈਂ ਇੱਕ ਤਰਕ ਦੇਣ ਲੱਗਿਆ, ਦਿਓ ਤੁਸੀਂ ਵੀ ਤੀਸਰੀ ਬੋਤਲ ਲਾ ਕੇ 3 ਟੀਕੇ ਨਾ ਪਾ ਦਿਓ। ਨਹੀਂ, ਆ ਤੀਸਰੀ ਬੋਤਲ ਨਹੀਂ, ਆਪਾਂ ਤਾਂ ਬੰਦਾ ਨਬਜ਼ ਦੇਖ ਕੇ ਠੀਕ ਕਰ ਦੇਣਾ ਐਤਕੀ, ਤੁਸੀਂ ਦੇਖਿਓ। ਅੱਛਾ, ਕਾਂਗਰਸ ਪਾਰਟੀ ਸੱਤਾਧਾਰੀ ਹੈ, ਕੁਝ ਮਹੀਨੇ ਅਜੇ ਸਰਕਾਰ ਦੇ ਰਹਿੰਦੇ ਆ, ਸੁਨੀਲ ਜਾਖੜ ਸਾਹਿਬ ਬੋਲਦੇ ਆ ਤਾਂ ਪਤਾ ਕੀ ਕਹਿੰਦੇ ਆ, ਇਹ ਨਹੀਂ ਕਹਿੰਦੇ ਕਿ ਭਾਈ ਇਨਸਾਫ ਨਾ ਮਿਲੂਗਾ ਤੇ ਕੰਮ ਆ ਹੋ ਜੂ, ਉਹ ਕਹਿੰਦੇ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਲੋਕਾਂ ਨੇ। ਮੇਰੀ ਬੇਨਤੀ ਸੁਣ ਲਿਓ, ਜੇ ਸੁਖਜਿੰਦਰ ਸਿੰਘ ਰੰਧਾਵਾ ਬੋਲਦੇ ਆ ਤੇ ਉਹ ਕੀ ਕਹਿੰਦੇ ਆ ਜੀ, ਲੋਕਾਂ ਨੇ ਜਵਾਬ ਮੰਗਣਾ ਹੈ। ਜੇ ਪ੍ਰਗਟ ਸਿੰਘ ਬੋਲਦੇ ਆ, ਉਹ ਕਹਿੰਦੇ ਆ ਜੀ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ, ਕੱਲ ਨੂੰ ਪਿੰਡਾਂ ਦੇ ਵਿੱਚ ਜਾਣਾ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਕੀ ਦੇਾਂਗੇ। ਜੇ ਸਰਜੀਤ ਸਿੰਘ ਧਮਾਨ ਬੋਲਦਾ ਸੀ ਨਾ, ਤਾਂ ਸਰਜੀਤ ਸਿੰਘ ਧਮਾਨ ਵੀ ਇਹ ਕਹਿੰਦਾ ਸੀ ਕਿ ਭਾਈ ਲੋਕਾਂ ਨੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਣਾ। ਪਿੱਛੇ ਜਿਹਾ ਰਵਨੀਤ ਸਿੰਘ ਬਿੱਟੂ ਬੋਲਿਆ ਸੀ, ਮੈਂਬਰ ਪਾਰਲੀਮੈਂਟ ਤੇ ਕਾਰਜਕਾਰੀ ਨੇਤਾ ਲੋਕ ਸਭਾ ਦੇ ਵਿੱਚ, ਜਿਹੜਾ ਕਾਰਜਕਾਰੀ ਨੇਤਾ ਕਾਂਗਰਸ ਪਾਰਟੀ ਦੇ MPs ਦਾ, ਉਹਨੇ ਬੰਦੇ ਨੇ ਵੀ ਇਹ ਕਿਹਾ ਸੀ ਕਿ ਭਾਈ ਲੋਕਾਂ ਨੂੰ ਕੱਲ ਨੂੰ ਜਵਾਬ ਕੀ ਦੇਣਾ।
ਇਸ ਵੇਲੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ, ਆਪਾਂ ਸਿੱਧੂ ਸਾਹਿਬ ਨੂੰ ਤਾਂ ਪਾਸੇ ਰੱਖ ਲੈਨੇ ਕਿਉਂਕਿ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿਤਾ ਕਾਂਗਰਸ ਦੇ ਦਰਵਾਜ਼ੇ ਸਿੱਧੂ ਲਈ ਬੰਦ। ਹੁਣ ਆ ਜਿਹੜੇ ਲੀਡਰ ਬੋਲੇ ਨੇ ਜਾਂ ਮਾਝੇ ਦੇ ਕਾਂਗਰਸੀ ਅੰਦਰ ਜਾ ਕੇ ਕਹਿੰਦੇ ਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਸਾਡਾ ਕੋਈ ਹੋਰ ਨੁਕਸਾਨ ਹੋ ਜੂ ਜਾਂ ਇਨਸਾਫ ਨਾ ਦਿੱਤਾ ਤਾਂ ਆਪਣੇ ਰਿਕਾਰਡ 'ਚ ਕੀ ਦਰਜ ਹੋਊ। ਉਹ ਬਹੁਤੇ ਲੋਕ ਇਹ ਕਹਿੰਦੇ ਆ ਕਿ ਲੋਕਾਂ ਨੂੰ ਜਵਾਬ ਕੀ ਦੇਣਾ, ਲੋਕਾਂ ਨੇ ਭਾਈ ਸਾਹਿਬ ਕੱਲ ਨੂੰ ਸਵਾਲ ਪੁੱਛਣੇ ਆ ਤੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਮੇਰਾ ਭਾ ਕਿ ਭਾਈ ਅੱਜ ਨਹੀਂ ਉਹਨਾਂ ਨੂੰ ਲੋੜ, ਉਹਨਾਂ ਨੂੰ ਥੋੜੇ ਮਹੀਨਿਆਂ ਬਾਅਦ ਲੋੜ ਹੈ ਜਦੋਂ ਇਲੈਕਸ਼ਨ ਆਉਣੀ ਹੈ। ਇਹ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਪਤਾ ਲੱਗ ਗਿਆ ਕਿ ਭਾਈ ਅੱਜ ਭਾਵੇਂ ਲੋਕ ਬੋਲਣ ਨਾ ਬੋਲਣ, ਭਲਕ ਨੂੰ ਵੋਟਾਂ ਲੈਣ ਜਾਵਾਂਗੇ, ਲੋਕਾਂ ਕਾਲੀਆਂ ਝੰਡੀਆਂ ਦਿਖਾਉਣੀਆਂ। ਇਸ ਕਰਕੇ ਮੇਰਾ ਵੀਰਿਆ ਕਹਿ ਜੋ ਮਰਜੀ ਰੇਟ ਜਿੱਥੇ ਮਰਜੀ ਪਾ $5 ਇੱਥੇ ਹਰੇ ਪਏ ਆ। ਐਵੇਂ ਬੰਦਾ ਨਹੀਂ, ਗੱਲ ਹੈ ਕਿ ਨਹੀਂ ਹੈ? ਇਹ ਕੋਈ ਗੱਲ ਨਹੀਂ ਹੈ। ਇਹ ਕਿਹੜੀ ਗੱਲਾਂ ਜੋ ਗੱਲ ਮੈਂ ਦੱਸ ਦਿੰਦਾ, ਇਹਦਾ ਹੱਲ ਦੱਸ ਦਿੰਦਾ। ਲੈ ਵੀ 2015 ਵਾਲੀ ਬੇਅਦਬੀ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸੀ, ਅਗਲਿਆਂ ਦੀ ਸਰਕਾਰ ਸੀ ਜੀ, ਭਜਾਈ ਲੋਕਾਂ ਨੇ, ਨਹੀਂ ਨਾ ਵੜਦੇ ਪਿੰਡਾਂ 'ਚ। ਜਿੱਥੇ ਕਿਤੇ ਵੀ ਦੇਖ ਲੈਣ ਵੀ ਬੰਦਾ ਕਹਿੰਦਾ ਵੀ ਉਹ ਤੇਰਾ ਭਲਾ, ਕਿਤੇ ਦਿਸ ਨਾ ਪਈ ਲੋਕਾਂ। ਸਰਕਾਰ ਹੋਣ ਦੇ ਬਾਵਜੂਦ ਵੀ ਜਦੋਂ ਲੋਕਾਂ ਦਾ ਜ਼ੋਰ ਚੱਲਿਆ, ਲੋਕਾਂ ਦਬੱਲੇ, ਉਦੋਂ ਬਾਅਦ ਵੋਟਾਂ ਦੀ ਗੱਲ ਆ ਗਈ, ਵੋਟਾਂ ਨਹੀਂ ਪਾਈਆਂ ਲੋਕਾਂ। ਮੈਂ ਇੱਕ ਮਿੰਟ, ਮੇਰੀ ਬੇਨਤੀ, 2015 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਚੱਲਿਆ, ਲੋਕਾਂ ਨੂੰ ਇਹ ਗੁੱਸਾ ਸੀ ਕਿ ਇਹਨਾਂ ਦੀ ਸਰਕਾਰ ਹੈ, ਕਿਉਂ ਹੋਇਆ? ਪਹਿਲੀ ਵਾਰ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਅਕਾਲੀ ਦਲ ਤੀਸਰੇ ਨੰਬਰ ਤੇ ਗਿਆ। ਕਦੇ ਅੱਜ ਤੱਕ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇਦਾਂ ਹੋਇਆ ਨਹੀਂ ਸੀ ਕਿ ਅਕਾਲੀ ਦਲ ਵਿਰੋਧੀ ਧਿਰ ਦੇ ਵਿੱਚ ਵੀ ਨਾ ਹੋਵੇ। ਪਹਿਲੀ ਗੱਲ ਕਿ ਇਸ ਗੱਲ ਨੂੰ ਮੰਨੋ, ਮੇਰੇ ਮੰਨਣ ਨਾਲ ਫਰਕ ਪੈਣਾ ਨਹੀਂ, ਲੋਕ ਪਰਿਵਾਰ ਦੇ ਮੈਂਬਰ ਮੰਨਣਗੇ। ਤੁਸੀਂ ਕਹਿੰਦੇ ਹੋ ਕਿ ਲੋਕਾਂ ਨੂੰ ਚੇਤਾ ਨਹੀਂ ਭੁੱਲਦਾ। ਗੱਲ ਤਾਂ ਸੁਣੋ, ਆ ਜਾਓ ਮਹਾਰਾਜ, ਹੁਣ ਤੁਹਾਨੂੰ ਗੱਲ ਆਉਂਦੀ ਨਹੀਂ ਹੈਗੀ। ਉਹ ਮੇਰੀ ਗੱਲ ਤਾਂ ਸੁਣੋ। ਹੁਣ ਜੇ ਮੰਨ ਲਓ ਵੀ ਉਦੋਂ 2017 ਦੇ ਵਿੱਚ ਅਕਾਲੀ ਦਲ ਠੀਕ ਹੈ ਤੀਜੇ ਨੰਬਰ ਤੇ ਚਲਾ ਗਿਆ ਜੀ, ਹੁਣ ਇਹ ਤਾਂ ਗੱਲ ਹੈਗੀ ਨਾ ਵੀ ਅੱਜ ਦੀ ਡੇਟ 'ਚ ਫਿਰ ਅਗਲੇ ਰੇਸ 'ਚ ਹੈ। ਜਿਹੜੀ ਉਦੋਂ ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ, ਉਹ ਵਿਰੋਧੀ ਧਿਰ ਕਿੱਧਰ ਤੁਰੀ ਫਿਰਦੀ ਆਪਾਂ ਨੂੰ ਪਤਾ। ਹੁਣ ਜੇ 2022 ਦੇ ਵਿੱਚ, ਹੁਣ ਆਪਾਂ ਨਹੀਂ ਕਹਿੰਦੇ, ਖੁਦ ਕਾਂਗਰਸ ਪਾਰਟੀ ਦੇ ਐਮਐਲਏ ਗੱਲ ਕਹਿੰਦੇ ਆ ਨਾ ਵੀ ਭਾਈ ਸਾਹਿਬ ਉਦੋਂ ਰਲ ਮਿਲ ਕੇ ਉਹਨਾਂ ਨੇ ਕੋਈ ਡੀਲ ਜੀ ਬਣਾ ਕੇ ਤੇ ਆਖਿਆ ਵੀ ਕੈਪਟਨ ਸਾਹਿਬ ਤੁਹਾਨੂੰ ਕੁਰਸੀ ਦੇ ਦਿੰਦੇ ਆ ਤੇ ਤੁਸੀਂ ਆਹ ਕੰਮ ਤੇ ਇਦਾਂ ਕਰ ਲਿਓ ਜੀ। ਇਹ ਆਪਾਂ ਨਹੀਂ ਕਹਿੰਦੇ, ਉਹਨਾਂ ਦੇ ਆਪਣੇ ਆਪਾਂ ਆਉਣ ਵਾਲੇ ਦਿਨਾਂ ਸੁਣਾ ਦਿੰਦੇ ਜਿਹੜੇ ਬੰਦੇ ਕਹਿੰਦੇ। ਹੁਣ ਜੇ ਉਦੋਂ ਵਾਲੀ ਡੀਲ ਇਦਾਂ ਹੀ ਸੀ, ਆਪਾਂ ਨਹੀਂ ਕਹਿੰਦੇ ਹੈਗੀ ਸੀ ਨਹੀਂ ਸੀ, ਹੁਣ ਜੇ ਡੀਲ ਮੰਨ ਲਓ ਇਦਾਂ ਦੀ ਹੋ ਜਾਵੇ, ਹੁਣ ਦੇਖ ਲਿਓ, ਹੁਣ ਫਿਰ ਤੁਸੀਂ ਯਾਰ ਦੁਬਾਰਾ ਫਸ ਕੇ ਕੰਮ ਹੈ ਨਾ। ਹੁਣ ਉਹ ਘੁੰਮ ਕੇ ਤੇ ਕੁਰਸੀ ਬਦਲ ਜਾਵੇ 2022 ਦੇ ਵਿੱਚ, ਤੇ ਫਿਰ ਇਹਦੇ ਵਿੱਚ ਲੋਕ ਕਹਿਣ ਵੀ ਅਸੀਂ ਬਦਲਾਤਾ, ਤੇ ਫਿਰ ਕੀ ਬਦਲਾ ਆਇਆ? ਨਹੀਂ, ਗੱਲ ਤੁਹਾਡੀ, ਮੈਂ ਤੁਹਾਡੇ ਨਾਲ ਇਸ ਪੱਖੋਂ ਸਹਿਮਤ ਹਾਂ ਕਿ ਭਾਈ ਜੇ ਉੱਪਰਲੇ ਪਾਸੇ ਡੀਲ ਹੋ ਜਾਏ, ਪਰ ਮੈਂ ਤੁਹਾਨੂੰ ਸਿਰਫ ਇਹ ਕਹਿ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਬੁਰੀ ਲੱਗੀ ਸੀ, ਉਹਨਾਂ ਨੇ ਪਿਛਲੀਆਂ 2017 ਦੀਆਂ ਚੋਣਾਂ 'ਚ ਕੀ ਕੀਤਾ ਹੋਰ ਸੁਣ ਲਓ। ਉਹਦੇ ਤੋਂ ਬਾਅਦ ਜੇ ਪੰਜਾਬ ਦੇ ਲੋਕਾਂ ਨੂੰ ਗੱਲ ਬੁਰੀ ਲੱਗੂਗੀ, ਕਿਉਂਕਿ ਆਪਸ਼ਨ ਨਹੀਂ ਹੈਗੀ ਲੋਕਾਂ ਦੇ ਕੋਲੇ, ਪਰ ਲੋਕ ਚੇਂਜ ਲਿਆਉਣ ਤੋਂ ਨਹੀਂ ਡਰਦੇ। ਪੰਜਾਬ ਦੇ ਲੋਕਾਂ ਨੇ ਤਬਦੀਲੀਆਂ ਪਹਿਲਾਂ ਵੀ ਲਿਆਂਦੀਆਂ, ਪੰਜਾਬ ਦੇ ਲੋਕਾਂ ਨੇ ਤਬਦੀਲੀਆਂ ਐਤਕੀ ਵੀ ਲਿਆਉਣੀਆਂ, ਤੇ ਉਹਦਾ ਇੱਕ ਸਬੂਤ ਤੁਹਾਨੂੰ 2017 'ਚ ਮਿਲਿਆ ਸੀ, ਤੇ ਦੂਸਰਾ ਸਬੂਤ ਦੇਖੋ ਅੱਗੋਂ ਕਦੋਂ ਮਿਲਦਾ। ਇਹ ਫਿਰ ਬਾਟ ਸਾਹਿਬ ਮੇਰੀ ਸ਼ਰਤ ਤੁਹਾਡੇ ਨਾਲ ਕੁਝ ਮੈਂ ਹੋਰ ਕਲੀਅਰ ਕਰਦਾ। ਆਪਾਂ $5 ਤੇ ਆਏ ਨੇ, ਪੰਜਾਂ ਦਾ ਸਿੱਕਾ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਮੈਂ ਵਿਖਾਇਆ ਤਾਂ ਨਹੀਂ, ਤੁਸੀਂ ਨਹੀਂ ਤਾਂ ਉਹ ਜਿਹੜਾ ਸਿੱਕਾ ਉਹਦੇ ਦੋ ਪਾਸੇ ਹੁੰਦੇ ਨਾ ਜੀ। ਆਪਾਂ ਸਿੱਕਾ ਸੁੱਟਿਆ ਤੇ ਇੱਕ ਵਾਰ ਇੱਕ ਪਾਸਾ ਆ ਗਿਆ, ਤੇ ਦੂਜੇ ਪਾਸੇ ਨੂੰ ਆਪਾਂ ਕਹਿਦਾ ਲੈ ਸੁੱਟਿਆ ਕਿ ਨਹੀਂ, ਦੂਜੇ ਪਾਸੇ ਆਪਾਂ ਦੂਜੀ ਨਾਲ ਚੁੱਕਿਆ, ਦੂਜਾ ਸਿੱਕਾ ਉੱਪਰ ਆ ਗਿਆ, ਹੈ ਨਾ। ਆਪਾਂ ਲੈ ਸਿੱਕੇ ਦਾ ਹੁਣ ਦੂਜਾ ਪਾਸਾ ਆਇਆ ਕਿ ਨਹੀਂ ਆਇਆ, ਦੂਜਾ ਸੁੱਟਿਆ ਕਿ ਨਹੀਂ। ਸਵਾਲ ਇਹ ਹੈ ਵੀ ਉਹ ਜਿਹੜਾ ਸਿੱਕਾ ਉਹ ਖੋਟਾ ਆ, ਉਹਨੂੰ ਬਦਲਣ ਦੀ ਲੋੜ ਆ। ਮੈਂ ਉਹ ਕਹਿ ਰਿਹਾ ਵੀ ਉਹਨੂੰ ਬਦਲਣ ਦੇ ਲਈ ਜਿਹੜੀ ਸੋਚ ਦੀ, ਜਿਹੜੀ ਚੇਂਜ ਦੀ ਲੋੜ ਆ, ਉਹ ਨਹੀਂ ਆਉਣੀ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਿੱਕੇ ਦਾ ਪਾਸਾ ਤੁਸੀਂ ਬਦਲਦੇ ਰਹੋ, ਇਹਦੇ 'ਚ ਫਾਇਦਾ ਸਾਨੂੰ। ਠੀਕ ਹੈ, ਇਹਦੇ ਤੇ ਦੱਸੋ ਹੁਣ ਤੁਸੀਂ ਕੁਝ ਤਜਰਬਾ, ਤਜਰਬਾ ਮੇਰਾ ਤਜਰਬਾ ਨਹੀਂ ਵੇਖ ਕੇ ਦੱਸੋ ਕੋਈ। ਇਹ ਤਾਂ ਬਿਲਕੁਲ ਫੌਰੀ ਤੌਰ ਦੇ ਉੱਤੇ ਹੋਇਆ ਨਵਾਂ ਤਜਰਬਾ। ਸੰਧਾਲੀਆ ਸਾਹਿਬ, ਮੈਂ ਬਹੁਤਾ ਇਸ ਮਸਲੇ ਨੂੰ ਕੱਲ੍ਹ ਵਾਂਗੂ ਲਟਕਾਉਣਾ ਨਹੀਂ ਚਾਹੁੰਦਾ, ਪਰ ਇੱਕ ਗੱਲ ਕਲੀਅਰ ਹੈ, ਪੰਜਾਬ ਦੇ ਲੋਕ ਜੇ ਕਹੀਏ ਕਿ ਤੁਹਾਡੀਆਂ ਸਿਆਸੀ ਪਾਰਟੀਆਂ ਦੇ ਪਿੱਛੇ ਲੱਗਦੇ ਆ, ਉਹਨਾਂ ਦੇ ਕੋਲੇ ਜਦੋਂ ਵੀ ਬਦਲ ਆਇਆ ਨਾ ਪੰਜਾਬ ਦੇ ਲੋਕ, ਉਹ ਪੋਲੀਟੀਕਲ ਪਾਰਟੀ ਨਹੀਂ ਬਣਾ ਸਕਦੇ ਉੱਪਰ ਹੋ ਕੇ। ਪੰਜਾਬ ਦਾ ਜਿਹੜਾ ਆਮ ਬੰਦਾ ਕੋਈ ਖਰਾਦ ਦਾ ਕੰਮ ਕਰਦਾ, ਫੈਕਟਰੀ 'ਚ ਕੰਮ ਕਰਦਾ, ਪਰ ਉਹਨੂੰ ਪਤਾ ਹੈ ਉਹ ਅਕਾਲੀ ਦਲ ਤੋਂ ਵੀ ਬਦਦਨ ਸੀ, ਉਹ ਕਾਂਗਰਸ ਤੋਂ ਵੀ ਬਦਦਨ ਸੀ, ਬੀਜੇਪੀ ਤੋਂ ਵੀ, ਬਾਕੀਆਂ ਤੋਂ ਵੀ। ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੋਸਟਰ ਤੱਕ ਨਹੀਂ ਲੱਗਾ, ਪਰ ਪਿੰਡਾਂ ਦੇ ਵਿੱਚੋਂ ਵੋਟਾਂ ਸਭ ਤੋਂ ਵੱਧ ਨਿਕਲੀਆਂ ਸੀ। ਜਾਣੀ ਜਦੋਂ ਵੀ ਕਦੇ ਉਹਨਾਂ ਨੂੰ ਲੱਗਾ ਕਿ ਭਾਈ ਆਪਸ਼ਨ ਹੋ ਸਕਦੀ ਹੈ, ਉਦੋਂ ਪੰਜਾਬ ਦੇ ਲੋਕ ਪਿੱਛੇ ਨਹੀਂ ਹਟੇ। ਇਸ ਵੇਲੇ ਮਜ਼ਦੂਰ ਤਬਕੇ ਦਾ ਕਿਸਾਨਾਂ ਨਾਲ ਤਾਂ ਰੌਲਾ ਰਹਿੰਦਾ ਸੀ, ਮਜ਼ਦੂਰ ਆਪ ਮਗਰ ਤੁਰੇ ਕਿ ਨਹੀਂ ਕਿਸਾਨਾਂ ਦੇ, ਵਪਾਰੀ ਆਪ ਮਗਰ ਤੁਰਿਆ ਕਿ ਨਹੀਂ ਕਿਸਾਨਾਂ ਦੇ। ਕਿਸਾਨਾਂ ਨੂੰ ਜੇ ਲੋੜ ਪਈ ਲੱਗਾ ਕਿ ਭਾਈ ਨਹੀਂ ਆੜਤੀਆਂ ਦੇ ਮਗਰ ਤੁਰਨਾ, ਮਜ਼ਦੂਰਾਂ ਦੇ ਮਗਰ ਤੁਰਨਾ, ਤੁਰੇ ਕਿ ਨਹੀਂ ਤੁਰੇ। ਪੰਜਾਬ ਦੇ ਲੋਕਾਂ ਦੇ ਵਿੱਚ ਹਮੇਸ਼ਾ ਚੇਂਜ ਦੀ ਸੰਭਾਵਨਾ ਰਹੀ ਹੈ। ਜੇ ਅੱਜ ਲੋਕ ਆਪਣੇ ਪੱਧਰ ਦੇ ਉੱਤੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਆ ਨਾ, ਸੰਧਾਲੀਆ ਸਾਹਿਬ, ਲੀਡਰਸ਼ਿਪ ਵੀ ਪੈਦਾ ਹੋਊਗੀ। 1 ਨਹੀਂ 2 ਨਹੀਂ 3 ਸਾਲ ਲੱਗ ਜਾਣਗੇ। ਜਿਹੜਾ ਸੂਬਾ ਗਰਕਾਉਣ ਦੇ ਵਿੱਚ, ਮੈਂ ਤੁਹਾਡੀ ਲੀਡਰਾਂ ਦੀ ਗੱਲ ਕਰਦਾ, ਇੰਨੇ ਦਹਾਕੇ ਲਾਤੇ ਆ ਨਾ, ਥੋੜੇ ਜਿਹੇ ਸਾਲਾਂ ਦੇ ਵਿੱਚ ਹੀ ਪੈਰਾਂ ਸਿਰ ਆਊਗਾ।
ਨਹੀਂ ਜ਼ਿੰਮੇਵਾਰੀ ਲੈਨੇ ਅਸੀਂ ਗਰਕਾਇਆ ਕਿਆ ਬਾਤ ਹੈ ਅਸੀਂ ਯਾਰ। ਨਾਲ ਇਹ ਵੀ ਕਹਿੰਦੇ ਵੀ ਅਸੀਂ ਮੈਂ ਤੁਹਾਡੀ ਸਾਫ ਗੋਈ ਦਾ $1 ਛੱਡਿਆ 4 ਦੇ ਦਿਓ ਨਾ ਅਸੀਂ ਇਹ ਵੀ ਕਹਿੰਦੇ ਵੀ ਅਸੀਂ ਉੱਠਣ ਨੂੰ ਨਹੀਂ ਦੇਣੇ ਇਹ ਵੀ ਗੱਲ ਪੱਕੀ ਹੈ ਚਲੋ ਵੇਖ ਲੈਣੇ ਲੋਕਾਂ ਦਾ ਕੀ ਕਰਦੇ ਅੱਛਾ ਹੋਰ ਸੁਣੋ ਜਾਨੀ ਜੇ ਲੋਕ ਕਹਿਣ ਕਿ ਇਹਨੂੰ ਢਾਇਆ ਕਿਉਂ ਕਹਿੰਦਾ ਢਾਇਆ ਉੱਠਣ ਵੀ ਨਹੀਂ ਦੇਣਾ ਜੇ ਹਿੰਮਤ ਹੈਗੀ ਤੇ ਚੱਕ ਲਓ ਹਾਂ ਇਦਾਂ ਹੀ ਆ ਅੱਛਾ ਸੁਣੋ ਹੁਣ ਇਹ ਗੱਲਾਂ ਜਿੱਥੇ ਕਿਤੇ ਆ ਕੇ ਖੜ ਗਈਆਂ WhatsApp ਜੀ। ਇਹ ਤੇ ਗੱਲ ਇਹ ਹੁਣ ਬਹਿਸ ਦਾ ਵਿਸ਼ਾ ਬਣ ਗਿਆ ਮੈਨੂੰ ਲੱਗਦਾ ਵੀ ਸ਼ਾਇਦ ਇਸ ਤੋਂ ਪਹਿਲਾਂ ਕਦੀ ਇਹ ਬਹਿਸ ਇਸ ਜਗ੍ਹਾ ਤੱਕ ਅੱਪੜੀ ਨਹੀਂ ਸੀ ਵੀ ਯਾਰ ਕਿਤੇ ਨਾ ਕਿਤੇ ਕੋਈ ਗੇਮ ਜਿਹੜੀ ਉਹ ਆਪਸ ਦੇ ਵਿੱਚ ਸੈਟਿੰਗ ਵੀ ਹੋ ਜੀ, setting ਦੀ ਹੋ ਸਕਦੀ ਮੀਡੀਆ ਦੇ ਵਿੱਚ ਅਦਾਰਿਆਂ 'ਚ ਪਤਾ ਹੁੰਦਾ ਆਪਾਂ ਨੂੰ ਵੀ ਕਿੱਥੋਂ ਕਿਹੜੀ ਚੀਜ਼ ਕਿੱਥੇ ਤਾਰ ਹਿਲਦੀ ਪਰ ਉਹ ਜਦੋਂ ਲੋਕਾਂ ਤੱਕ ਗੱਲ ਜਾਂਦੀ ਸੀ ਨਾ ਜੀ ਉਹ ਨਹੀਂ ਸੀ ਮੰਨਦੇ ਸ਼ਾਇਦ ਇਹਦੇ ਵਿੱਚ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਹਿਲਾਂ ਕੀ ਹੁੰਦਾ ਸੀ ਵੀ ਇੱਕ ਪਿੰਡ ਦੇ ਵਿੱਚ ਉਹ ਕਹਿੰਦਾ ਲੈ ਇਦਾਂ ਕਿਦਾਂ ਤੂੰ ਕਹਿੰਦਾ ਉਧਰੋਂ ਬਹਿ ਕੇ ਕਹਿੰਦਾ ਰੋਟੀ ਖਾ ਗਿਆ ਤੈਨੂੰ ਕਿਹਨੇ ਦੱਸਿਆ ਕਹਿੰਦਾ ਮੈਨੂੰ ਫਲਾਣੇ ਦੱਸਿਆ ਉਹ ਨਹੀਂ ਐਵੇਂ ਨਹੀਂ ਗੱਲਾਂ ਚਾਹੀਦਾ ਹੁੰਦਾ ਪਰ ਹੁਣ ਕਿਹੜਾ ਕਿੱਥੇ ਬੈਠਾ ਕਿੰਨੇ ਕਿੱਥੇ ਰੋਟੀ ਖਾਧੀ ਕਿੰਨੇ ਕਿਹਨੂੰ ਸ਼ਾਬਾਸ਼ ਦਿੱਤੀ ਕਿਹੜਾ ਕਿਹਦੇ ਵੱਲ ਗਿਆ ਕਿਹਦਾ ਕਿਹਦੇ ਵੱਲੋਂ ਆਇਆ ਉਹ ਲੋਕਾਂ 'ਚ ਹੁਣ ਗੱਲਾਂ ਪਹੁੰਚਣ ਲੱਗ ਪਈਆਂ ਮੈਨੂੰ ਇਹ ਜਾਪਦਾ ਵੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਇਹ ਚੇਂਜ ਮੈਂ ਨਹੀਂ ਕਹਿੰਦਾ ਵੀ ਆ ਨਹੀਂ ਸਕਦੀ ਆ ਸਕਦੀ ਹੈ ਪਰ ਜੇ ਤੁਸੀਂ ਇਹ ਸਵੇਰੇ ਕਹੋ ਵੀ ਆ ਜਿਹੜਾ ਮੈਂ ਸਿੱਕਾ ਤੁਹਾਨੂੰ ਹੁਣ ਦੱਸਿਆ ਵੀ ਪੰਜਾਬ ਵਾਲਿਆਂ ਕੋਲ ਇੱਕੋ ਸਿੱਕਾ ਤੇ ਉਹਦੇ ਦੋ ਪਾਸੇ ਆ ਪੈਂਡਾ ਲੰਮਾ ਕਦੀ ਆ ਹੋਣਾ ਕਦੀ ਆ ਹੋਣਾ ਉਹ ਸਿੱਕਾ ਖੋਟਾ ਹੋ ਗਿਆ ਉਹ ਸਿੱਕਾ ਬਦਲਣਾ ਪੈਣਾ ਪੰਜਾਬ ਵਾਲਿਆਂ ਨੂੰ ਉਹ ਅਜੇ ਏਡੀ ਛੇਤੀ ਨਹੀਂ ਬਦਲਿਆ ਜਾਣਾ ਨਹੀਂ ਮੁਸ਼ਕਲ ਹੈ ਬਹੁਤ ਮੁਸ਼ਕਲ ਆ ਪਰ ਉਸ ਰਸਤੇ ਦੇ ਉੱਤੇ ਪੰਜਾਬ ਤੁਰ ਪਿਆ ਸੰਧਾਲੀਆ ਸਾਹਿਬ ਮੈਂ ਇੱਕ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਦਾ ਉਹ ਵੱਖਰੀ ਹੈ ਤੁਸੀਂ ਕਰ ਲਓ ਕਿਉਂਕਿ ਮੈਂ ਮੁੜ ਕੇ ਸ਼੍ਰੋਮਣੀ ਕਮੇਟੀ ਸਕੱਤਰੇ ਤੇ ਇੱਕ ਚਿੱਠੀ ਗਈ ਉਹਦਾ ਜ਼ਿਕਰ ਕਰਨਾ ਉਧਰਲੇ ਪਾਸੇ ਜਾਣਾ ਹੈ ਕਿ ਇਸ ਵੇਲੇ 1 ਮਈ ਦਾ ਦਿਨ ਨਿਰਧਾਰਿਤ ਕਰ ਦਿੱਤਾ ਕਿਸਾਨਾਂ ਨੇ ਕਿ ਮਜ਼ਦੂਰ ਦਿਵਸ ਹੈ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਸਾਰੇ ਕਿਸਾਨ ਮੋਰਚਿਆਂ ਦੇ ਉੱਤੇ ਮਜ਼ਦੂਰਾਂ ਦਾ ਦਿਨ ਮਨਾਉਣਾ ਹੈ ਤੇ ਅਗਲੀ ਗੱਲ ਜਿਹੜੀ ਪੰਜਾਬ ਵਾਲੇ ਪਾਸਿਓਂ ਤੁਸੀਂ ਦੇਖੋ ਕਿੰਨੀ ਔਖੀ ਘੜੀ ਹੈ ਪਰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪਹਿਲੀ ਵਾਰ ਲੋਕ ਟਰਾਲੀਆਂ ਲੈ ਕੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਦੇ ਆ ਕਿ ਭਾਈ ਕਿਸਾਨੀ ਮੋਰਚੇ ਦੇ ਲਈ ਜੋ ਬਣਦਾ ਸਰਦਾ ਦਿਓ ਜਿਹੜਾ ਤਾਂ ਕਿਸਾਨ ਹੈ 1.5 ਏਕੜ ਵਾਲਾ 2.5 ਏਕੜ ਵਾਲਾ ਕੋਈ 40 ਕਿਲੋ ਦਾਣੇ ਦਿੰਦਾ ਕੋਈ 60 ਕਿਲੋ ਦਾਣੇ ਦਿੰਦਾ 3 ਐਸੇ ਲੋਕ ਸਾਹਮਣੇ ਆਏ ਨੇ ਇੱਕ ਪਿੰਡ ਦੇ 2 ਪਰਿਵਾਰਾਂ ਦੇ ਜੀ ਕਿਸਾਨ ਸੰਘਰਸ਼ ਦੀ ਭੇਟ ਚੜੇ ਕੁਰਬਾਨੀਆਂ ਹੋਈਆਂ 10-10 ਹਜ਼ਾਰ ਰੁਪਈਆ ਦੋਨਾਂ ਨੇ ਦਿੱਤਾ ਕਿ ਭਾਈ ਮੋਰਚਾ ਸਿਰੇ ਲਾਓ ਇੱਕ ਮਜ਼ਦੂਰ ਸੀ ਉਹਦੇ ਕੋਲੇ 250 ਰੁਪਈਆ ਵਟਤ ਸੀ ਤੇ ਉਹ ਕਹਿੰਦਾ ਜੀ ਆ 250 ਰੁਪਈਆ ਮੇਰੇ ਕੋਲੇ ਅੱਜ ਦੀ ਤਰੀਕ 'ਚ 250 ਹੀ ਆ ਕੰਮ ਕਰ ਥੋੜਾ ਹੀ ਮਿਲਦਾ ਆ 250 ਦਾ 250 ਤੁਸੀਂ ਲੈ ਜਾਓ ਹਿੱਸਾ ਪਾਓ ਮੇਰੇ ਕੋਲ ਦਿੱਲੀ ਨਹੀਂ ਜਾਇਆ ਜਾਣਾ ਮੇਰੇ ਨਿਆਣੇ ਨਿੱਕੇ ਇਕੱਲੇ ਆ ਉਹਦੇ ਕਿਸਾਨਾਂ ਨੇ 50 ਰੁਪਏ ਰੱਖੇ 200 ਮੋੜਿਆ ਕਿ ਭਾਈ ਤੂੰ ਆਪ ਦਾ ਕੰਮ ਚਲਾ ਇਸੇ ਤਰੀਕੇ ਇੱਕ ਔਰਤ ਜਿਹਦਾ ਘਰ ਵਾਲਾ ਜ਼ਹਿਰ ਖਾ ਕੇ ਇਸ ਕਰਕੇ ਮਰ ਗਿਆ ਸੀ ਕਿ ਕਰਜ਼ਾ ਬਹੁਤ ਚੜਿਆ ਉਹ ਆਪ ਹੀ ਕਮਾਉਂਦੀ ਆ ਆਪ ਹੀ ਨਿਆਣਾ ਦੇ ਢਿੱਡ ਭਰਦੀ ਆ 40 ਕਿਲੋ ਦਾਣੇ ਉਹਨੇ ਕਿਸਾਨਾਂ ਦੀ ਟਰਾਲੀ 'ਚ ਬਾਜ ਮਾਰ ਕੇ ਰੱਖੇ ਜਦੋਂ ਆਮ ਲੋਕ ਜਿਹੜੇ ਖੁਦ ਤੰਗੀਆਂ ਤੁਰਸ਼ੀਆਂ ਦੇ ਨਾਲ ਉਲਝਦੇ ਆ ਨਾ ਜਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਆ ਜਾਂਦਾ ਕਿਉਂਕਿ ਠੂਠਾ ਨਹੀਂ ਫੜਿਆ ਉਹਨਾਂ ਨੇ ਕਿ ਭਾਈ ਹੈਸ ਦਿੱਲੀ ਨੂੰ ਵੀ ਤਾਂ ਲੈ ਕੇ ਹੀ ਚੱਲੇ ਆ ਇੱਕ ਬੋਰੀ ਸਾਡੇ ਨਿੱਕੇ ਨਿਆਣਿਆਂ ਦੇ ਮੂੰਹ ਦੇ ਵਿੱਚ ਦਾਣੇ ਪਾ ਜਾਓ ਇੱਕ ਬੋਰੀ ਸਾਨੂੰ ਦੇ ਦਿਓ ਨਾ ਇਹ ਨਾ ਅਸੀਂ ਸਿੱਖਿਆ ਨਾ ਅਸੀਂ ਕਰਨਾ ਤੇ ਜੇ ਸਾਂਝੀ ਵਾਲਤਾ ਦਾ ਸੁਨੇਹਾ ਬਾਬਿਆਂ ਦਾ ਇਸੇ ਤਰੀਕੇ ਕੋਲ ਰਿਹਾ ਤੇ ਵੰਡ ਕੇ ਛਕਣ ਦੀ ਆਦਤ ਸਾਡੀ ਜਿਹੜੀ ਹੈ ਸਾਡਾ ਜਿਹੜਾ ਗੁਣ ਆ ਉਹ ਸਾਡੇ ਕੋਲ ਇਸੇ ਤਰੀਕੇ ਰਿਹਾ ਸੰਧਾਲੀਆ ਸਾਹਿਬ ਕੋਈ ਗੱਲ ਨਹੀਂ ਤੁਹਾਡੇ 5 ਚੱਲ ਜਾਣਗੇ ਕੋਈ ਨਹੀਂ ਪਰ ਦੇਰ ਸਵੇਰ ਆਸ ਦਾ ਦੀਵਾ ਬਲਦਾ ਜ਼ਰੂਰ ਰਹਿਣਾ ਚਾਹੀਦਾ ਤੁਸੀਂ ਇਹ ਦੇਖੋ ਵੀ ਇਹ ਐਸੀ ਸ਼ਰਤ ਹੈ ਜਿਹਦੇ 'ਚ ਮੈਂ $5 ਤੁਹਾਡੀ ਜੇਬ 'ਚ ਪਾਉਣ ਨੂੰ ਫਿਰਦਾ ਵੀ ਮੈਂ ਹਾਰ ਜਾ ਪਰ ਅਫਸੋਸ ਇਹ ਆ ਵੀ ਮੈਨੂੰ ਲੱਗਦਾ ਵੀ ਮੈਂ ਜਿੱਤ ਜਾਣਾ ਟਿੱਪਣੀਆਂ ਰੋਜ਼ ਆਉਂਦੀਆਂ ਨੇ ਵੀ WhatsApp ਤੁਸੀਂ ਹਾਰ ਜਾਣਾ ਨਹੀਂ ਕੋਈ ਗੱਲ ਨਹੀਂ ਮਹਾਰਾਜ ਚਲੋ ਆਪਾਂ ਹੁਣ ਚੱਲੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਕੋਲ ਮੈਨੂੰ ਪਤਾ ਹੈ ਤੁਸੀਂ ਆਪ ਦੀ ਗੱਲ ਜਿਹੜੀ ਉਹ ਮਿੱਤਰ ਸਾਡੇ ਸਾਰੇ ਬੰਦੇ ਆ ਜਾਓ ਕੀ ਗੱਲ ਕਰਨੀ ਆ ਫਿਰ ਕੱਲ ਨੂੰ ਜਦੋਂ ਸਾਹਮਣੇ ਆ ਗਈ ਗੱਲ ਫਿਰ ਪਟਾਕਾ ਪੂ ਫਿਰ ਤੁਸੀਂ ਰੌਲਾ ਪਾਉਣਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਚਲੋ ਆ ਜਾਓ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਕਿਹਾ ਸੀ ਨਾ ਵੀ ਤੁਹਾਨੂੰ ਇਤਰਾਜ਼ ਕੀ ਆ ਮਾਫੀ ਤੋਂ ਤੁਸੀਂ ਨਹੀਂ ਸੀ ਬੋਲੇ ਹੁਣ ਦੇਖੋ ਬਜ਼ੁਰਗ ਮਾਤਾ ਪਿਤਾ ਨੇ 90 ਸਾਲ ਦੇ 88 ਸਾਲ ਦੀ ਉਮਰ ਉਹਨਾਂ ਦੋਵਾਂ ਜੀਆਂ ਦੀ ਉਹ ਕਹਿੰਦੇ ਵੀ ਸ਼ੁਰੂ ਤੋਂ ਪਰਿਵਾਰ ਜਿਹੜਾ ਸਾਡਾ ਅੰਮ੍ਰਿਤਧਾਰੀ ਹੈ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਮਾਤਾ ਪਿਤਾ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਲਿਖੀ ਹੈ ਚਿੱਠੀ 'ਚ ਉਹਨਾਂ ਕਿਹਾ ਵੀ ਠੀਕ ਹੈ ਸਾਡੇ ਪੁੱਤ ਕੋਲੋਂ ਗਲਤੀ ਹੋ ਗਈ ਜੋ ਵੀ ਹੋ ਗਿਆ ਠੀਕ ਹੈ ਜੀ ਪਰ ਅਸੀਂ ਇਸ ਦੁਨੀਆ ਤੋਂ ਇਸ ਦੁੱਖ ਦੇ ਨਾਲ ਜਾਂ ਇਸ ਬੋਝ ਦੇ ਨਾਲ ਰੁਖਸਤ ਨਹੀਂ ਹੋਣਾ ਚਾਹੁੰਦੇ ਵੀ ਸਾਡੇ ਪਰਿਵਾਰ ਨੂੰ ਪੰਥ 'ਚੋਂ ਹੀ ਛੇਕ ਦਿੱਤਾ ਗਿਆ ਸੋ ਅਸੀਂ ਉਹ ਮਾਫੀ ਚਾਹੁੰਦੇ ਹਾਂ ਤੇ ਇੱਕ ਤਰ੍ਹਾਂ ਨਾਲ ਦੁਬਾਰਾ ਚਾਹੁੰਦੇ ਹਾਂ ਵੀ ਪੁੱਤਰ ਨੂੰ ਪੰਥ ਦੇ ਵਿੱਚ ਸ਼ਾਮਲ ਕਰਨ ਦਾ ਮੌਕਾ ਦਿੱਤਾ ਜਾਵੇ ਹੁਣ ਉਹ ਜਿਹੜੀ ਚਿੱਠੀ ਹੈ ਉਹ ਜਥੇਦਾਰ ਸਾਹਿਬ ਕੋਲ ਜਾਣੀ ਹੈ ਹੁਣ ਜਥੇਦਾਰ ਸਾਹਿਬ ਨੂੰ ਇੱਕ ਮਾਤਾ ਪਿਤਾ ਵੱਲੋਂ ਇਹ ਜਿਹੜੀ ਆਈ ਚਿੱਠੀ ਆ ਉਹਦੇ ਤੇ ਨਜ਼ਰ ਤੇ ਮਾਰਨੀ ਪੈਣੀ ਇਹਦੇ ਫੈਸਲਾ ਵੀ ਲੈਣਾ ਪੈਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਜਿੱਦਣ ਗੁਰਦੁਆਰਾ ਅੰਬ ਸਾਹਿਬ ਇਕੱਠ ਹੋਇਆ ਤੇ 30 ਤਰੀਕ ਵਾਲਾ ਫੈਸਲਾ ਕੀਤਾ ਕਿ ਅਸੀਂ ਕਾਪੀਆਂ ਪਾੜਾਂਗੇ ਜਿਹੜੀ ਜੱਜਮੈਂਟ ਆਈ ਹੈ ਕੋਟਕਪੁਰਾ ਕਾਂਡ ਦੀ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਚੇਤਾਵਨੀ ਦਿੰਨੇ ਆ ਜਥੇਦਾਰ ਸਾਹਿਬ ਨੂੰ ਵੀ ਕਿ ਜੇ ਸੁੱਚਾ ਸਿੰਘ ਲੰਗਾਹ ਵਰਗਿਆਂ ਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਤਾਂ ਗਲਤ ਹੋਊਗਾ ਅਸੀਂ ਹੁਣੇ ਹੀ ਕਹਿ ਦਿੰਨੇ ਅਜੇ ਚਰਚਾ ਹੀ ਚੱਲਦੀ ਸੀ ਉਧਰੋਂ ਚਿੱਠੀ ਆ ਗਈ ਤੁਸੀਂ ਦੇਖੋ ਸੰਧਾਲੀਆ ਸਾਹਿਬ ਪਹਿਲੀ ਗੱਲ ਗਲਤੀ ਕੀਤੀ ਆ ਤਾਂ ਸੁੱਚਾ ਸਿੰਘ ਲੰਗਾਹ ਨੇ ਕੀਤੀ ਹੋਊ ਉਹਨਾਂ ਦੇ ਮਾਤਾ ਪਿਤਾ ਦਾ ਕਸੂਰ ਤਾਂ ਕੋਈ ਨਹੀਂ ਵੈਸੇ ਵੀ ਮੈਂ ਸੋਚਦਾ ਸੀ ਕਿ ਜਿਹੜੀ ਗਲਤੀ ਕੀਤੀ ਹੈ ਉਸ ਗਲਤੀ ਤੋਂ ਬਾਅਦ
ਉਹਨਾਂ ਦੇ ਮਾਤਾ ਪਿਤਾ ਦੇ ਉੱਤੇ ਬੀਤਦੀ ਕੀ ਹੋਊਗੀ, ਕਿੱਥੇ ਚਾਰੇ ਪਾਸੇ ਸਲੂਟ ਵੱਜਦੇ ਸੀ, ਲੋਕ ਸਵੇਰੇ ਹੀ ਸੈਂਕੜਾਂ ਦੀ ਗਿਣਤੀ ਦੇ ਵਿੱਚ ਘਰੇ ਆ ਜਾਣ, ਦਸਖਤ ਚੱਲਦੇ ਸੀ, ਕਿੱਥੇ ਜ਼ਿਲ੍ਹੇ ਦੇ ਜਥੇਦਾਰ ਸੀ, ਕਿੱਥੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੀ। ਤੇ ਉੱਥੇ ਹੁਣ ਉਹ ਕਹਿੰਦੇ ਕਿ ਜਦੋਂ ਸਾਡੇ ਨਾਲ ਸਮਾਜਿਕ ਤੌਰ ਤੇ ਰਿਸ਼ਤੇ ਹੀ ਖਤਮ ਹੋ ਗਏ, ਬਹੁਤ ਵੱਡਾ ਬੋਝ ਆ, ਸਾਡੇ ਤੋਂ ਦੇਖਿਆ ਨਹੀਂ ਜਾਂਦਾ, ਕਿਉਂਕਿ ਬਖਸ਼ਣਹਾਰੋਂ ਇਸ ਕਰਕੇ ਬਖਸ਼ੋ ਪਾਈ, ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਹੋ ਗਈਆਂ। ਵੈਸੇ ਸੰਧਾਲੀਆ ਸਾਹਿਬ ਇਹ ਚਿੱਠੀ ਕਿਉਂਕਿ ਉਹਨਾਂ ਦੇ ਅੰਗੂਠੇ ਲੱਗੇ ਆ, ਉਹ ਜਿਹੜੀ ਚਿੱਠੀ ਆ ਨਾ ਉਹਦੇ ਵਿੱਚ ਉਹਨਾਂ ਦੇ ਅੰਗੂਠੇ ਆ, ਇੱਕ ਦਾ ਸੱਜਾ ਤੇ ਇੱਕ ਦਾ ਖੱਬਾ, ਤੇ ਥੱਲੇ ਲਿਖਿਆ ਕਿ ਭਾਈ ਉਹਨਾਂ ਦਾ ਆਹ ਨਾਮ ਹੈ ਉਹਨਾਂ ਦੇ ਮੰਮੀ ਡੈਡੀ ਦਾ। ਪਹਿਲਾਂ ਉਹਨਾਂ ਨੇ ਇੱਕ ਵਾਰੀ ਆਪ ਵੀ ਯਤਨ ਕੀਤਾ ਕਿ ਚਿੱਠੀ ਲਿਖੀ ਕਿ ਭਾਈ ਮੈਨੂੰ ਦੁਨਿਆਵੀ ਅਦਾਲਤ ਨੇ ਬਰੀ ਕਰ ਦਿੱਤਾ, ਤੁਸੀਂ ਵੀ ਸੋਚੋ। ਫਿਰ ਤੁਹਾਨੂੰ ਪਤਾ ਹੈ ਕਿ ਇੱਕ ਗੁਰੂ ਘਰ ਦੇ ਵਿੱਚੋਂ ਬਾਹਰੋਂ ਬਾਹਰ ਹੀ ਮਾਫੀ ਲੈ ਲਈ ਸੀ ਕਿ ਗੱਲ ਕਿਹੜੀ ਆ ਭਾਈ, ਕਈ ਵਾਰੀ ਹੁੰਦਾ ਨਾ ਕਿ ਚਲਾਨ ਕੱਟਦੇ, ਭਾਈ ਕੋਈ ਗੱਲ ਨਹੀਂ ਮੈਂ ਤਾਂ ਲੈ ਹੀ ਆਉਣਾ, ਹੈਗੇ ਆ ਬੰਦੇ ਆਪਣੇ। ਹੁਣ ਬਾਹਰੋਂ ਬਾਹਰ ਹੀ ਕੋਸ਼ਿਸ਼ ਕੀਤੀ, ਉਹਦਾ ਵੀ ਰੌਲਾ ਪੈ ਗਿਆ, ਜਹਦਰ ਸਾਹਿਬ ਨੇ ਕਿਹਾ ਕਿ ਮੰਨਿਆ ਨਹੀਂ ਜਾਊਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਚਰਚਾ ਪਹਿਲਾਂ ਹੀ ਚੱਲ ਪਈ ਸੀ, ਮੰਗ ਪੱਤਰ ਆਲਰੇਡੀ ਪਹੁੰਚੇ ਹੋਆ। ਹੁਣ ਇਸ ਬਜ਼ੁਰਗ ਜੋੜੇ ਦੀ ਇਸ ਅਰਜ਼ੀ ਦੇ ਉੱਤੇ ਸੁਣਵਾਈ ਹੁੰਦੀ ਹੈ ਕਿ ਨਹੀਂ ਹੁੰਦੀ, ਪਰ ਜੇ ਹੋਈ ਤਾਂ ਪਟਾਕਾ ਬਹੁਤ ਪਊਗਾ। ਜਿਹੜੀ ਪਟਾਕਾ ਕੋਈ ਨਹੀਂ ਪੈਣਾ ਐਵੇਂ ਤੁਹਾਨੂੰ ਲੱਗਦਾ ਇਹ, ਕਿਉਂਕਿ ਜਿੰਨੀ ਕੁ ਵਾਰ ਇਹ ਕੇਸ ਵਾਰ-ਵਾਰ ਜਾ ਚੁੱਕਾ ਹੈ। ਹੁਣ ਜਿਹੜੀ ਇਹ ਇੱਕ ਇਮੋਸ਼ਨਲ ਅਪੀਲ ਹੈ, ਉਸ ਇਮੋਸ਼ਨਲ ਅਪੀਲ ਦੀ ਕੋਈ ਨਾ ਕੋਈ ਗਰਾਊਂਡ ਤੇ ਹੋਊਗੀ। ਤੁਹਾਡੀ ਹੋਊਗੀ ਗੱਲ? ਨਹੀਂ ਵੈਸੇ ਗੱਲ ਕਰਦਾ ਹੋਰ ਗੱਲ ਕਰਦੇ ਯਾਰ। ਅੱਛਾ ਮੇਰੀ ਗੱਲ ਸੁਣੋ, ਉਹ ਸੀਰਮ ਇੰਸਟੀਚਿਊਟ ਵਾਲਿਆਂ ਯਾਰ ਤੁਸੀਂ ਕਹਿੰਦੇ ਉਹਦਾ ਰੇਟ ਘਟਾਤਾ ਯਾਰ। ਦੇਖੋ ਉਹ ਕਹਿੰਦੇ ਵੀ ਪਹਿਲਾਂ ਅਸੀਂ 400 ਦੀ ਦੇਣੀ ਸੀ, ਹੁਣ ਅਸੀਂ ਰਾਜ ਸਰਕਾਰ ਨੂੰ 300 ਦੀ ਦੇਣੀ। ਯਾਰ ਉਹ ਗੱਲ ਵੱਖਰੀ ਹੈ ਵੀ ਬਾਹਰਲੇ ਦੇਸ਼ੋਂ ਅਸੀਂ 200 ਦੀ ਦਿੱਤੀ ਯਾਰ, ਉਹਨਾਂ ਨੇ 100 ਰੁਪਇਆ ਘਟਾਇਆ, ਕੋਈ ਤਾਰੀਫ ਕਰੋ ਉਹਨਾਂ ਦੀ। ਨਹੀਂ ਮੈਂ ਕਿਹਾ ਮੈਂ ਬੜੀ, ਤੁਸੀਂ ਇਹ ਵੀ ਦੇਖੋ ਨਾ, ਕਹਿੰਦੇ ਪ੍ਰਾਈਵੇਟ ਹਸਪਤਾਲ ਨੂੰ 600 ਦੀ। ਹਾਂ ਹੁਣ ਜਦੋਂ ਪ੍ਰਾਈਵੇਟ ਡਾਕਟਰ ਕਿਹੜਾ ਸਾਰੇ ਟੀਕੇ ਆਪਣੇ ਲਾਉਣੇ ਆ, ਲਾਉਣੇ ਤਾਂ ਆਮ ਲੋਕਾਂ ਦੇ ਆ। ਪਰ ਮੈਂ ਦੂਜੇ ਪਾਸੇ ਕੋਵੈਕਸਿਨ ਵਾਲਿਆਂ ਦਾ ਜੇ ਉਡੀਕਦਾ, ਉਹਨਾਂ ਨੇ 1200 ਦੀ ਹਸਪਤਾਲਾਂ ਨੂੰ ਤੇ 600 ਦੀ ਸੂਬਾ ਸਰਕਾਰਾਂ ਨੂੰ ਇੱਥੇ ਹੀ ਰੱਖੀ ਹੋਆ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਛੜਿਆ ਵੀ ਜੇ ਅਮਰੀਕਾ ਵਾਲਾ ਡਾਕਟਰ ਕਹਿੰਦਾ ਵੀ ਇਹ ਭਾਈ ਸਾਹਿਬ ਜਿਹੜਾ ਨਵਾਂ ਵੇਰੀਐਂਟ ਹੈ ਉਹ ਤੇ ਬੜੀ ਕਾਮਯਾਬ ਹੈ, ਹੋ ਸਕਦਾ ਕੱਲ੍ਹ ਨੂੰ ਕਹਿੰਦਾ 2000 ਦੀ ਕਰੋ, 2000 ਦੀ 1200 ਨਾਲ ਕੀ ਬਣਨਾ। ਨਹੀਂ ਕੱਲ੍ਹ ਨੂੰ ਹੋ ਸਕਦਾ ਕਿ ਕੋਈ ਬਹੁਤ ਵੱਡਾ ਭਾਸ਼ਣ ਵੀ ਆ ਜਾਵੇ ਤੇ ਜਿਹਦੇ ਵਿੱਚ ਕਿਹਾ ਜਾਵੇ, ਦੇਖਿਆ ਜੀ ਉਹ ਰੇਟ ਪਹਿਲਾਂ 400 ਸੀ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਭਾਅ ਘਟਾ ਕੇ 300 ਰੁਪਏ ਜਿਹੜਾ ਉਹ ਕਰ ਦਿੱਤਾ। ਤੇ ਹੁਣ ਦੇਖਦੇ ਆ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਮੈਂ ਇੱਕ ਚੀਜ਼ ਜਾਂਦੇ ਯਾਰ, ਉਹ ਸੀਰਮ ਇੰਸਟੀਚਿਊਟ ਦੇ ਜਿਹੜੇ CEO ਸਾਹਿਬ ਆ ਜਿਨ੍ਹਾਂ ਨੇ ਹੁਣ 100 ਰੁਪਏ ਰੇਟ ਘਟਾਇਆ, ਉਹਨਾਂ ਨੂੰ ਵਾਈ ਕੈਟਾਗਰੀ ਦੀ ਸਿਕਿਉਰਿਟੀ ਦਿੱਤੀ, ਉਹਨੂੰ ਕੀ ਖਤਰਾ ਸੀ? ਦੇਖੋ ਖਤਰੇ ਤਾਂ ਹੋ ਹੀ ਜਾਂਦੇ ਨੇ। ਹੁਣ ਦਵਾਈ ਹੈ, ਇੱਥੇ ਤਾਂ ਦਵਾਈ ਦੇ ਮਗਰ ਹੀ ਲੋਕ ਪਏ ਹੋ ਆ, ਚੋਰੀ ਕਰੀ ਜਾਂਦੇ, ਕੋਈ ਚੋਰ ਵੈਸੇ ਥਾਣੇ ਮੂਹਰੇ ਵੀ ਰੱਖ ਜਾਂਦਾ। ਚਲੋ ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਦੇਖੋ ਸਭ ਤੋਂ ਵੱਡੀ ਦਵਾਈਆਂ ਦੀ ਪ੍ਰੋਡਕਸ਼ਨ ਦੀ ਦੁਨੀਆ ਦੀ ਕੰਪਨੀ ਹੈ। ਹੁਣ ਏਡੀ ਵੱਡੀ ਕੰਪਨੀ ਹੈ, ਕੋਈ ਨਾ ਕੋਈ ਸਮੱਸਿਆ ਆ ਸਕਦੀ ਹੈ। ਉਹ ਵੀ ਉਸ ਵੇਲੇ ਜਦੋਂ ਸਾਰੀ ਦੁਨੀਆ ਨੂੰ ਦਵਾਈ ਦੀ ਲੋੜ ਹੈ, ਤੇ ਜਦੋਂ ਦਵਾਈ ਦੀ ਲੋੜ ਹੈ ਤੇ ਦਵਾਈ ਅਗਲੇ ਬਣਾਉਂਦੇ ਆ। ਹੁਣ ਆਪਾਂ ਐਸ ਦਵਾਈ CEO ਸਾਹਿਬ ਥੋੜਾ ਬਣਾਈ, ਦਵਾਈ ਤਾਂ ਵਿਗਿਆਨੀਆਂ ਬਣਾਈ। ਚਲੋ ਕੋਈ ਗੱਲ ਨਹੀਂ, ਵਿਗਿਆਨੀਆਂ ਨੂੰ ਤਨਖਾਹ ਤਾਂ ਉਹੀ ਦਿੰਦੇ ਨੇ, ਉਹਨਾਂ ਨੇ ਅੱਗੇ ਟਰਾਂਸਪੋਰਟੇਸ਼ਨ ਦਾ ਕੰਮ ਸਾਰਾ ਕੁਝ। ਮੈਂ ਕਹਿੰਦਾ ਕਿ ਜਿਹੜਾ ਬੰਦਾ ਭਾਈ ਇਸ ਵੇਲੇ ਦਵਾਈ ਬਣਾ ਰਿਹਾ, ਦੁਨੀਆ ਨੂੰ ਬਚਾ ਰਿਹਾ, ਚਾਹੇ ਭਾਅ ਭੱਤਾ ਉਹਦਾ ਸਾਡੀ ਸਰਕਾਰ ਤੈਅ ਕਿੰਨਾ ਕਰਾਉਂਦੀ ਉਹ ਇੱਕ ਵੱਖਰੀ ਗੱਲ ਹੈ। ਪਰ ਕੋਈ ਗੱਲ ਨਹੀਂ, ਤੁਸੀਂ ਵੀ ਤਾਂ ਲਈ ਫਿਰਦੇ ਹੋ ਲੀਡਰ ਬੰਦੇ। ਜੇ ਇੱਕ ਦਵਾਈ ਬਣਾਉਣ ਵਾਲੀ ਕੰਪਨੀ ਦਾ ਦਵਾਈ ਵਾਲੀ ਅਸੀਂ Z+ ਕਰੋ ਲਈ ਦੀ। ਮੇਰੀ ਗੱਲ ਸੁਣੋ, ਮੈਂ ਪਤਾ ਕਿਉਂ ਇਹ ਸਵਾਲ ਪੁੱਛ ਰਿਹਾ ਸੀ। ਮੈਂ ਇਹ ਕਹਿੰਦਾ ਸੀ ਵੀ ਯਾਰ ਜੇ ਉਹ ਮੰਨ ਲਓ ਵੀ ਉਸ ਬੰਦੇ ਨੂੰ ਕੋਈ ਧਮਕੀਆਂ ਦੇ ਰਿਹਾ, ਉਹ ਕਿਹੜਾ ਕੋਈ ਮਾੜਾ ਕੰਮ ਕਰਨ ਦਾ ਯਾਰ, ਦਵਾਈ ਬਣਾਈ ਆ, ਦੁਨੀਆ ਹੀ ਬਚਾਉਣ ਡਿਆ ਉਹ। ਤੇ ਜੇ ਉਹਨੂੰ ਵੀ ਕੋਈ ਨਾ ਕੋਈ ਧਮਕੀਆਂ ਨੇ, ਕੋਈ ਖਤਰਾ ਹੈ, ਤੇ ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਦੁਨੀਆ ਦੇ ਵਿੱਚ ਹਿੱਲੇ ਦਿਮਾਗ ਵਾਲੇ ਲੋਕਾਂ ਦੀ ਅਜੇ ਕੋਈ ਕਮੀ ਹੈ ਨਹੀਂ, ਕਈ ਤਰ੍ਹਾਂ ਦੇ ਆ। ਨਹੀਂ ਬਹੁਤ ਸਿਰੇ ਤੋਂ ਸਿਰੇ ਵਾਲੇ ਹਿੱਲੇ ਦਿਮਾਗਾਂ ਵਾਲੇ ਆ। ਤੁਸੀਂ ਦੇਖੋ ਆ ਫਰਾਂਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਵੜ ਕੇ ਇੱਕ ਪੁਲਿਸ ਕਰਮਚਾਰੀ ਦਾ ਗਲ ਵੱਢ ਦਿੱਤਾ ਬੰਦੇ ਨੇ। ਹੁਣ ਕਈ ਵਾਰੀ ਉੱਥੇ ਇਦਾਂ ਦੀਆਂ ਘਟਨਾਵਾਂ ਹੋਈਆਂ, ਜਾਨੀ ਸਿਰ ਫਿਰਿਆਂ ਦੀ ਕਮੀ ਕੋਈ ਨਹੀਂ ਹੈਗੀ। ਹਾਂ ਰੌਲਾ ਇਹ ਹੈ ਕਿ ਉਹਦੀਆਂ ਖਬਰਾਂ ਵੀ ਕੁਝ ਅੱਗੇ ਵੱਧ ਕੇ ਆ ਜਾਂਦੀਆਂ, ਪਰ ਆਪਾਂ ਫਿਰ ਜਿਹੜਾ ਸੁਨੇਹਾ ਦਿੰਦੇ ਉਹਨੇ ਕਿ ਹਾਂ ਪੱਖੀ ਅਪਰੋਚ ਰੱਖਿਓ, ਚੜ੍ਹਦੀ ਕਲਾ ਦੇ ਵਿੱਚ ਰਹੋ, ਸਾਵਧਾਨੀਆਂ ਵਰਤੋ, ਮਾਸਕ ਮੁਸਕ ਲਾ ਕੇ ਰੱਖਿਆ ਕਰੋ। ਚਲਿਏ, ਬਹੁਤ ਸ਼ੁਕਰੀਆ ਜੀ, ਧੰਨਵਾਦ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਸਾਡੀਆਂ ਇਹਨਾਂ ਗੱਲਾਂ ਬਾਤਾਂ ਨੂੰ ਤੁਸੀਂ ਪਸੰਦ ਕਰਦੇ ਹੋਵੋਗੇ। ਜੇ ਪਸੰਦ ਕਰਦੇ ਹੋ ਤਾਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਆ ਕਰੋ, ਅੱਗੇ 10 ਪੁੱਛ ਵੀ ਲਿਆ ਕਰੋ, ਤੇ ਆਪਣੀ ਫੀਡਬੈਕ ਵੀ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।